नमस्कार, आदाब, सत श्री अकाल। हमदर्द टीवी देखने वाले सारे दर्शकों का स्वागत है। प्रोग्राम हमदर्द न्यूज़ एंड व्यूज़ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਹੁਣ ਤੱਕ ਦੀਆਂ ਖਾਸ ਖਬਰਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਹੈ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੀ ਹਮਦਰਦ ਟੀਵੀ ਦੀ ਵੈਬਸਾਈਟ ਤੇ ਵੀ ਤੁਸੀਂ ਜਾ ਸਕਦੇ ਹੋ। ਸੋ ਬ੍ਰੇਕਿੰਗ ਨਿਊਜ਼ ਸਾਰੀਆਂ ਉੱਥੇ ਅਪਲੋਡ ਹੁੰਦੀਆਂ ਨੇ ਤੇ ਨਾਲ ਦੀ ਨਾਲ ਅੱਜ ਜਿਹੜੀਆਂ ਖਬਰਾਂ ਤੇ ਅਸੀਂ ਵਿਚਾਰ ਕਰਨਾ ਆ ਉਹਨਾਂ ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਜੇਕਰ ਕੈਨੇਡੀਅਨ ਇੰਤਜ਼ਾਰ ਕਰ ਸਕਦੇ ਨੇ ਤਾਂ ਤੁਸੀਂ ਮੋਡਰਨਾ ਤੇ ਨਾਲ ਦੀ ਨਾਲ ਫਾਈਜ਼ਰ ਦੀ ਹੀ ਵੈਕਸੀਨ ਲਗਵਾਓ। ਇਸ ਦਾ ਇਹ ਬਿਆਨ ਆਇਆ। ਇਸ ਬਿਆਨ ਤੋਂ ਬਾਅਦ ਕੈਨੇਡਾ ਦੇ ਲੋਕਾਂ ਨੇ ਵੈਕਸੀਨ ਲਗਵਾਈ ਹੈ, ਉਹਨਾਂ ਵਿੱਚ ਹੜਕੰਪ ਮਚ ਚੁੱਕਿਆ। ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਨਿਊਜ਼ੀਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਤੋਂ ਮੰਗੀ ਹੈ ਮੁਆਫੀ। ਕਿਉਂ ਮੁਆਫੀ ਮੰਗੀ ਹੈ? ਅਜਿਹਾ ਨਿਊਜ਼ੀਲੈਂਡ ਦੀ ਸਰਕਾਰ ਨੇ ਕੀ ਕਰ ਦਿੱਤਾ? ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਹੀ ਕੈਨੇਡਾ ਦੇ ਬਾਰਡਰ ਤੇ ਆਉਣ ਵਾਲੇ ਰਿਫਿਊਜੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਕਰਕੇ ਕੈਨੇਡਾ ਤੇ ਮਾਮਲਾ ਦਰਜ ਹੋ ਸਕਦਾ ਹੈ। ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ। ਇਸ ਤੋਂ ਇਲਾਵਾ ਬਰੈਂਪਟਨ ਦੇ ਵਿੱਚ ਇੱਕ 39 ਸਾਲਾ ਪਿਤਾ ਨੂੰ ਹਸਪਤਾਲ ਵਾਲਿਆਂ ਨੇ ਭੇਜ ਦਿੱਤਾ ਘਰ, ਪਰ ਪਿਤਾ ਦੀ ਕਰੋਨਾ ਵਾਇਰਸ ਕਰਕੇ ਹੋ ਗਈ ਮੌਤ। ਲਾਪਰਵਾਹੀ ਕਿਸ ਦੀ ਹੈ? ਕੌਣ ਜ਼ਿੰਮੇਵਾਰ ਹੈ ਇਸ ਮੌਤ ਦਾ? ਇਹਦੇ ਬਾਰੇ ਅਸੀਂ ਗੱਲ ਕਰਾਂਗੇ ਤੇ ਨਾਲ ਦੀ ਨਾਲ ਮਮਤਾ ਬੈਨਰਜੀ ਦੇ ਵਿਰੁੱਧ ਟਿੱਪਣੀ ਕਰਨ ਵਾਲੇ ਟਵੀਟ ਦੇ ਕਰਕੇ ਕੰਗਨਾ ਰਣੌਤ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਟਵਿੱਟਰ ਦੇ ਵੱਲੋਂ। ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। तो प्रोग्राम की शुरुआत में सब तो पहला जोड़ लेने जी मेरे सहयोगी मरगिंद नाची नो स्वागत है सर। सारे परिवार ਨੂੰ ਸਤਿ ਸ਼੍ਰੀ ਅਕਾਲ, आदाब, नमस्कार जी। कोई तो किश्त है जो शायद अदा नहीं है, कोई तो किश्त है जो शायद अदा नहीं है, सांस बाकी है और हवा नहीं है, नसीहतें सलाहें हिदायतें तमाम बच्चे पर है और दवा नहीं है। रक्त बिका पानी बिका आज बिक रही है हवा, कुदरत का ये तमाचा बेवजह नहीं है, हर एक शामिल है इस गुनाह में, कसूर किसी एक का नहीं है, वक्त है अभी भी ठहर जाओ, अभी सब कुछ लुटा नहीं है। क्या बात है सर। खिलवाड़ जो ਅਸੀਂ ਕਿਸੇ ਚੀਜ਼ ਨਾਲ ਕਰਦੇ ਹਾਂ ਤਾਂ ਉਸ ਦਾ ਸਾਨੂੰ ਕੋਈ ਨਾ ਕੋਈ ਨਤੀਜਾ ਵੀ ਭੁਗਤਣਾ ਪੈਂਦਾ ਆ, ਖਾਸ ਕਰਕੇ ਕੁਦਰਤ ਨਾਲ। ਇਹ ਜਿਹੜੇ ਕਰੋਨਾ ਦੀ ਗੱਲ ਹੈਗੀ ਹੈ, ਇਹ ਮੇਰੇ ਖਿਆਲ ਵੀ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਅਸੀਂ ਕਿਸੇ ਹੋਰ ਜਾਨਵਰ ਤੋਂ ਸ਼ੁਰੂ ਹੋਇਆ। ਜਦੋਂ ਅਸੀਂ ਅਸਲ ਇਹ ਉਹਦੇ ਆਪ 'ਚ ਬੜੀ ਵੱਡੀ ਡਿਬੇਟ ਹੈ ਕਿ ਇਹ ਅਸੀਂ ਮਾਸਾਹਾਰੀ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ। ਇੱਕ ਤਾਂ ਹੋ ਗਿਆ ਕਿ ਤੁਸੀਂ ਆਪਦੇ ਲਈ ਕੋਈ ਚੀਜ਼ ਪਾਲਤੂ ਪਾਲਦੇ ਹੋ, ਤੁਹਾਨੂੰ ਪਤਾ ਹੈ ਕਿ ਉਸਨੂੰ ਕਿਸ ਤਰੀਕੇ ਦੀ ਫੀਡ ਦਿੱਤੀ ਜਾ ਰਹੀ ਹੈ, ਉਹਨੂੰ ਕੋਈ ਬਿਮਾਰੀ ਤਾਂ ਨਹੀਂ ਹੈ, ਸਭ ਕੁਝ ਪਤਾ ਹੋਣ ਦੇ ਬਾਵਜੂਦ ਤੁਸੀਂ ਉਹ ਚੀਜ਼ ਕਰਦੇ ਹੋ, ਵੱਖਰੀ ਸਟੋਰੀ ਹੈ। ਤੁਸੀਂ ਕਿਸੇ ਜੰਗਲੀ ਜੀਵ ਨੂੰ ਇੱਦਾਂ ਹੀ ਰੈਂਡਮਲੀ ਚੁੱਕਦੇ ਹੋ ਤੇ ਉਸ ਚੀਜ਼ ਨੂੰ ਅੱਗੇ ਡਿਜ਼ਾਸਟਰ ਹੋਣਾ ਫਿਰ ਲਾਜ਼ਮੀ ਹੈ। ਬਿਲਕੁਲ, ਇਸੇ ਕਰਕੇ ਮੈਨੂੰ ਲੱਗਦਾ ਇਹ ਪਹਿਲਾਂ ਵੀ ਕੁਝ ਹੋਇਆ, ਅੱਗੇ ਨੂੰ ਵੀ ਹੁੰਦਾ ਰਹੇਗਾ ਜੇ ਅਸੀਂ ਨਹੀਂ ਸਮਝਾਂਗੇ। ਇਹ ਵੇਲਾ ਸੱਚੀ ਗੱਲ ਹੈ ਵੀ ਸਭ ਕੁਝ ਨਹੀਂ ਹੈ, ਸਮਝਣ ਦਾ ਵੇਲਾ ਹੈਗਾ। ਬਿਲਕੁਲ ਸਰ। ਤੇ ਖਬਰਾਂ ਦੀ ਆਪਾਂ ਸ਼ੁਰੂਆਤ ਕਰੀਏ ਅੱਜ। ਬਿਲਕੁਲ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਖਬਰ ਤੋਂ। NACI ਦੇ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਕੈਨੇਡਾ ਵਿੱਚ ਵੈਕਸੀਨ ਲਗਾਉਣ ਵਾਲਿਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ। ਬਿਆਨ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਲੋਕ ਜੇਕਰ ਵੇਟ ਕਰ ਸਕਦੇ ਨੇ, ਇੰਤਜ਼ਾਰ ਕਰ ਸਕਦੇ ਨੇ ਤਾਂ ਇੰਤਜ਼ਾਰ ਕਰ ਲੈਣ ਅਤੇ ਸਿਰਫ ਮੈਡੋਨਾ ਤੇ ਫਾਈਜ਼ਰ ਦੀ ਹੀ ਵੈਕਸੀਨ ਲਗਵਾਉਣ। ਜਿਸ ਤੋਂ ਬਾਅਦ ਜਿਨ੍ਹਾਂ ਨੇ ਬਾਕੀ ਵੈਕਸੀਨਸ ਲਗਾਈਆਂ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ। ਸਰ, ਅਜਿਹਾ ਬਿਆਨ ਇਸ ਵੇਲੇ ਆ ਰਿਹਾ ਜਦੋਂ ਆਲਰੇਡੀ ਲੋਕਾਂ ਦੇ ਮਨਾਂ 'ਚ ਡਰ ਹੈ, ਫਿਰ ਵੀ ਵੈਕਸੀਨ ਲਗਵਾਉਣ ਨੂੰ ਤੁਰੇ ਹੋਏ ਨੇ। ਸਰ, ਇਹ ਹੈਗੀ ਨੈਸ਼ਨਲ ਐਡਵਾਈਜ਼ਰੀ ਕਾਉਂਸਲ ਔਨ ਇਮੂਨਾਈਜੇਸ਼ਨ ਹੈ, ਇਹ ਬੜੀ ਮਾਇਨੇ ਰੱਖਾਉਂਦੀ ਹੈ ਜਿਹੜੀ ਫਰਮ ਹੈਗੀ ਆ ਇਹ। ਔਰ ਇਹਨਾਂ ਜਿਹੜਾ ਬੜਾ ਵੱਡਾ ਬਿਆਨ ਆਇਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਮੋਡਰਨਾ ਹੈਗੀ ਤੇ ਫਾਈਜ਼ਰ ਹੈ, ਇਹਨਾਂ ਨੇ ਬੈਟਰ ਕਹੀਆਂ ਨੇ, ਦੂਸਰੀਆਂ ਨੂੰ ਕੁਛ ਦੂਜੇ ਦਰਜੇ ਦਾ ਕਿਹਾ ਗਿਆ। ਉਸ ਤੋਂ ਬਾਅਦ ਜਦੋਂ ਟਰੂਡੋ ਸਾਹਿਬ ਦਾ ਤੇ ਸਾਡੀ ਜਿਹੜੀ ਮਿਸਿਸ ਟੈਮ ਹੈਗੀ ਆ ਚੀਫ ਮੈਡੀਕਲ ਅਫਸਰ ਨੇ ਕੈਨੇਡਾ ਦੇ, ਉਹਨਾਂ ਦਾ ਬਿਆਨ ਆ ਗਿਆ ਵੀ ਇਹ ਕੋਈ ਐਸੀ ਗੱਲ ਨਹੀਂ ਹੈ। ਜੇ ਵੈਸੇ ਜੇ ਸੋਚਿਆ ਜਾਵੇ ਤਾਂ ਆਪਾਂ ਅੱਗੇ ਵੀ ਪਰਸੈਂਟੇਜ ਦੀ ਗੱਲ ਕਰਦੇ ਹਾਂ, ਪਰਸੈਂਟੇਜ ਵਾਈਜ਼ ਜੋ ਕੁਛ ਵੀ ਐਸਟਰਾਜ਼ੈਨੇਕਾ ਦੇ ਬਾਰੇ ਆਇਆ ਕੁਛ ਇੰਨਾ ਕੁਛ ਵੀ ਨਹੀਂ ਹੈ, ਬਹੁਤ ਘੱਟ ਮਾਈਨਿਊਟ ਦੇ ਵਿੱਚ ਹੈਗਾ। ਪਰ ਜਦੋਂ ਅਜਿਹੀਆਂ ਗੱਲਾਂ ਕਹੀ ਜਾਂਦੀਆਂ ਜਿਨ੍ਹਾਂ ਨੇ ਲਵਾਏ ਆ ਉਹਨਾਂ ਦਾ ਡਰ ਲੱਗਦਾ ਨਾ ਜੀ। ਮਿਸਟਰ ਟਰੂਡੋ ਦਾ ਬਿਆਨ ਆ ਗਿਆ, ਉਹ ਕਹਿੰਦੇ ਮੈਂ ਆਪ ਲਵਾਇਆ, ਆਪਣੇ ਜਿੰਨੇ ਪੋਲੀਟੀਸ਼ੀਅਨਸ ਨੇ ਬਹੁਤਿਆਂ ਨੇ ਇਹ ਵੱਧ ਕੇ ਅੱਗੇ ਹੋ ਕੇ ਲਵਾਏ ਨੇ ਵੀ ਅਸੀਂ ਇਹ ਐਸਟਰਾਜ਼ੈਨੇਕਾ ਲਵਾਉਣਾ ਚਾਹੁੰਦੇ, ਪ੍ਰਮੋਟ ਕਰ ਰਹੇ ਨੇ। ਚੰਗੀ ਗੱਲ ਹੈ। ਇੱਕ ਗੱਲ ਜ਼ਰੂਰ ਹੈ, ਹੁਣ ਜਿਹੜੀ ਆਹ ਗੱਲ ਕਹੀ ਗਈ ਹੈ, ਤੁਸੀਂ ਚੁਆਇਸ ਵਾਲੀ ਗੱਲ ਤੇ ਆ ਜਾਂਦੇ ਹੋ। ਜਦੋਂ ਅੱਗ ਲੱਗੀ ਹੋਈ ਹੈ ਤਾਂ ਤੁਸੀਂ ਇਹ ਨਹੀਂ ਦੇਖਣਾ ਕਿ ਇਹ ਪਾਣੀ ਗੰਦਾ, ਇਹ ਪਾਣੀ ਫਿਲਟਰ ਵਾਲਾ, ਇਹ ਪਾਣੀ ਸਾਫ਼ ਹੈ, ਇਹ ਨਾਲੇ ਦਾ, ਇਹ ਚੜੇ ਦਾ, ਇਹ ਕਿੱਥੋਂ ਦਾ ਪਾਣੀ ਹੈਗਾ। ਤੁਸੀਂ ਅੱਗ ਬੁਝਾਉਣ ਵਾਸਤੇ ਪਾਣੀ ਵਰਤਣਾ। ਉਹ ਜਦੋਂ ਅੱਗ ਲੱਗੀ ਹੋਈ ਹੈ, ਜਿਹੜੀ ਸਾਡੀਆਂ ਸਰਕਾਰਾਂ ਕਹਿ ਰਹੀਆਂ ਨੇ ਜਿਹੜਾ ਵੀ ਅਵੇਲੇਬਲ ਹੈਗਾ ਵੈਕਸੀਨ ਉਹ ਲਵਾਓ। ਇਟ ਵਰਕਸ ਰਿਗਾਰਡਲੈਸ
ਹਾਂ ਪਰਸੈਂਟੇਜ ਹੈਗੀ ਹੈ ਘੱਟ, ਕਿਸੇ ਦੀ ਘੱਟ ਹੋਗੀ ਕਿਸੇ ਦੀ ਵੱਧ ਹੋਗੀ, ਮੰਨ ਲੈਂਦੇ ਆ ਇਹ। ਜਦੋਂ ਹਰਡ ਇਮਿਊਨਿਟੀ ਹੋ ਜਾਂਦੀ ਹੈ ਹਰੇਕ ਦੇ ਹੀ, ਜੇ ਉਹ ਦਵਾਈ ਲੱਗੀ ਹੋਈ ਹੈਗੀ ਆ ਤਾਂ ਚਾਂਸਸ ਹੈ ਕਿ ਉਹ ਕਿ ਨਹੀਂ ਵਧੇਗਾ। ਔਰ ਤਰਨ ਇਹ ਕੱਲ ਦੀ ਆਪਣੀ ਨਿਊਜ਼ ਸੀਗੀ, ਆਪਣੇ ਰਹਿ ਗਈ ਸੀਗੀ ਕਿ ਜਿੱਥੇ ਜਿੱਥੇ ਵੀ ਵੈਕਸੀਨ ਲੱਗੀ ਜਾ ਰਿਹਾ ਹੈਗਾ ਉਸ ਜਗ੍ਹਾ ਦੇ ਉੱਤੇ ਜਿਹੜਾ ਨੰਬਰਸ ਆ ਘਟ ਰਹੇ ਨੇ, ਇਹ ਅੱਗੇ ਵੱਧ ਨਹੀਂ ਰਿਹਾ ਹੈਗਾ। ਸੋ ਰਿਗਾਰਡਲੈਸ ਆਫ ਕਿਹੜਾ ਤੁਸੀਂ ਵੈਕਸੀਨ ਲਿਆ, ਐਸਟਰਾਜ਼ੇਨੇਕਾ ਲਿਆ, ਫਾਈਜ਼ਰ ਲਿਆ, ਮੋਡਰਨਾ ਲਿਆ, ਕੋਈ ਵੀ ਲਿਆ, ਤੁਸੀਂ ਉਹਦੇ ਨਾਲ ਜਿਹੜੇ ਕੇਸਿਸ ਆ ਅੱਗੇ ਨਾਲੋਂ ਘਟਣ ਲੱਗੇ ਹੋਏ ਨੇ, ਉਸ ਜਗ੍ਹਾ ਦੇ ਉੱਤੇ ਕੰਟੇਨ ਹੋ ਜਾਂਦਾ। ਆਪਾਂ ਅੱਗੇ ਜਾ ਕੇ ਨੰਬਰਾਂ ਦੀ ਗੱਲ ਵੀ ਕਰਾਂਗੇ। ਸੋ ਅੱਜ ਫਿਰ ਸਰਕਾਰ ਨੇ ਖਾਸ ਕਰਕੇ ਮਿਸਟਰ ਟੂਡੋ ਨੇ ਤੇ ਜਿਹੜੀ ਸਾਡੀ ਚੀਫ ਮੈਡੀਕਲ ਅਫਸਰ ਆ ਮਿਸਟਰ ਸਟੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਗੱਲ ਤੋਂ ਤੁਹਾਨੂੰ ਜੱਕਣ ਦੀ ਲੋੜ ਨਹੀਂ ਹੈਗੀ, ਜਿਹੜਾ ਫਸਟ ਅਵੇਲੇਬਲ ਹੈਗਾ ਵੈਕਸੀਨ ਤੁਹਾਨੂੰ ਉਹ ਲਵਾ ਲੈਣਾ ਚਾਹੀਦਾ। ਔਰ ਜਿਹੜੇ ਪਰਸੈਂਟੇਜ ਹੈਗੀ ਆ 7 ਕੇਸਿਸ ਨੇ, 2 ਮਿਲੀਅਨ ਤੋਂ ਉੱਪਰ ਹੋਏ ਮੇਰੇ ਖਿਆਲ ਲੱਗ ਚੁੱਕਿਆ ਅਸੀਂ ਕੈਨੇਡਾ ਦੇ ਵਿੱਚ 7 ਕੇਸਿਸ ਆਏ ਨੇ ਜਿਸ ਚੋਂ 1 ਡੈਥ ਹੈਗੀ ਆ। ਔਰ ਕੁਝ ਵੀ ਨਹੀਂ ਹੈ ਜੇ ਸੋਚਿਆ ਜਾਏ, ਉਹ ਕਿਸੇ ਹੋਰ ਕਾਰਨ ਕਰਕੇ ਵੀ ਇਸੇ ਕਾਰਨ ਕਰਕੇ ਵੀ ਹੈਗੀ ਆ। ਪਰ ਫਿਰ ਵੀ ਜੇ ਤੁਸੀਂ ਦੇਖੋ ਤੁਸੀਂ ਬਚਾ ਕਿੰਨਾ ਜੀ, ਨੁਕਸਾਨ ਹੋਣ ਦੇ ਕਿੰਨੇ ਚਾਂਸਸ ਹੈ, ਜ਼ਿਆਦਾ ਚਾਂਸਸ ਹੈਗਾ ਕਿ ਤੁਹਾਡਾ ਬਚਾਅ ਹੋਏਗਾ। ਸੋ ਮੇਰਾ ਖਿਆਲ ਹੈ ਜਿਹੜਾ ਵੀ ਤੁਹਾਨੂੰ ਪਹਿਲੀ ਅਵੇਲੇਬਲ ਹੈਗਾ ਜੀ ਤੁਹਾਨੂੰ ਉਹ ਵੈਕਸੀਨ ਲਵਾ ਲੈਣਾ ਚਾਹੀਦਾ। ਸਰ ਵੈਕਸੀਨ ਦੀ ਗੱਲ ਕਰ ਰਹੇ ਹੋ ਉੱਥੇ ਹੀ, ਕਿਉਂਕਿ ਤੁਸੀਂ ਕਿਹਾ ਕਿ ਜਿਹੜੀਆਂ ਥਾਵਾਂ ਦੇ ਉੱਤੇ ਵੈਕਸੀਨ ਲੱਗ ਰਹੀ ਆ ਉੱਥੇ ਕੇਸਿਸ ਵੀ ਘੱਟ ਨਜ਼ਰ ਆ ਰਹੇ ਨੇ। ਓਨਟਾਰੀਓ ਦੀ ਐਗਜ਼ਾਮਪਲ ਲੈ ਰਹੇ ਹਾਂ ਇਸ ਵਕਤ, ਭਾਵੇਂ ਆਪਾਂ ਕਹਿ ਰਹੇ ਹਾਂ ਕਿ ਓਨਟਾਰੀਓ ਵਿੱਚ ਮਾਮਲੇ ਹਜੇ ਬਹੁਤ ਜ਼ਿਆਦਾ ਵੱਧ ਰਹੇ ਨੇ, ਪਰ ਇਹ ਪਿਛਲੇ 1 ਮਹੀਨੇ ਵਿੱਚ ਪਹਿਲੀ ਵਾਰ ਆ ਕਿ ਓਨਟਾਰੀਓ ਵਿੱਚ 3000 ਤੋਂ ਘੱਟ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਸੋ ਕਿਤੇ ਨਾ ਕਿਤੇ ਅਸੀਂ ਵੈਕਸੀਨ ਨੂੰ ਵੀ ਇੱਥੇ ਕ੍ਰੈਡਿਟ ਦੇ ਸਕਦੇ ਹਾਂ। ਦੂਜੇ ਪਾਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਰ ਲੋਕਾਂ ਵਿੱਚ ਜਦੋਂ ਦਾ ਪਤਾ ਲੱਗਿਆ ਕਿ 18+ ਵਾਲਿਆਂ ਨੂੰ ਵੈਕਸੀਨ ਮਿਲ ਸਕਦੀ ਆ, ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੰਨਾ ਕੁ ਜ਼ਿਆਦਾ ਬਿਜ਼ੀ ਹੋ ਚੁੱਕਿਆ, ਅਲੱਗ-ਅਲੱਗ ਸਪੌਟਸ ਦੇ ਉੱਤੇ ਜਾ ਕੇ ਲੋਕੀ ਕੋਸ਼ਿਸ਼ ਕਰ ਰਹੇ ਨੇ ਕਿ ਆਪਦੀ ਵੈਕਸੀਨੇਸ਼ਨ ਜਿਹੜੀ ਆ ਬੁੱਕ ਕਰਵਾਈ ਜਾਵੇ। ਸੋ ਬਹੁਤ ਜ਼ਿਆਦਾ ਇਸ ਵਕਤ ਸਿਸਟਮ ਜਿਹੜਾ ਉਹ ਵੀ ਸਲੋ ਹੋ ਚੁੱਕਿਆ, ਲੋਕਾਂ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੈ ਕਿ ਅਸੀਂ ਵੈਕਸੀਨ ਲਗਵਾਉਣੀ ਹੈ। ਸੋ ਇਹ ਕਿਤੇ ਪਰ ਜਦੋਂ ਇਹ ਜਿਹੇ ਬਿਆਨ ਆਉਂਦੇ ਆ ਨੈਸ਼ਨਲ ਐਡਵਾਈਜ਼ਰੀ ਦੇ ਵੱਲੋਂ ਤਾਂ ਥੋੜਾ ਜਿਹਾ ਲੋਕਾਂ ਵਿੱਚ ਵਹਿਮ ਜ਼ਰੂਰ ਪੈਦਾ ਕਰਦੇ ਆ। ਇਹ ਜ਼ਰੂਰ ਇਹ ਬੜਾ ਵੱਡਾ ਝਟਕਾ ਪਿਆ ਅੱਜ ਸਵੇਰ ਦੀਆਂ ਸਾਰੀਆਂ ਸਭ ਦੇ ਉੱਤੇ ਇਹ ਮੇਨ ਖਬਰ ਚੱਲ ਇਹੀ ਰਹੀ ਹੈ। ਔਰ ਇਹਦਾ ਝਟਕਾ ਪੈਣਾ ਨਾ ਜ਼ਰੂਰੀ ਹੈ। ਔਰ ਇਸੇ ਕਰਕੇ ਇਹਨੂੰ ਕਾਊਂਟਰ ਕਰਨ ਵਾਸਤੇ ਸਾਡੇ ਪ੍ਰਾਈਮ ਮਿਨਿਸਟਰ ਆਏ ਨੇ, ਉਹ ਚੰਗੀ ਗੱਲ ਕੀਤੀ ਹੈ। ਸਾਨੂੰ ਬਾਕੀ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਵੀ ਜ਼ਰੂਰ ਆਉਣਾ ਚਾਹੀਦਾ ਜਿਨ੍ਹਾਂ ਨੇ ਲਵਾਏ ਨੇ ਕਿ ਨਹੀਂ ਇਹਨੂੰ ਕੁਝ ਨਹੀਂ ਹੋਇਆ ਹੈ, ਸਾਨੂੰ ਇਹ ਲਵਾ ਲੈਣਾ ਚਾਹੀਦਾ। ਅੱਜ ਦੇ 2791 ਕੇਸ ਹੈ ਜੀ, 4800 ਤੋਂ ਮੁੜਦੇ ਅਸੀਂ 2791 ਤੇ ਆ ਗਏ ਹਾਂ। ਔਰ ਇਸੇ ਕਾਰਨ ਇੱਕ ਤਾਂ ਜਿਹੜੀ ਸਖਤੀ ਕੀਤੀ ਹੈ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਨੇ, ਮੈਂ ਅੰਟਾਰੀਓ ਦੀ ਗੱਲ ਕਰ ਰਿਹਾ ਜੀ, ਜਿਹੜੇ ਕੇਸਿਸ ਨੇ ਜਿਹੜੀ ਸਾਡੀ ਸਰਕਾਰ ਨੇ ਸਖਤੀ ਕੀਤੀ ਹੈ, ਮੇਰੇ ਖਿਆਲ ਉਸ ਦਾ ਅਸਰ ਹੋਣ ਲੱਗ ਪਿਆ। ਔਨ ਟਾਪ ਆਫ ਦੈਟ ਜਿਹੜੀ ਵੈਕਸੀਨ ਜਿਵੇਂ ਜਿਵੇਂ ਲੱਗੀ ਜਾਂਦੇ 40% ਤੋਂ ਉੱਪਰ ਅੰਟਾਰੀਓ ਦੇ ਵਿੱਚ ਲੱਗ ਚੁੱਕਿਆ ਜੀ, ਵੈਕਸੀਨ ਫਸਟ ਡੋਜ਼ ਲੱਗ ਚੁੱਕੀ ਹੈ, ਉਹਦੇ ਕਰਕੇ ਵੀ ਫਰਕ ਪੈ ਰਿਹਾ। ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੰਬਰ ਤਕਰੀਬਨ ਹਰ ਰੋਜ਼ ਘਟਣਾ ਚਾਹੀਦਾ। ਈਵਨ ਜਿਹੜੇ ICU ਦੇ ਵਿੱਚ ਹੈ, ਜਿੰਨੇ ਪਰਸੈਂਟੇਜ ਅੱਗੇ ਜਾ ਰਹੇ ਸੀ ਲੋਕ ICU ਦੇ ਵਿੱਚ ਜਾ ਰਹੇ ਸਨ, ਹੁਣ ਉਹਨੇ ਨਹੀਂ ਜਾ ਰਹੇ ਹੈਗੇ ਆ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਇੱਕ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ, ਅਸੀਂ ਬਿਸਟ ਬੋਲਦੇ ਹਾਂ ਜੀ। ਹਾਂਜੀ, ਸਾਡਾ ਇਹ ਸਵਾਲ ਵੀ ਐਸਟਰਾਜ਼ੇਨੇਕਾ ਪਹਿਲੀ ਡੋਜ਼ ਸਾਡੇ ਲੱਗ ਚੁੱਕੀ ਆ, ਬਾਹਰ ਜ਼ਿਆਦਾ ਹੋ ਗਿਆ ਤੇ ਸੈਕੰਡ ਡੋਜ਼ ਕਿਉਂ ਨਹੀਂ ਲੱਗ ਰਹੀ? ਦੇਖੋ ਜਿਹੜੀਆਂ ਪਹਿਲੀਆਂ ਸੀਗੀਆਂ ਵੀ ਕਿੰਨੀ ਦੇਰ ਦੇ ਵਿੱਚ ਰੱਖਣੀ ਚਾਹੀਦੀ ਹੈ, ਅਬਾਊਟ 3 ਵੀਕਸ, ਬਹੁਤੀਆਂ ਨੇ ਕਿਹਾ ਸੀ ਕਿ 3 ਵੀਕਸ ਦੇ ਵਿੱਚ ਰੱਖਣੀ ਚਾਹੀਦੀ, ਪਰ ਜਿਹੜੀ ਸਾਡੀ ਸਰਕਾਰ ਹੈਗੀ ਹੈ, ਸਾਡੇ ਜਿਹੜੇ ਮੈਡੀਕਲ ਐਕਸਪਰਟਸ ਹੈਗੇ ਉਹਨਾਂ ਨੇ ਕਿਹਾ ਅਪ ਟੂ 4 ਮੰਥਸ ਜਾਇਆ ਜਾ ਸਕਦਾ। ਹੁਣ ਕੋਸ਼ਿਸ਼ ਇਹ ਹੈ ਕਿ ਸਾਰਿਆਂ ਨੂੰ ਪਹਿਲਾਂ ਪਹਿਲੀ ਡੋਜ਼ ਲਾਈ ਜਾਵੇ। ਜਦੋਂ ਪਹਿਲੀ ਡੋਜ਼ ਲੱਗ ਗਈ ਉਸ ਤੋਂ ਮਗਰੋਂ ਤੁਹਾਡੀ ਵਾਰੀ ਮੋਸਟਲੀ 4 ਮਹੀਨੇ ਦੀ ਉਹਨਾਂ ਨੇ ਕੀਤੀ ਹੋਈ ਹੈ। ਪਰ ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਗਰੰਟੀ ਕਰਦਾ ਜੀ, ਮੈਂ 99% ਸ਼ੋਰ ਹਾਂ ਕਿ ਜਿਹੜੀ ਡੇਟ ਉਹਨਾਂ ਨੇ ਤੁਹਾਨੂੰ ਦਿੱਤੀ ਹੈ, ਤੁਹਾਡੀ ਜਿਹੜੀ ਸੈਕੰਡ ਡੋਜ਼ ਆ ਉਦੋਂ ਕਿਤੇ ਪਹਿਲਾਂ ਵਾਰੀ ਆ ਜਾਣੀ ਹੈ। ਕਿਉਂਕਿ ਵੈਕਸੀਨ ਕੈਨੇਡਾ ਦੇ ਵਿੱਚ ਜਿਹੜੇ ਮੈਂ ਨੰਬਰ ਦੇਖ ਰਿਹਾ ਬਹੁਤ ਵੈਕਸੀਨ ਆ ਰਿਹਾ, ਔਰ ਉਹ ਤੁਹਾਨੂੰ 4 ਮਹੀਨੇ ਦੀ ਥਾਂ ਤੇ ਹੋ ਸਕਦਾ ਤੁਹਾਨੂੰ 3 ਮਹੀਨੇ ਜਾਂ ਮੇਬੀ ਉਦੋਂ ਵੀ ਘੱਟ ਸ਼ਾਇਦ ਤੁਹਾਨੂੰ ਵੇਟ ਕਰਨੀ ਪਵੇ। ਕਿਉਂਕਿ ਕੋਸ਼ਿਸ਼ ਸਰਕਾਰ ਦੀ ਹੈ ਕਿ ਪਹਿਲਾਂ ਸਾਰਿਆਂ ਨੂੰ ਇੱਕ ਡੋਜ਼ ਤਾਂ ਜ਼ਰੂਰ ਦੇ ਦਿੱਤੀ ਜਾਵੇ ਜਿਹਨਾਂ ਹਰਡ ਇਮਿਊਨਿਟੀ ਬਣੇ। 65% ਤੁਸੀਂ ਕਾਈਂਡ ਆਫ ਇਹ ਕਹਿੰਦੇ ਸੇਫ ਹੋ ਜਾਂਦੇ ਹੋ ਜਦੋਂ ਤੁਹਾਡੇ ਇੱਕ ਫਸਟ ਡੋਜ਼ ਲੱਗ ਜਾਂਦੀ ਹੈ। ਸੋ ਇਹੀ ਕੁਛ, ਅਦਰਵਾਈਜ਼ ਡਿਲੇ ਕੋਈ ਨਹੀਂ ਹੈ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ। ਸਰ 3000 ਤੋਂ ਘੱਟ ਕੇਸਿਸ ਸਾਹਮਣੇ ਆਏ ਨੇ, ਸੋ ਕੀ ਕਹਿਣਾ ਚਾਹੋਗੇ? ਇਹ ਰੁਝਾਨ ਹੈ, ਇਹ ਸਹੀ ਰੁਝਾਨ ਹੈ, ਇਹੀ ਸਰਕਾਰਾਂ ਚਾਹੁੰਦੀਆਂ ਨੇ। ਨਹੀਂ ਤਾਂ ਸਰਕਾਰਾਂ ਨੂੰ ਫਿਕਰ ਪਿਆ ਹੈ, ਫੋਰਡ ਸਾਹਿਬ ਨੂੰ ਸਮਝ ਨਹੀਂ ਸੀ ਆਉਂਦੀ ਕੀਤਾ ਕੀ ਜਾਵੇ। ਰਿਗਾਰਡਲੈਸ ਜੇ ਫੋਰਡ ਸਾਹਿਬ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਇਵੇਂ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈਗੀ। ਇਹ ਚੰਗੀ ਗੱਲ ਹੈਗੀ ਹੈ ਜਿਹੜੀ ਕਿ ਨੰਬਰ ਮੁੜਨ ਲੱਗੇ ਨੇ, ਬਾਕੀਆਂ ਨੂੰ ਵੀ ਹੌਸਲਾ ਹੋਇਆ। ਔਰ ਹੋਪਫੁਲੀ ਹਲੇ ਕਾਹਲੀ ਨਾ ਕਰਿਓ ਜੀ, ਖੁੱਲਣ ਦੀ ਗੱਲ ਨਾ ਕਰੋ ਪਲੀਜ਼। ਅਜੇ ਘਰਾਂ 'ਚ ਜਿਵੇਂ ਬੈਠੇ ਹੋ ਤੇ ਕੇਸਿਸ ਘੱਟ ਰਹਿਣ ਦਿਓ।
500 ਤੋਂ ਥੱਲੇ ਆ ਕੇ ਕੇਸ ਤਾਂ ਮਾੜਾ ਮੋਟਾ ਅਸੀਂ ਸੇਫ ਨੇ, ਅਦਰਵਾਈਜ਼ ਉਹਨੇ ਤੱਕ ਮੇਰੀ ਸਭ ਨੂੰ ਅਪੀਲ ਹੈ ਜੀ, ਪਲੀਜ਼ ਜੋ ਸਰਕਾਰ ਕਹਿੰਦੀ ਹੈ ਸਾਨੂੰ ਫੋਲੋ ਕਰਨਾ ਚਾਹੀਦਾ ਜੀ। ਜੀ ਬਿਲਕੁਲ। ਤੇ ਇਸ ਵਕਤ ਸਰ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਜ਼ਰੂਰ ਕਰਤੀ ਹੈ ਬ੍ਰੇਕਿੰਗ ਨਿਊਜ਼, ਤੇ ਤੁਹਾਨੂੰ ਦੱਸ ਦਈਏ ਕਿ ਐਡਮਿੰਟਨ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। 31 ਸਾਲ ਦੇ ਪੰਜਾਬੀ ਨੌਜਵਾਨ ਦੀ ਉੱਥੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਤੁਸੀਂ ਤਸਵੀਰ ਇਸ ਨੌਜਵਾਨ ਦੀ ਦੇਖ ਸਕਦੇ ਹੋ। ਸਾਹਿਲ ਕਪੂਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਰਹਿਣ ਵਾਲਾ ਸੀ। 4 ਸਾਲ ਪਹਿਲਾਂ ਇਹ ਐਡਮਿੰਟਨ ਦੇ ਵਿੱਚ ਆਇਆ ਸੀ ਕੈਨੇਡਾ ਵਿੱਚ ਪੱਕੇ ਤੌਰ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਇਸ ਦੀ ਉਮਰ ਸਿਰਫ 31 ਸਾਲ ਹੈ। ਸੋ ਪਿੱਛੇ ਆਪਣੇ ਜੀ ਇਹ ਆਪਣੀ ਇੱਕ ਪਤਨੀ ਨੂੰ ਛੱਡ ਗਿਆ, ਜਿਨ੍ਹਾਂ ਦੇ 6 ਮਹੀਨੇ ਦੀ ਉਹ ਗਰਭਵਤੀ ਨੇ। ਅਜੇ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣਾ ਨਵਾਂ ਘਰ ਲਿਆ ਸੀ ਤੇ ਘਰ ਤੋਂ ਬਾਅਦ ਹੁਣ ਬੱਚੇ ਦੀ ਜਿਹੜੀ ਆ ਉਹਦੇ ਆਗਮਨ ਦੀ ਤਿਆਰੀ ਕਰ ਰਹੇ ਸੀ। ਕਾਫੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਕਿ ਇਹ ਕੈਮਰੋਸ ਤੇ ਵਾਪਸ ਆ ਰਹੇ ਸੀ ਕੈਮਰੋਸ ਤੋਂ ਬਾਈਕ ਦੇ ਉੱਤੇ ਕਿ ਇਹਨਾਂ ਦੀ ਅਚਾਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਈਵੇ ਤੇ ਜਦੋਂ ਇਹਨਾਂ ਦੇ ਸਾਈਡ ਤੇ ਲਗਾਇਆ ਹੋਇਆ ਸੀ ਬਾਈਕ, ਤਾਂ ਉਸ ਦੌਰਾਨ ਕਿਹਾ ਜਾ ਰਿਹਾ ਕਿ ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਚੀਜ਼ ਦੇ ਵਿੱਚ ਇਹਨਾਂ ਦੀ ਜਿਹੜੀ ਬਾਈਕ ਵੱਜੀ ਹੈ। ਮੌਕੇ ਦੇ ਉੱਤੇ ਕਾਫੀ ਜ਼ਿਆਦਾ ਬਲੀਡਿੰਗ ਹੋਈ ਸੀ। ਤਾਂ ਸਾਹਿਲ ਇਹਨਾਂ ਦਾ ਨਾਮ ਹੈ ਜੀ, ਸਾਹਿਲ ਕਪੂਰ। ਸੋ ਜਦੋਂ ਇਹਨਾਂ ਨੂੰ ਪੁਲਿਸ ਆ ਕੇ ਐਂਬੂਲੈਂਸ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕਾਫੀ ਜ਼ਿਆਦਾ ਬਲੀਡਿੰਗ ਦੇਖਦੇ ਹੋਏ ਉਹਨਾਂ ਨੂੰ 에ਅਰਲਿਫਟ ਕੀਤਾ ਗਿਆ ਤੇ ਹਸਪੀਟਲ ਪਹੁੰਚਾਇਆ ਗਿਆ, ਪਰ ਉੱਥੇ ਬਚਾਇਆ ਨਹੀਂ ਜਾ ਸਕਿਆ। ਸੋ ਇਸ ਵਕਤ ਇਹ ਮੰਦਭਾਗੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ। ਸਰ ਕੀ ਕਹਿਣਾ ਚਾਹੋਗੇ ਤੁਸੀਂ? ਤਰਨ, ਜਿਵੇਂ ਜਿਵੇਂ ਸਾਡੀ ਕਮਿਊਨਿਟੀ ਵਧ ਰਹੀ ਹੈ, ਨੈਚੁਰਲੀ ਹੈ, ਅਸੀਂ ਤਰੱਕੀਆਂ ਵੀ ਕਰ ਰਹੇ ਹਾਂ ਤੇ ਮੰਦਭਾਗੀਆਂ ਖਬਰਾਂ ਵੀ ਆਉਣਗੀਆਂ। ਦਿਸ ਇਜ਼ ਪਰ ਜਿਹੜੇ ਪਰਿਵਾਰ ਦਾ ਇਹ ਮੈਂਬਰ ਚਲਿਆ ਗਿਆ, ਸਾਨੂੰ ਉਹਨਾਂ ਨਾਲ ਹਮਦਰਦੀ ਹੈ ਜੀ। ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਹੋਵੇ, ਪਰ ਇੰਨੀ ਯੰਗ ਉਮਰ ਦੇ ਵਿੱਚ ਜਾਣਾ, ਪਿੱਛੇ ਪਰਿਵਾਰ, ਇਹਨਾਂ ਦੀ ਵਾਈਫ, ਜਿਵੇਂ ਆਪਾਂ ਨੂੰ ਹੁਣੇ ਪਤਾ ਲੱਗਿਆ ਕਿ ਉਹ ਵੀ ਪ੍ਰੈਗਨੈਂਟ ਹੈ, ਬੜਾ ਮੁਸ਼ਕਿਲ ਹੈ। ਇਸ ਸਟੇਜ ਦੇ ਉੱਤੇ ਜਾ ਕੇ ਸਟ੍ਰੈਸ ਹੀ ਇੰਨਾ ਹੋ ਜਾਂਦਾ ਹੈ। ਇਮੈਜਿਨ ਕਰੋ ਆਉਣ ਵਾਲੇ ਬੱਚੇ ਤੇ ਕਿੰਨਾ ਸਟ੍ਰੈਸ ਹੋਏਗਾ, ਔਰ ਪਰਿਵਾਰ ਨੂੰ ਸਮਝ ਨਹੀਂ ਲੱਗਦੀ ਕਿ ਹੁਣ ਕੀਤਾ ਕੀ ਜਾਵੇ। ਅਸੀਂ ਕਈ ਵਾਰੀ ਅਣਗਹਿਲੀਆਂ ਹੋ ਜਾਂਦੀਆਂ ਨੇ, ਕਈ ਵਾਰੀ ਸਾਡੀ ਅਣਗਹਿਲੀ ਨਹੀਂ ਹੁੰਦੀ, ਕਿਸੇ ਹੋਰ ਦੀ ਅਣਗਹਿਲੀ ਹੁੰਦੀ ਹੈ, ਐਕਸੀਡੈਂਟਸ ਹੋ ਜਾਂਦੇ ਨੇ। ਜੋ ਹੁਣ ਤੱਕ ਜਾਣਕਾਰੀ ਮਿਲੀ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰ ਦਈਏ। ਦੱਸਿਆ ਜਾ ਰਿਹਾ ਕਿ ਜਦੋਂ ਵਾਪਸ ਆ ਰਹੇ ਸੀ ਇਹਨਾਂ ਦੇ ਨਾਲ ਹੋਰ ਇੱਕ ਬਾਈਕ ਦੇ ਉੱਤੇ ਉਹਦੇ 2 ਦੋਸਤ ਸਵਾਰ ਸੀ। ਸੋ ਉੱਥੇ ਸਾਈਡ ਤੇ ਅੱਗ ਲੱਗੀ ਹੋਈ ਸੀ ਤਾਂ ਸਮੋਕ ਬਹੁਤ ਜ਼ਿਆਦਾ ਸੀ, ਧੂਆਂ ਕਾਫੀ ਹੋ ਰਿਹਾ ਸੀ। ਜਦੋਂ ਇਹਨੇ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਦੋਸਤ ਦਿਖਾਈ ਨਹੀਂ ਦੇ ਰਹੇ, ਜਦੋਂ ਵਾਪਸ ਪਿੱਛੇ ਇਹਨੇ ਆਪਣੀ ਬਾਈਕ ਜਿਹੜੀ ਆ ਸਾਈਡ ਤੇ ਲਗਾਈ, ਹਾਈਵੇ ਦੇ ਸਾਈਡ ਤੇ ਲਗਾ ਦਿੱਤੀ ਤੇ ਆਪਣੇ ਦੋਸਤਾਂ ਨੂੰ ਪੈਦਲ ਹੀ ਦੇਖਣ ਲਈ ਗਿਆ ਤਾਂ ਇਹਦੇ ਦੋਸਤ ਸਾਈਡ ਤੇ ਗਿਰੇ ਪਏ ਸੀ। ਸੋ ਉਹਨਾਂ ਨੂੰ ਚੁੱਕ ਕੇ, ਇੰਨੀ ਕੁ ਜ਼ਿਆਦਾ ਸਮੋਕ ਸੀ ਕਿ ਉਹਨਾਂ ਨੂੰ ਚੁੱਕ ਕੇ ਸਾਈਡ ਤੇ ਲਗਾ ਰਿਹਾ ਸੀ ਤਾਂ ਕਿ ਰੋਡ ਦੇ ਉੱਤੇ ਕੋਈ ਉਹਨਾਂ ਨੂੰ ਕੁਚਲ ਨਾ ਦੇਵੇ, ਤਾਂ ਕਿ ਸੇਫ ਰਹਿਣ। ਸੋ ਚੁੱਕ ਕੇ ਜਿਵੇਂ ਸਾਈਡ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਹਿੰਨੇ ਨੂੰ ਬਹੁਤ ਛੇਤੀ ਇੱਕ ਪਿਕਅਪ ਟਰੱਕ ਆ ਰਿਹਾ ਸੀ ਬਹੁਤ ਤੇਜ਼ ਰਫ਼ਤਾਰ 'ਚ, ਉਹਨੇ ਟੱਕਰ ਮਾਰ ਦਿੱਤੀ। ਜਦੋਂ ਅਸੀਂ ਅਜਿਹੀਆਂ ਗੱਲਾਂ ਕਰਦੇ ਨੇ, ਕਿਉਂਕਿ ਹੁਣ ਅਸੀਂ ਪਹਿਲਾਂ ਡਿਸਕਸ ਨਹੀਂ ਕਰ ਸਕਦੇ, ਸਾਡੀ ਖਬਰ ਹੁਣੇ ਵਿੱਚ ਆਈ ਹੈ, ਜਿਹੜੀਆਂ ਅਜਿਹੀਆਂ ਗੱਲਾਂ ਨੇ, ਜਿਹੜੀ ਰੋਡ ਸੇਫਟੀ ਹੈ, ਮੈਂ ਉਹ ਨਹੀਂ ਕਹਿੰਦਾ ਵੀ ਇਹਨਾਂ ਦਾ ਫਾਲਟ ਹੋਏਗਾ ਜਾਂ ਕਿਸੇ ਹੋਰ ਦਾ ਫਾਲਟ ਹੋਏਗਾ, ਫਾਲਟ ਤਾਂ ਬਾਅਦ 'ਚ ਆਪਣੇ ਇਹ ਇਨਸਾਨ ਇਸ ਦੁਨੀਆ ਤੋਂ ਚਲਿਆ ਗਿਆ। ਸਾਨੂੰ ਜਿਹੜੀ ਰੋਡ ਸੇਫਟੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਦਾ ਬਹੁਤ ਖਿਆਲ ਰੱਖਣਾ ਚਾਹੀਦਾ। ਅਸੀਂ ਜਦੋਂ ਐਕਸਾਈਟਮੈਂਟ 'ਚ ਕਰਦੇ ਹਾਂ, ਕਈ ਵਾਰੀ ਅਸੀਂ ਸੋਚਦੇ ਨਹੀਂ ਹਾਂ, ਕਈ ਵਾਰੀ ਅਸੀਂ ਕਾਰ 'ਚੋਂ ਵੀ ਨਿਕਲਦੇ ਹਾਂ ਨਾ, ਡੋਰ ਖੋਲਦੇ ਹਾਂ, ਖੋਲਣ ਵੇਲੇ ਨਹੀਂ ਦੇਖਦੇ, ਉਦੋਂ ਕਈ ਵਾਰੀ ਸ਼ਹਿਰ ਦੀ ਗੱਲ ਕਰਦਾ, ਕੋਈ ਬੰਦਾ ਬਾਈਕ ਤੇ ਆਉਂਦਾ ਹੁੰਦਾ, ਕੋਈ ਹੋਰ ਤੁਰਿਆ ਆਉਂਦਾ ਹੁੰਦਾ, ਉਹਦੇ ਵਜੋਂ ਨਹੀਂ ਅਸੀਂ ਸਮਟਾਈਮਸ ਰੋਡ ਸੇਫਟੀ ਹੈ ਜਿਹੜੀ, ਸਾਨੂੰ ਆਲਵੇਜ਼ ਖਿਆਲ ਰੱਖਣਾ ਚਾਹੀਦਾ ਵੀ ਠੀਕ ਹੈ, ਇੱਕ ਤਾਂ ਨੁਕਸਾਨ ਹੋਇਆ ਹੈ, ਬੰਦਾ ਡਿੱਗਿਆ ਹੈ, ਤੁਹਾਡਾ ਦੋਸਤ ਮਿੱਤਰ ਹੈ, ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ, ਪਰ ਜੇ ਤੁਸੀਂ ਥੋੜ੍ਹਾ ਬਹੁਤਾ ਖਿਆਲ ਕਰ ਜਾਂਦੇ ਹੋ ਤਾਂ ਹੋ ਸਕਦਾ ਤੁਹਾਡਾ ਦੋਸਤ ਮਿੱਤਰ ਵੀ ਬਚ ਜਾਂਦਾ ਤੇ ਤੁਹਾਨੂੰ ਵੀ ਨੁਕਸਾਨ ਕੋਈ ਨਹੀਂ ਹੁੰਦਾ। ਮੇਬੀ ਸ਼ਾਇਦ ਸਮੋਕ ਨਹੀਂ ਸੀ ਉੱਥੇ, ਆਲੇ ਦੁਆਲੇ ਕਿਤੇ ਅੱਗ ਲੱਗੀ ਹੋਣੀ ਆ, ਧੂਏ ਦੇ ਕਰਕੇ ਨਾ ਤਾਂ ਪਿਕਅਪ ਟਰੱਕ ਵਾਲਿਆਂ ਨੂੰ ਉਹ ਦਿਖ ਪਾਇਆ, ਤੇ ਦੂਜੀ ਗੱਲ ਇਹ ਹੈਗੀ ਕਿ ਉਹਨੂੰ ਵੀ ਇਹੀ ਸੀ ਕਿ ਕਿਤੇ ਕੋਈ ਉੱਪਰੋਂ ਦੀ ਲੰਘ ਨਾ ਜਾਵੇ। ਦੋਸਤਾਂ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਚਲੀ ਗਈ ਤੇ ਪਿੱਛੇ ਵਾਈਫ ਪ੍ਰੈਗਨੈਂਟ ਹੈ 6 ਮੰਥ, ਬੱਚੇ ਦੀ ਕਿੱਥੇ ਖੁਸ਼ੀ ਬਣਾਉਣੀ ਸੀ। ਦਿਸ ਇਜ਼ ਅ ਵੈਰੀ ਸੈਡ ਨਿਊਜ਼। ਪਰਮਾਤਮਾ ਜੀ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਬਿਲਕੁਲ ਜੀ ਸਰ, ਇੱਥੇ ਤਾਂ ਅਸੀਂ ਕਹਿ ਸਕਦੇ ਹਾਂ ਰੋਡ ਐਕਸੀਡੈਂਟ ਕਰਕੇ ਜਿਹੜੀ ਆ ਹੋਇਆ ਇਹ ਸਾਰਾ ਕੁਝ, ਪਰ 39 ਸਾਲ ਦੇ ਬ੍ਰੈਂਪਟਨ ਦੇ ਇੱਕ ਪਿਤਾ ਦੀ ਵੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਆਪਣੀ ਹੈਲਥ ਵਿੱਚ ਕੁਝ ਪ੍ਰੋਬਲਮ ਲੱਗ ਰਹੀ ਸੀ, ਜਿਸ ਤੋਂ ਬਾਅਦ ਹਸਪੀਟਲ ਇਹਨਾਂ ਨੇ ਵਿਜ਼ਿਟ ਕੀਤਾ। ਕਰੋਨਾ ਦਾ ਸ਼ੱਕ ਹੋਇਆ, ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਰੋਨਾ ਵਾਇਰਸ ਨਹੀਂ ਹੋਇਆ ਤੇ ਉਹਨਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਤੇ ਕੁਝ ਦਿਨ ਬਾਅਦ ਉਹਨਾਂ ਦੀ ਕਰੋਨਾ ਵਾਇਰਸ ਕਰਕੇ ਮੌਤ ਹੋ ਗਈ। ਸਰ ਕੀ ਹੈ ਪੂਰਾ ਮਾਮਲਾ? ਤਰਨ, ਗੱਲ ਇਸ ਤਰ੍ਹਾਂ ਹੋਈ ਹੈ ਕਿ ਪਹਿਲਾਂ ਗਏ ਨੇ ਇਹ, ਤੇ ਜਦੋਂ ਹਸਪੀਟਲ ਗਏ ਨੇ, ਹਸਪੀਟਲ ਨੇ ਕਿਹਾ ਇਹ ਬ੍ਰੈਂਪਟਨ 'ਚ ਨਹੀਂ ਗੱਲ ਹੋਈ, ਜਿਹੜਾ ਮਿਰਖਵਾਨ ਦੇ ਵਿੱਚ ਹਸਪੀਟਲ ਉਸ ਜਗ੍ਹਾ ਤੇ ਘਟਨਾ ਵਾਪਰੀ ਹੈਗੀ ਹੈ। ਹਸਪੀਟਲ ਨੂੰ ਲੱਗਿਆ ਵੀ ਇਹਨਾਂ ਨੂੰ ਕੁਝ ਨਹੀਂ ਹੈਗਾ, ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਸ ਤੋਂ ਮਗਰੋਂ ਫੇਰ ਗਏ ਨੇ ਤੇ ਲੱਗਿਆ ਜਿਵੇਂ ਥੋੜੀ ਬਹੁਤੀ ਪ੍ਰੋਬਲਮ ਹੁੰਦੀ ਹੈਗੀ ਆ, ਤੇ ਉਸ ਤੋਂ ਮਗਰੋਂ ਇਹਨਾਂ ਨੂੰ ਐਡਮਿਟ ਕਰ ਲਿਆ ਗਿਆ ਤੇ ਉੱਥੇ ਬਾਅਦ 'ਚ ਇਹਨਾਂ ਦੀ ਡੈਥ ਹੋ ਗਈ ਹੈ। ਡੈਥ ਦਾ ਕਾਰਨ COVID-19 ਦੱਸਿਆ ਜਾ ਰਿਹਾ। ਇਹਨਾਂ ਦੀ ਵਾਈਫ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ
ਉਹਨੂੰ ਪਹਿਲਾਂ ਸਾਹ ਦੀ ਜੇ ਪ੍ਰੋਬਲਮ ਸੀਗੀ ਤੇ ਉਹਨੂੰ ਜੇ ਕਿਤੇ ਐਕਸਰੇਜ਼ ਵਗੈਰਾ ਕਰ ਲਏ ਜਾਂਦੇ, ਸਾਡੇ ਆਪਣੇ ਕਿਆਸ ਰਾਈਆਂ ਹੁੰਦੀਆਂ ਨੇ, ਜਿਹੜੇ ਡਾਕਟਰਸ ਨੇ ਸਪੈਸ਼ਲਿਸਟ ਨੇ ਦੇ ਨੋ ਬੈਟਰ ਦੈਨ ਅਸ, ਅਸੀਂ ਕਿਆਸ ਰਾਈਆਂ ਕਰਦੇ ਹਾਂ। ਪਰ ਇਹਨਾਂ ਦੀ ਵਾਈਫ ਨੇ ਕਿਹਾ ਵੀ ਜੇ ਕਿਤੇ ਪਹਿਲਾਂ ਐਕਸਰੇਜ਼ ਵਗੈਰਾ ਕੀਤੇ ਹੁੰਦੇ ਤਾਂ ਸ਼ਾਇਦ ਇਹਦੀ ਜਾਨ ਬਚ ਜਾਂਦੀ। ਗੱਲ ਹੈ ਵੀ ਠੀਕ ਹੈ, ਯੂ ਕੈਨ ਸੀ ਫਰੋਮ ਬੋਥ ਐਂਗਲਸ, ਫਰੋਮ ਪਰਿਵਾਰ ਦੇ ਐਂਗਲ ਤੋਂ ਵੀ ਸਾਡੇ ਫੈਮਿਲੀ ਮੈਂਬਰ ਦਾ ਖਿਆਲ ਨਹੀਂ ਰੱਖਿਆ ਗਿਆ, ਹੋ ਸਕਦਾ ਅਣਗਹਿਲੀ ਕਰਕੇ। ਕਿ ਤੁਸੀਂ ਇਹਨੂੰ ਨੈਗਲੀਜੈਂਸ ਦਾ ਮਾਮਲਾ ਮੰਨੋਗੇ? ਮੈਂ ਡਾਕਟਰਸ ਵਾਲੀ ਸਾਈਡ ਤੋਂ ਵੀ ਆਉਣ ਲੱਗਿਆ। ਜਿਹੜੀ ਫੈਮਿਲੀ ਹੈ ਉਹ ਇਹ ਸੋਚੇਗੀ ਕਿ ਇਹੋ ਜਿਹੀ ਗੱਲ ਹੋਈ ਹੈ ਵੀ ਕੋਈ ਨੈਗਲੀਜੈਂਸ ਹੋ ਸਕਦੀ ਹੈ। ਡਾਕਟਰਸ ਦੀ ਗੱਲ ਇਹ ਹੈਗੀ ਹੈ, ਹੁਣ ਤੁਸੀਂ ਐਮਰਜੈਂਸੀ ਜਾਂਦੇ ਹੋ, ਪਰਮਾਤਮਾ ਕਰੇ ਕਿਸੇ ਨੂੰ ਜਾਣਾ ਨਾ ਪਵੇ। ਆਈ ਬੀਨ ਟੂ ਐਮਰਜੈਂਸੀ, ਆਈ ਹੈਵ ਐਨ ਐਕਸਪੀਰੀਅੰਸ ਗੋਇੰਗ ਟੂ ਦ ਐਮਰਜੈਂਸੀ। ਉੱਥੇ ਇਉਂ ਲੱਗਦਾ ਜਿਵੇਂ ਸਾਰੇ ਲੋਕ ਐਮਰਜੈਂਸੀ 'ਚ ਹੈ। ਡਾਕਟਰਸ ਜਿਹਦੀ ਪ੍ਰੈਫਰੈਂਸ ਹੈ ਤੁਹਾਨੂੰ ਰੇਟ ਕਰਦੇ ਨੇ, ਜਿਹੜੀ ਫਸਟ ਨਰਸ ਕੋਲ ਜਾਂਦੇ ਹੋ, ਤੁਹਾਨੂੰ ਦੇਖਦੇ ਵੀ ਤੁਸੀਂ ਕਿੰਨੀ ਕੁ ਦੇਰ, ਤੁਹਾਨੂੰ ਕਿੰਨੀ ਕੁ ਐਮਰਜੈਂਸੀ ਹੈ, ਲੈਟਸ ਸੇ ਦਿਸ ਦੇ ਰੇਟ ਯੂ ਐਕਚੁਅਲੀ, ਉਹਦਾ ਤੁਹਾਡੇ ਮੁਤਾਬਕ ਉਸ ਨਾਲ ਤੁਹਾਡਾ ਨੰਬਰ ਲੱਗਾ। ਤਾਂ ਹੀ ਕੀ ਕਹਿੰਦੀ ਸਾਨੂੰ ਜੀ 8 ਘੰਟੇ ਲੱਗਦੇ, ਸਾਨੂੰ 12 ਘੰਟੇ ਲੱਗਦੇ, ਇਹਨੂੰ ਵੀ ਤਾਂ ਜਾਂਦੇ ਨੂੰ ਸਾਂਭ ਲੈਂਦੇ ਆ। ਡਾਕਟਰਸ ਦਾ ਸਟ੍ਰੈਸ ਵੀ ਇੰਨਾ ਜ਼ਿਆਦਾ ਹੈਗਾ, ਸਮਟਾਈਮਸ ਦੇ ਮਾਈਟ ਹੈਵ ਮੇਡ ਮਿਸਟੇਕ। ਪਰ ਅਜੇ ਜਿਹੜੀ ਇਹਨਾਂ ਦੀ ਵਾਈਫ ਹੈਗੀ ਆ, ਉਹਨਾਂ ਨੇ ਗੱਲ ਕਹੀ ਨਹੀਂ ਹੈ ਕਿ ਨੈਗਲੀਜੈਂਸ ਦਾ ਕੇਸ ਹੈਗਾ। ਉਹਨੇ ਜਿਹੜੇ ਲੋਕਾਂ ਨੇ ਗੋਫੰਡਮੀ ਦੇ ਵਿੱਚ ਪੈਸੇ ਦੇਣੇ ਸ਼ੁਰੂ ਕੀਤੇ ਨੇ ਉਹ ਦਾ ਧੰਨਵਾਦ ਜ਼ਰੂਰ ਕੀਤਾ। ਅਜੇ ਨੈਗਲੀਜੈਂਸ ਦਾ ਕੇਸ ਕੁਝ ਕਿਹਾ ਨਹੀਂ ਗਿਆ ਹੈ, ਪਰ ਲੈਟਸ ਸੇ ਲੇਟਰ ਔਨ ਇਹਦੇ ਉੱਤੇ ਕੀ ਹੁੰਦਾ। ਪਰ ਜਦ ਤੱਕ ਆਪ ਸਾਰੀ ਸਟੋਰੀ ਦਾ ਪਤਾ ਨਹੀਂ ਲੱਗਦਾ, ਆਈ ਡਾਊਟ ਇਟ ਕਿ ਸ਼ਾਇਦ ਨੈਗਲੀਜੈਂਸ ਦਾ ਕੇਸ ਹੋਵੇ। ਇਹ ਪ੍ਰੂਵ ਕਰਨਾ ਵੀ ਬੜਾ ਮੁਸ਼ਕਲ ਹੈਗਾ। ਐਕਚੁਅਲ 'ਚ ਇਹ ਹੈ ਕਿ ਖੁਦ ਹੀ ਡਾਕਟਰਸ ਕਹਿੰਦੇ ਆ ਜਦੋਂ ਕਿ ਤੁਸੀਂ ਏਸਿਮਟੋਮੈਟਿਕ ਵੀ ਹੋ ਸਕਦੇ ਹੋ, ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਕਰੋਨਾ ਵਾਇਰਸ ਦਾ ਕੋਈ ਸਿੰਪਟਮ ਹੀ ਨਜ਼ਰ ਆਵੇ। ਸੋ ਆਪਣੇ ਆਪ ਨੂੰ ਬਹੁਤ ਸਾਵਧਾਨ ਰੱਖੋ, ਤੇ ਜੇਕਰ ਤੁਹਾਨੂੰ ਬਹੁਤ ਐਮਰਜੈਂਸੀ 'ਚ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਹਸਪੀਟਲ ਆ ਸਕਦੇ ਹੋ। ਸੋ ਜੇਕਰ ਇਹਨਾਂ ਨੇ ਵੀ ਕੁਝ ਫੀਲ ਹੋਇਆ ਇਸ ਤਰੀਕੇ ਦਾ, ਤਾਂ ਪੜ੍ਹੇ ਲਿਖੇ ਇਨਸਾਨ ਨੇ, ਇੱਦਾਂ ਨਹੀਂ ਹੈ ਕਿ ਵੈਸੇ ਹੀ ਨਾਰਮਲੀ ਚਲੇ ਗਏ ਹੋਣੇ ਆ ਐਮਰਜੈਂਸੀ ਦੇ ਵਿੱਚ। ਸੋ ਉਹ ਗਏ ਹੋਣੇ ਆ ਉੱਥੇ, ਉਹਨਾਂ ਨੂੰ ਕੋਈ ਨਾ ਕੋਈ ਐਵੇਂ ਦੀ ਲੱਗਿਆ ਹੋਣਾ ਕਿ ਨਹੀਂ ਸਰਵਾਈਵ ਕਰ ਪਾ ਰਹੇ ਹੈਗੇ। ਸੋ ਆਪਾਂ ਕਹਿੰਦੇ ਆ ਕਿ ਚਲੋ ਡਾਕਟਰਸ ਜਿਹੜੇ ਆ ਉਹ ਰੱਬ ਨਹੀਂ ਹੋ ਸਕਦੇ, ਗਲਤੀ ਉਹਨਾਂ ਤੋਂ ਵੀ ਹੋ ਸਕਦੀ ਆ, ਪਰ ਨੈਗਲੀਜੈਂਸ ਦੇ ਬਹੁਤੇ ਮਾਮਲੇ ਅਜਿਹੇ ਨੇ ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਸੀ ਪਰ ਟਲਦੇ ਨਹੀਂ। ਦੈਟਸ ਟਰੂ। ਆਪਾਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਨੇ, ਜੇ ਤੁਹਾਨੂੰ ਕਿਤੇ ਐਸਾ ਕੋਈ ਐਕਸਪੀਰੀਅੰਸ ਹੋਇਆ ਹੋਵੇ, ਤੁਹਾਨੂੰ ਪ੍ਰੋਪਰ ਸਾਂਭਿਆ ਗਿਆ ਹੋਵੇ ਜਾਂ ਤੁਹਾਨੂੰ ਸਾਹਮਣੇ ਨਾ ਗਿਆ ਹੋਵੇ, ਤੁਹਾਨੂੰ ਕਿਸੇ ਦਾ ਦੋਸਤ ਰਿਸ਼ਤੇਦਾਰ ਮਿੱਤਰ ਦਾ ਪਤਾ ਹੋਵੇ, ਤਾਂ ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਬਿਨਾਂ ਨੌਲੇਜ ਤੋਂ। ਇਸ ਡਾਕਟਰਸ ਦਾ ਤੇ ਜਿਹੜਾ ਪੇਸ਼ੈਂਟ ਆ ਉਹਦਾ ਨੌਲੇਜ ਤੋਂ ਬਿਨਾਂ ਤੁਸੀਂ ਸਾਡੇ ਨਾਲ ਇਹ ਸਾਂਝੀ ਕਰ ਸਕਦੇ, ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰ ਸਕਦਾ। ਪਰ ਜਿੰਨਾ ਕਿ ਮੇਰਾ ਤਜਰਬਾ ਤਰਨ, ਉਸ ਤਜਰਬੇ 'ਚ ਮੈਨੂੰ ਨਹੀਂ ਲੱਗਿਆ ਕਿ ਮੇਰੇ ਨਾਲ ਉਹਨਾਂ ਨੇ ਕੋਈ ਟ੍ਰੀਟਮੈਂਟ ਗਲਤ ਕੀਤੀ ਜਾਂ ਕੁਛ ਕੀਤਾ, ਜਾਂ ਇਹ ਹੋ ਸਕਦਾ ਮੈਨੂੰ ਜਾਂਦੇ ਨੂੰ ਸਾਂਭ ਲਿਆ ਗਿਆ, ਤੇ ਕੋਈ ਇਹ ਗੱਲ ਵੀ ਹੋ ਸਕਦੀ ਹੈਗੀ ਹੈ। ਪਰ ਉਸ ਤੋਂ ਮਗਰੋਂ ਵੀ ਜਦੋਂ ਮੈਨੂੰ ਛੁੱਟੀ ਵੀ ਦਿੱਤੀ ਗਈ ਹੈ, ਤਾਂ ਹਸਪੀਟਲ ਨੇ ਆਪਦੀ ਪੂਰੀ ਤਸੱਲੀ ਕਰਕੇ ਵੀ ਜਦੋਂ ਲੱਗਦਾ ਵੀ ਬੰਦਾ ਠੀਕ ਹੈ ਤਾਂ ਛੱਡਿਆ। ਹਾਂ, ਇੱਕ ਗੱਲ ਜ਼ਰੂਰ ਹੈਗੀ, ਜਿਹੜਾ ਬਰੈਂਪਟਨ ਦਾ ਹਸਪੀਟਲ ਹੈਗਾ, ਇਸ ਦੇ ਵਿੱਚ ਜਿੰਨੀ ਆਪਾਂ ਰੌਲਾ ਹੀ ਇਸ ਗੱਲ ਦਾ ਪੈਂਦਾ ਹੈ ਕਿ ਸਾਡੀ ਜਿੰਨੀ ਆਬਾਦੀ ਹੈ ਉਹਦੇ ਮੁਤਾਬਕ ਸਾਡੇ ਕੋਲੇ ਬਰੈਂਪਟਨ 'ਚ ਹਸਪੀਟਲ ਨਹੀਂ ਹੈਗਾ। ਜਿਹੜੀ ਪਰ ਪਰਸਨ ਦੇ ਅਸੀਂ ਗਿਣਤੀ ਦੇ ਵਿੱਚ ਲੈ ਕੇ ਆਉਂਦੇ ਹਾਂ, ਤਾਂ ਸਾਡਾ ਬਰੈਂਪਟਨ ਬਹੁਤ ਪਿੱਛੇ ਚਲਾ ਜਾਂਦਾ। ਬਾਕੀ ਜਿਹੜੀਆਂ ਨੇੜੇ ਤੇੜੇ ਦੀਆਂ ਮਿਊਨਿਸਪੈਲਿਟੀਜ਼ ਆ, ਉਹਦੇ 'ਤੇ ਪਰ ਪਰਸਨ ਦੇ ਮੁਤਾਬਕ ਹਸਪੀਟਲਸ ਜ਼ਿਆਦਾ ਨੇ। ਸਾਡੇ ਸੋਚੀਏ ਹੁਣ ਇੱਕ, ਦੂਜਾ ਹੁਣ ਫੂਡ ਗਵਰਨਮੈਂਟ ਨੇ ਕਿਹਾ, ਜਿਹਨੂੰ ਕਿ ਜਿਹੜੀ ਆਪੋਜੀਸ਼ਨ ਆ ਉਹ ਕਹਿੰਦੀ ਹੈ ਕਿ ਇਹ ਆਉਣਾ ਨਹੀਂ ਹੈ। ਇਹ ਦੋਨੇ ਪਾਸੇ ਦੀ ਗੱਲ ਹੈਗੀ ਆ। ਇਹ ਗੱਲ ਜ਼ਰੂਰ ਹੈ ਕਿ ਸਾਡੇ ਬਰੈਂਪਟਨ ਨੂੰ ਹਸਪੀਟਲ ਦੀ ਬਹੁਤ ਛੇਤੀ ਲੋੜ ਹੈਗੀ ਆ, ਜਿਹੜੀ ਛੇਤੀ ਪੂਰੀ ਨਹੀਂ ਹੋ ਸਕਦੀ। ਕਿਉਂਕਿ ਗੱਲ ਇਹ ਕਹੀ ਜਾਂਦੀ ਹੈ ਸਰਕਾਰ ਨੂੰ, ਤੁਸੀਂ ਪੁੱਛ ਲਓ, ਸਰਕਾਰ ਕਹੀ ਜੀ 10 ਤੋਂ 12 ਸਾਲ ਲੱਗਦੇ ਆ ਨਵਾਂ ਹਸਪੀਟਲ ਤਿਆਰ ਕਰਨ ਵਾਸਤੇ। ਹੁਣ 10-12 ਸਾਲ ਦੇ ਵਿੱਚ ਇਮੈਜਿਨ ਕਰੋ ਬਰੈਂਪਟਨ ਦੀ ਆਬਾਦੀ ਕਿੰਨੀ ਵੱਧ ਜਾਣੀ ਹੈ। ਜਿੱਥੇ ਹੁਣ ਖੜੀ ਹੈ ਇਦੋਂ ਤਾਂ ਕਿਤੇ ਵੱਧ ਜਾਣੀ ਹੈ। ਮੈਂ ਜਦੋਂ ਆਇਆ ਸੀ 155,000 ਸੀ, ਹੁਣ 8 ਲੱਖ ਦੇ ਨੇੜੇ ਤੇੜੇ 6.5 ਲੱਖ ਤਾਂ ਹਜੇ ਸਟੂਡੈਂਟਸ ਇਸ ਵਕਤ ਪਹੁੰਚੇ ਹੋਏ ਨੇ ਇੱਥੇ, ਜਿਨ੍ਹਾਂ ਨੇ ਅੱਗੇ ਜਾ ਕੇ ਪੱਕੇ ਵੀ ਹੋਣਾ। ਬਿਲਕੁਲ ਸਹੀ ਗੱਲ ਹੈ ਜੀ। ਉਹ ਚੋਂ ਬਹੁਤੇ ਬਰੈਂਪਟਨ ਦੇ ਵਿੱਚ ਰਹਿੰਦੇ ਹੈਗੇ ਹੈ ਨਾ। ਉਹ ਸਾਰੀ ਸਾਡੇ ਵਾਸਤੇ, ਇਸ ਸਿਸਟਮ ਦੇ ਵਾਸਤੇ ਸਾਡੇ ਵਿੱਚ ਸਾਡੇ ਕੋਲੇ ਇਨਫ ਹਸਪੀਟਲ ਹੈ ਨਹੀਂਗਾ। ਔਰ ਮੈਂ ਉਹਨੂੰ ਵੀ ਸਭ ਨੂੰ ਕਹਿਣਾ ਸੀ, ਜਦੋਂ ਆਪਾਂ ਕਿਸੇ ਜਿਹੜੇ ਹੈਗੇ ਸਿਆਸਤਦਾਨ ਪ੍ਰੋਵਿੰਸ ਦੇ ਆ, ਉਹਨਾਂ ਨੂੰ ਜਦੋਂ ਵੀ ਅਸੀਂ ਕਿਤੇ ਮਿਲਦੇ ਜੀ, ਉਹਨੂੰ ਜਿੰਨਾ ਜ਼ੋਰ ਪਾਇਆ ਜਾਵੇ ਤਾਂ ਅਗਲੇ ਨੂੰ ਪਤਾ ਲੱਗਦਾ ਵੀ ਹਾਂ ਜ਼ਰੂਰਤ ਬਹੁਤ ਹੈਗੀ ਆ। ਉਹ ਕਹਿੰਦੇ ਟਾਲਾ ਮਟੋੜੀ ਵੀ ਹੁੰਦੀ ਹੈ, ਪਰ ਅਸੀਂ ਜਦੋਂ ਸਵਾਲ ਕਰਦੇ ਹਾਂ ਤਾਂ ਚਾਂਸਸ ਆ ਹੋ ਸਕਦਾ ਉਹਦੇ ਤੇ, ਜਿਹਨੂੰ ਕਹਿੰਦੇ ਜੰਗੀ ਪੱਧਰ ਤੇ ਕੰਮ ਹੋ ਸਕਦਾ, ਸ਼ੁਰੂ ਹੋ ਸਕਦਾ ਹੋਵੇ। ਤਾਂ ਸਾਨੂੰ ਵੀ ਇਹ ਗੱਲ ਕਰਨੀ ਚਾਹੀਦੀ ਹੈ। ਸਰ, ਇਹਦੇ ਪਿੱਛੇ ਜ਼ਿੰਮੇਵਾਰ ਕੌਣ ਮੰਨਦੇ ਹੋ? ਇੱਕ ਪਾਸੇ ਆਪਾਂ ਸਰਕਾਰ ਦੀ ਗੱਲ ਕਰ ਲਈਏ, ਦੂਜੇ ਪਾਸੇ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਮੈਡੀਕਲ ਪ੍ਰੋਫੈਸ਼ਨਲਸ ਦੀ ਇੱਥੇ ਕਮੀ ਹੈ, ਤੇ ਸਰਕਾਰ ਵੀ ਕੀ ਕਰ ਸਕਦੀ ਆ? 30 ਤੋਂ 40 ਮਿਲੀਅਨ ਦੀ ਮੇਰੇ ਖਿਆਲ 'ਚ ਆਬਾਦੀ ਹੋਣੀ ਹੈ ਕੈਨੇਡਾ ਦੀ। ਜੇ ਇੰਨੀ ਕੁ ਹੋਵੇ ਆਬਾਦੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਵਿੱਚੋਂ ਜੇ ਮੈਡੀਕਲ ਪ੍ਰੋਫੈਸ਼ਨਲਸ ਦੀ ਕਮੀ ਆ ਤਾਂ ਇਹ ਗੱਲ ਕੋਈ ਬਣਦੀ ਨਹੀਂ, ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਇੱਥੇ
ਡਾਕਟਰਾਂ ਨੂੰ ਕੋਈ ਲਾਲਚ ਵੀ ਨਹੀਂ ਹੈਗਾ ਕਿ ਜਿੰਨੇ ਪੇਸ਼ੈਂਟਸ ਦੇਖਾਂਗੇ ਉਨੀ ਸਾਨੂੰ ਵੱਧ ਤਨਖਾਹ ਮਿਲੇਗੀ ਜਾਂ ਸਾਨੂੰ ਉੱਥੋਂ ਪੈਸੇ ਆਉਣਗੇ। ਕੋਈ ਪ੍ਰਾਈਵੇਟ ਹਸਪੀਟਲਸ ਦਾ ਵੀ ਸਿਸਟਮ ਨਹੀਂ ਹੈਗਾ ਕਿ ਜਿਹੜਾ ਪਹਿਲਾਂ ਅਮੀਰ ਹੈ ਉਹਨੂੰ ਪਹਿਲਾਂ ਦੇਖਿਆ ਜਾਏਗਾ। ਇਹਦੇ ਮੁਕਾਬਲੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਉੱਥੇ ਆਹ ਚੀਜ਼ ਜ਼ਰੂਰ ਹੈ, ਪਰ ਉੱਥੇ ਇਹ ਹੈ ਕਿ ਇਲਾਜ ਪੱਖੋਂ ਜੇਕਰ ਕੋਈ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਵੇ ਉੱਥੇ ਇੰਨੇ ਜ਼ਿਆਦਾ ਕੇਸਿਸ ਨਾ ਹੋਣਗੇ। ਠੀਕ ਹੈ ਤੁਹਾਡੀ ਗੱਲ, ਜਿਹੜੀ ਤੁਸੀਂ ਉਹ ਗੱਲ ਕਹੀ ਹੈ ਨਾ, ਇੱਥੇ ਤਰਨ ਹੁਣ ਤੋਂ ਕੁਝ ਸਾਲ ਪਹਿਲਾਂ ਮੇਰੇ ਖਿਆਲ ਮੈਗੈਂਟੀ ਗਵਰਨਮੈਂਟ ਸੀਗੀ ਸ਼ਾਇਦ, ਜਾਂ ਮਾਈਕ ਹੈਰਿਸ ਗਵਰਨਮੈਂਟ ਸੀ, ਮੈਨੂੰ ਤੁਸੀਂ ਕਰੈਕਟ ਕਰ ਸਕਦੇ ਹੋ, ਦੱਸ ਸਕਦੇ ਹੋ ਪਲੀਜ਼। ਉਹਦੇ ਵਿੱਚ ਡਾਕਟਰਸ ਦੀ ਸੈਲਰੀ ਤੇ ਕੈਪ ਲਾਤਾ ਸੀਗਾ ਵੀ ਡਾਕਟਰ 1 ਸਾਲ ਦੇ ਵਿੱਚ ਇਹ ਤੋਂ ਵੱਧ ਨਹੀਂ ਕਮਾ ਸਕਦਾ, ਜੇ ਇਹ ਤੋਂ ਵੱਧ ਕਮਾਊਗਾ ਤਾਂ ਉਹਦੀ ਸਰਟਨ ਪਰਸੈਂਟੇਜ ਦੀ ਹੋਰ ਟੈਕਸ ਦੇਣੀ ਪਊਗੀ। ਇਸ ਤਰ੍ਹਾਂ ਦੀ ਗੱਲ ਹੋ ਗਈ ਸੀ। ਡਾਕਟਰਸ ਵਰਕ ਰੂਲ ਕਰਨ ਲੱਗ ਗਏ। ਡਾਕਟਰ ਕਹਿੰਦੇ ਜਿੰਨੇ ਅਸੀਂ ਕਮਾਉਣੇ ਅਸੀਂ ਉਹਨੇ ਦੇਖਣੇ, ਅਸੀਂ ਉਹ ਤੋਂ ਵੱਧ ਕਿਉਂ ਦੇਖੀਏ। ਗੱਲ ਉਹਨਾਂ ਦੀ ਵੀ ਠੀਕ ਹੈ, ਚਾਹੇ ਆਪਾਂ ਕਹਿੰਦੇ ਹਾਂ ਡਾਕਟਰ ਤੁਸੀਂ ਜਾਣਦੇ ਹੋ ਸਾਨੂੰ ਇਟਸ ਅਰਾਊਂਡ $30 ਪਰ ਵਿਜ਼ਿਟ ਕਾਸਟ ਕਰਦੀ ਹੈ, 30-35 ਇੰਨੀ ਕੀ ਹੈਗੀ ਹੈ ਜੀ। ਜਿਹੜੀ ਇੱਕ ਵਿਜ਼ਿਟ ਜੋ ਤੁਸੀਂ ਡਾਕਟਰ ਮਿਲ ਜਾਂਦੇ ਹੋ ਇਹ ਕਾਸਟ ਕਰ ਜੀ ਜੀ ਸਮਵੇਅਰ ਅਰਾਊਂਡ ਦੈਟ। ਤੁਸੀਂ ਇਮੈਜਿਨ ਕਰੋ ਉਹਦੇ ਲਾਈਨ ਲੱਗੀ ਹੁੰਦੀ ਕਿੰਨੇ ਹੈਗੇ, ਸਾਰੇ ਦੇ ਸਾਰੇ ਉਹਨੂੰ ਨਹੀਂ ਮਿਲਦੇ, ਸਿਸਟਮ ਨੂੰ ਜਾਂਦੇ ਆ, ਉਹਦੇ ਵਿੱਚੋਂ ਡਾਕਟਰਸ ਨੂੰ ਮਿਲਦੇ ਹੈਗੇ ਆ। ਜਦੋਂ ਇੰਨਾ ਕਾਸਟ ਕਰਦਾ ਹੈਗਾ, ਸਰਕਾਰ ਕੋਲੇ ਇੰਨੇ ਡਾਕਟਰਸ ਹੈ ਨਹੀਂ ਗੇ ਜਿੱਥੇ ਕਿ ਉਹ ਇੰਨੇ ਮਰੀਜ਼ਾਂ, ਹੁਣ ਬਹੁਤ ਮਰੀਜ਼ ਐਸੇ ਨੇ ਅੰਟਾਰੀਓ ਦੇ ਵਿੱਚ ਜਿਨ੍ਹਾਂ ਕੋਲ ਡਾਕਟਰ ਹੈ ਨਹੀਂਗਾ, ਉਹ ਆਕਣ 'ਚ ਜਾਂਦੇ ਹੈਗੇ, ਪਰਮਾਨੈਂਟ ਡਾਕਟਰ ਹੈ ਨਹੀਂਗਾ। ਕਿਉਂ ਨਹੀਂ ਹੈ ਕਿ ਸਾਡੇ ਕੋਲ ਇਨਫ ਡਾਕਟਰ ਸੀ। ਹੁਣ ਤਾਂ ਸਾਡੇ ਤੋਂ ਬਹੁਤ ਸਾਲ ਪਹਿਲਾਂ ਇੱਥੇ ਜਿਹੜੇ ਸਾਡੇ ਮੈਡੀਕਲ ਕਾਲਜਸ ਸੀ ਉਹਨਾਂ ਨੇ ਆਪਣੀਆਂ ਸੀਟਾਂ ਘਟਾਤੀਆਂ ਸੀਗੀਆਂ, ਹੁਣ ਗਿਣਤੀ ਦੀਆਂ ਸੀਟਾਂ ਨੇ, ਉਹਨੇ ਡਾਕਟਰ ਹੁੰਦੇ ਆ ਜਿਹੜੇ ਬਾਹਰੋਂ ਆਉਂਦੇ ਆ। ਬਾਹਰੋਂ ਆਉਣ ਵਾਲੇ ਨੇ ਔਖਾ ਬਹੁਤ ਕੀਤਾ ਹੈ। ਇਟਸ ਨਾਟ ਈਜ਼ੀ ਟੂ ਬਿਕਮ ਅ ਡਾਕਟਰ ਹੀਅਰ। ਜੇ ਤੁਸੀਂ ਫੋਰਨ ਡਾਕਟਰ ਆਉਂਦੇ ਹੋ ਆ ਕੇ ਉਹਨੂੰ ਇੱਥੇ ਸਿਸਟਮ ਦੇ ਵਿੱਚ ਆਉਣਾ ਸੌਖਾ ਕੰਮ ਨਹੀਂ ਹੈ, ਐਂਡ ਇਟ ਕਾਸਟ ਅ ਲੋਟ। ਹਰ ਕੋਈ ਬੰਦਾ ਇਹ ਕੰਮ ਕਰ ਨਹੀਂ ਸਕਦਾ। ਦੈਟਸ ਵਾਈ ਦੇ ਐਂਡਡ ਡਰਾਈਵਿੰਗ ਕੈਬਸ ਔਰ ਡੂਇੰਗ ਸਿਕਿਉਰਿਟੀ ਜੌਬਸ, ਇੰਨਾ ਕੁਛ ਕਰਦੇ ਹੈਗੇ ਜਾਂ ਉਸ ਪ੍ਰੋਫੈਸ਼ਨ 'ਚ ਆ ਹੀ ਨਹੀਂ ਸਕਦੇ। ਸਾਡੀ ਸਰਕਾਰਾਂ ਨੂੰ ਇਹ ਹੁਣ ਸੋਚਣਾ ਪਏਗਾ, ਈਦਰ ਯੂ ਓਪਨ ਅਪ ਮੋਰ ਮੈਡੀਕਲ ਕਾਲਜਸ। ਹੋਰ ਸਰਕਾਰ ਨੇ ਕਿਹਾ ਵੀ ਅਸੀਂ ਬਰੈਂਪਟਨ ਨੂੰ ਦੇਵਾਂਗੇ, ਇਹ ਵਾਅਦਾ ਕੀਤਾ ਹੈਗਾ, ਇਹਦੇ ਨਾਲ ਵੀ ਨਹੀਂ ਸਰਨਾ, ਇੱਕ ਹਸਪੀਟਲ ਨਾਲ ਵੀ ਨਹੀਂ ਸਰਨਾ, ਇਦੋਂ ਕਿਤੇ ਵੱਧ ਕਰਨ ਦੀ ਲੋੜ ਹੈਗੀ। ਜਾਂ ਤਾਂ ਤੁਸੀਂ ਬਣੇ ਬਣਾਏ ਡਾਕਟਰ ਬਾਹਰ ਲਓ, ਉਹਨਾਂ ਨੂੰ ਕੁਛ ਸੌਖਾ ਕਰੋ ਵੀ ਆ ਕੇ ਇੱਥੇ ਕੁਆਲੀਫਾਈ ਹੋਣ, ਇੱਥੇ ਦੇ ਸਿਸਟਮ ਨੂੰ ਸਾਂਭਣ ਆ ਕੇ। ਜਦੋਂ USA ਚੀਜ਼ਾਂ ਕਰ ਸਕਦਾ ਤਾਂ ਕੈਨੇਡਾ ਕਿਉਂ ਨਹੀਂ ਕਰ ਸਕਦਾ? ਅਸੀਂ ਇਸ ਚੀਜ਼ ਨੂੰ ਫੋਲੋ, ਸਾਡਾ ਵੀ ਹੈਵ ਅ ਡਿਫਰੈਂਟ ਸਿਸਟਮ, ਅਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕੀਤਾ। ਇਸ ਕੰਮ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ US ਇਦੋਂ ਕਿਤੇ ਅੱਗੇ ਸਾਡੇ ਕੈਨੇਡਾ ਨਾਲ। ਸਾਡਾ ਕੈਨੇਡਾ ਦੇ ਵਿੱਚ ਮੈਂ ਕਈ ਵਾਰੀ ਇਸ ਗੱਲ ਕਰਦਾ ਹੁੰਦਾ, ਸ਼ਾਇਦ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਕਿ there's a ਮਾਫੀਆ ਸਿਸਟਮ, ਨੌ ਮਾਫੀਆ ਕਹਿ ਦਿੱਤਾ ਜਾਂਦਾ ਇਸ ਕਰਕੇ ਕਿਉਂਕਿ ਇੱਥੇ ਸਰਟਨ ਲੋਕ ਨੇ ਜਿਹੜੇ ਸਿਸਟਮ ਦੇ ਉੱਤੇ ਕਾਬਜ ਹੋਏ ਨੇ। ਉਹ ਸਿਸਟਮ ਸੈਟਅਪ ਇਉਂ ਕੀਤਾ ਵੀ ਉਹਨਾਂ ਦੇ ਨਾਲ ਦੇ ਉਹ ਸਿਸਟਮ ਦੇ ਵਿੱਚ ਆਉਂਦੇ ਰਹਿਣ। ਦੂਸਰੀਆਂ ਜਿਹੜੀਆਂ ਖਾਸ ਕਰਕੇ ਐਥਨਿਕ ਮਾਈਨੋਰਿਟੀਜ਼ ਹੈਗਾ ਉਹਨਾਂ ਦਿਆਂ ਨੂੰ ਵਿੱਚ ਵੜਨਾ ਬਹੁਤ ਔਖਾ ਹੁੰਦਾ। ਹੁਣ ਅੱਗੇ ਨਾਲੋਂ ਬਹੁਤ ਸੌਖਾ ਹੋ ਗਿਆ। US ਨੇ ਕੀ ਕੀਤਾ? US ਨੇ ਕੰਮ ਇਹ ਕੀਤਾ ਜੀ ਤੁਸੀਂ ਪੜ੍ਹੇ ਲਿਖੇ ਹੋ, ਆਹ ਕੰਡੀਸ਼ਨਾਂ ਨੇ, ਤੁਸੀਂ ਸਾਡੇ ਆਓ, ਆਹ ਕੰਡੀਸ਼ਨਾਂ ਪੂਰੀਆਂ ਕਰ ਦਿਓ, ਤੁਸੀਂ ਇੰਜੀਨੀਅਰ, ਤੁਸੀਂ ਡਾਕਟਰ, ਤੁਸੀਂ ਡੈਂਟਿਸਟ, ਤੁਸੀਂ ਸਾਰਾ ਕੁਛ ਹੈਗੇ ਹੋ, ਬਣਦੇ ਹੋ, ਤੁਸੀਂ ਛੇਤੀ ਬਣਦੇ ਹੋ। ਔਰ ਇਸੇ ਕਰਕੇ I guess whoever came up with this idea, very smart idea, ਤੁਹਾਡੀ ਦੀਵਾਨੀ ਨਹੀਂ ਲੱਗੀ ਡਾਕਟਰ ਤੇ, ਤੁਹਾਡੀ ਦੀਵਾਨੀ ਨਹੀਂ ਲੱਗੀ ਇੰਜੀਨੀਅਰ ਤੇ, ਤੁਹਾਡੀ ਦੀਵਾਨੀ ਨਹੀਂ ਲੱਗੀ ਡੈਂਟਿਸਟ ਤੇ। ਉਹ ਆਉਂਦਾ 25 ਸਾਲ ਦਾ ਆਉਂਦਾ, ਆ ਕੇ 2 ਸਾਲ ਤੁਹਾਡੇ ਜਿਹੜੀ ਕੁਆਲੀਫਿਕੇਸ਼ਨ ਕਰਨੀ ਕਰਦਾ, 7ਵੇਂ ਸਾਲ 'ਚ ਉਹ ਡੈਂਟਿਸਟ ਤੇ ਡਾਕਟਰ ਬਣ ਜਾਂਦੇ ਤੇ ਤੁਸੀਂ ਦੀਵਾਨੀ ਨਹੀਂ ਲਾਈ। ਤੁਹਾਡੇ ਨਸਲ ਦੇ ਵਿੱਚ ਆ ਕੇ 30% ਦੇ ਵਿੱਚ ਉਸ ਨੰਬਰ ਹੈਗਾ ਜਿਹੜਾ ਕਿ ਉੱਥੋਂ ਬਣਿਆ ਬਣਾਇਆ ਇੰਜੀਨੀਅਰ ਆਉਂਦਾ, ਤੁਹਾਡੇ ਇੱਥੇ ਆ ਕੇ ਕੰਮ ਕਰਨਾ। ਸਾਡੇ ਸ਼ੁਰੂ ਤੋਂ ਕਰਨਾ ਪਏਗਾ। ਪਹਿਲਾਂ ਤੋਂ ਪੜ੍ਹਾਈ ਸ਼ੁਰੂ ਕਰੇਗਾ ਇੰਜੀਨੀਅਰ ਬਣੇਗਾ, ਪਹਿਲਾਂ ਤੋਂ ਪੜ੍ਹਾਈ ਸ਼ੁਰੂ ਕਰੇਗਾ ਡਾਕਟਰ ਬਣੇਗਾ। ਕਿੰਨੇ ਸਾਲਾਂ 'ਚ ਬਣਦਾ? ਅਸੀਂ ਜਿਹੜੇ ਫੋਰਨ ਵਾਲੇ ਆ ਉਹਨਾਂ ਨੂੰ ਹਜੇ ਤੱਕ ਉਸ ਲੈਵਲ ਤੱਕ ਨਹੀਂ ਐਕਸੈਪਟ ਕਰਨ ਲੱਗੇ ਕਿ ਅਸੀਂ ਜਿਹੜੇ ਹਿਸਾਬ 'ਚ US ਨੇ ਕੀਤਾ। ਇਸੇ ਕਰਕੇ ਹੀ ਉੱਥੇ ਤਰੱਕੀ ਜ਼ਿਆਦਾ ਹੈ ਜੀ, ਨੋ ਮੈਟਰ ਵਟ। ਪਰ ਉੱਥੇ ਜਿਹੜਾ ਪ੍ਰੋਫੈਸ਼ਨ ਹੈ ਮੈਡੀਕਲ ਪ੍ਰੋਫੈਸ਼ਨ ਇਜ਼ ਅ ਬਿਜ਼ਨਸ, ਸਾਡੇ ਇਟਸ ਨਾਟ ਅ ਬਿਜ਼ਨਸ। ਇਸੇ ਕਰਕੇ ਕਈ ਵਾਰੀ ਤੁਹਾਨੂੰ ਸਪੈਸ਼ਲਿਸਟ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਲੇਟ ਮਿਲਦੀ ਹੈ, ਵਾਰੀ ਬਹੁਤ ਲੱਗੀ ਹੁੰਦੀ ਹੈ। ਦੇਅਰ ਆਰ ਫਲਾਜ਼, ਦੋਨਾਂ ਦੇ ਵਿੱਚ ਫਲਾਜ਼ ਵੀ ਨੇ, ਸਿਫਤਾਂ ਵੀ ਹੈਗੀਆਂ ਨੇ, ਇਟ ਡਿਪੈਂਡਸ ਯੂ ਨੋ, ਬਟ ਓਵਰਆਲ ਸਟਿਲ ਮੈਂ ਹਲੇ ਵੀ ਕਹਿਣਾ ਕੈਨੇਡੀਅਨ ਸਿਸਟਮ ਇਜ਼ ਨਾਟ ਬੈਟਰ ਦੈਨ ਯੂਐਸ। ਬਿਲਕੁਲ, ਹਰ ਚੀਜ਼ ਦੇ ਕੁਝ ਪ੍ਰੋਸ ਐਂਡ ਕੌਨਸ ਹੁੰਦੇ ਆ। ਜੇ ਆਪਾਂ ਇਹਦੀ ਮਾੜੀ ਗੱਲ ਨੂੰ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੀ ਚੰਗੀ ਗੱਲ ਨੂੰ ਵੀ ਗੱਲ ਕਰਾਂਗੇ। ਸੋ ਕੈਨੇਡਾ ਦੀ ਸਰਕਾਰ ਦੀ ਗੱਲ ਕੀਤੀ ਜਾਵੇ, ਕੋਸ਼ਿਸ਼ ਜ਼ਰੂਰੀ ਕਰ ਰਹੀ ਹੈ ਕਿ ਜਿੰਨੇ ਕੁ ਉਹਨਾਂ ਕੋਲ ਰਿਸੋਰਸਿਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਤੇ ਕੈਨੇਡੀਅਨਸ ਨੂੰ ਇਸ ਦਾ ਫਾਇਦਾ ਹੋ ਸਕੇ। ਕਰੋਨਾ ਵਾਇਰਸ ਦੌਰਾਨ ਹੁਣ ਜੇਕਰ ਇਮੈਜਿਨ ਕਰੋ ਕਿ ਕਿਸੇ ਘਰ ਦੇ ਵਿੱਚ ਦੋਵੇਂ ਪੇਰੈਂਟਸ ਨੂੰ ਕਰੋਨਾ ਹੋ ਗਿਆ, ਬੱਚੇ ਛੋਟੇ ਨੇ, ਤਾਂ ਫਿਰ ਕੀ ਕੀਤਾ ਜਾਵੇ? ਬੱਚੇ ਕਿੱਦਾਂ ਨੂੰ ਜਾਣਗੇ? ਇਸ ਦਾ ਵੀ ਹੱਲ ਲੱਭ ਲਿਆ ਗਿਆ ਹੈ। ਦੇਖੋ ਕਿੰਨੀ ਐਸੇ ਦੇਸ਼ ਨੇ ਇਹ, ਮੈਂ ਜਿਹੜੇ ਤੁਸੀਂ ਸਾਡੇ ਮੁਲਕਾਂ ਤੋਂ ਬਾਹਰ ਵਿੱਚ ਦੇਖ ਰਹੇ ਹੋ ਜੀ, ਮੈਂ ਉਹਨਾਂ ਵਾਸਤੇ ਦੱਸਣ ਲੱਗਿਆ। ਬੱਚੇ ਘਰ ਵਿੱਚ ਨੇ,
ਉਹ ਪਤਾ ਨਹੀਂ ਪੋਜ਼ਿਟਿਵ ਨੇ ਜਾਂ ਨਹੀਂ ਨੇ, ਪੇਰੈਂਟਸ ਨੂੰ ਕੋਵਿਡ ਹੋ ਗਿਆ, ਬੱਚੇ ਕਿੱਥੇ ਜਾਣ, ਕੋਈ ਸਾਂਭਣ ਨੂੰ ਤਿਆਰ ਨਹੀਂ ਹੈ, ਕਿਸੇ ਨਹੀਂ ਜਾ ਸਕਦੇ। ਇੱਥੇ ਸਾਡੀ ਸਰਕਾਰ ਨੇ ਹਸਪੀਟਲਸ ਦੇ ਵਿੱਚ ਵੀ ਛੋਟੇ ਬੱਚਿਆਂ ਦਾ ਇੰਤਜ਼ਾਮ ਕਰਤਾ ਜੀ। ਇਹ ਮੈਂ ਦਾਦ ਦਿੰਦਾ ਇਸ ਗੱਲ ਸਾਡੀਆਂ ਸਰਕਾਰਾਂ ਨੂੰ, ਜਿਹੜੇ ਇਹ ਗੱਲ ਵੀ ਕੀਤੀ ਹੈ ਵੀ ਤੁਹਾਡਾ ਜੇ ਬੱਚਾ ਉਹਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ, ਕੋਵਿਡ ਇਜ਼ ਐਨ ਐਮਰਜੈਂਸੀ, ਉਹਦੇ ਵਿੱਚ ਤੁਸੀਂ ਜੇ ਦੋਨੇ ਪੇਰੈਂਟਸ ਹਸਪੀਟਲ ਦੇ ਵਿੱਚ ਹੈਗੇ ਨੇ ਤਾਂ ਬੱਚਿਆਂ ਨੂੰ ਵੀ ਹਸਪੀਟਲ 'ਚ ਉਹਨਾਂ ਦਾ ਖਿਆਲ ਕੀਤਾ ਨਾ। ਜਿਹੜੀ ਚੀਜ਼ ਚੰਗੀ ਉਹ ਚੰਗੀ ਆਪਾਂ ਨੂੰ ਕਰਨੀ ਚਾਹੀਦੀ ਹੈ। ਇਸ ਮੈਂ ਸੱਚੀ ਦਾ ਵੈਰੀ ਨਾਈਸ ਥਿੰਗ ਅੱਜ ਮੈਨੂੰ ਜੋ ਬੜੀ ਖਬਰ ਹੈ ਮੈਨੂੰ ਬੜੀ ਚੰਗੀ ਲੱਗੀ। ਮੈਂ ਕਿਹਾ ਵੀ ਸ਼ੁੱਡ ਮਸਟ ਸ਼ੇਅਰ ਵਿਦ ਆਵਰ ਵਿਊਅਰਸ। ਬਿਲਕੁਲ ਸਰ, ਇਹਦੇ ਨਾਲ ਨਾਲ ਇਹ ਵੀ ਹੈ ਕਿ ਪੜ੍ਹਾਈ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ। ਇਹ ਨਹੀਂ ਹੈ ਕਿ ਇਸ ਵਕਤ ਜੇਕਰ ਬੱਚੇ ਆਨਲਾਈਨ ਸਟੱਡੀ ਕਰ ਰਹੇ ਆ ਤਾਂ ਸਰਕਾਰ ਨੂੰ ਇਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿ ਬੱਚੇ ਚਲੋ ਸਟੱਡੀ ਕਰ ਰਹੇ ਆ ਸੋ ਕਰ ਰਹੇ ਆ। ਇਨਫੈਕਟ ਟੀਚਰਸ ਵੀ, ਉਹਨਾਂ ਦੇ ਜਿਹੜੇ ਐਜੂਕੇਟਰਸ ਨੇ, ਉਹ ਵੀ ਇਸ ਗੱਲ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਨੇ ਕਿ ਕੀ ਬੱਚੇ ਸਹੀ ਤਰੀਕੇ ਨਾਲ ਆਪਣੀਆਂ ਕਲਾਸਿਸ ਅਟੈਂਡ ਕਰ ਪਾ ਰਹੇ ਨੇ ਜਾਂ ਨਹੀਂ ਕਰ ਪਾ ਰਹੇ। ਕਰਨ ਥੋੜੇ ਜਿਹਾ ਮੈਂ ਸਰਵੇ ਦੱਸਣ ਲੱਗਿਆ, ਇਹ ਥੰਡਰ ਬੇ ਦੇ ਏਰੀਆ ਦਾ ਸਰਵੇ ਹੈ ਔਰ ਮੇਰੇ ਖਿਆਲ ਹੈ ਹਰ ਥਾਂ ਦੇ ਉੱਤੇ ਲਾਗੂ ਹੁੰਦਾ ਹੋਵੇਗਾ। ਬੱਚੇ ਆਨਲਾਈਨ ਨਹੀਂ ਜਾ ਰਹੇ। ਕਿਉਂ ਨਹੀਂ ਜਾ ਰਹੇ? ਬੱਚਾ 3rd ਗ੍ਰੇਡ 'ਚ, 4th ਗ੍ਰੇਡ 'ਚ, ਪੇਰੈਂਟ ਘਰੇ ਬੈਠਾ ਕੰਮ ਕਰ ਰਿਹਾ, ਲੈਸ ਸਿੰਗਲ ਪੇਰੈਂਟ ਹੈ, ਉਹਨੇ 8 ਘੰਟੇ ਆਨਲਾਈਨ ਬੈਠਾ ਉਹਦਾ ਕੰਮ ਕਰ ਰਿਹਾ, ਵਿੱਚੋਂ ਮਾੜਾ ਮੋਟਾ ਹਿੱਲ ਗਿਆ, ਬੱਚੇ ਨੂੰ ਕਹਿੰਦਾ ਤੁਸੀਂ ਪੜ੍ਹ ਰਹੇ ਹੋ, ਬੱਚਾ ਕਹਿੰਦਾ ਹਾਂ ਮੈਂ ਪੜ੍ਹ ਰਿਹਾ। ਬੱਚਾ ਇਹ ਨਹੀਂ ਪਤਾ ਐਕਸਬੌਕਸ ਤੇ ਗੇਮਾਂ ਖੇਡ ਰਿਹਾ ਜਾਂ ਕੁਛ ਹੋਰ ਕਰ ਰਿਹਾ। ਔਰ ਜਿਹੜੇ ਬੱਚੇ ਐਂਡ ਇਟਸ ਅ ਬਿਗ ਨੰਬਰ, ਮੈਂ ਇਕੱਲੇ ਥੰਡਰ ਬੇ ਦੇ ਜਿਹੜਾ ਸਕੂਲ ਬੋਰਡ ਹੈਗਾ ਉਹਦੇ ਵਿੱਚੋਂ ਹੀ ਮੇਰੇ ਖਿਆਲ 600 ਤੋਂ ਉੱਪਰ ਐਸੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਸਕੂਲ ਦੇ ਵਿੱਚ ਜੁਆਇਨ ਹੀ ਨਹੀਂ ਕਰ ਰਹੇ, ਆਨਲਾਈਨ ਵੀ ਜੁਆਇਨ ਨਹੀਂ ਕਰ ਰਹੇ ਹੈਗੇ। ਔਰ ਫੈਕਟਸ ਇਹ ਨੇ, ਸਟੈਟਸ ਇਹ ਨੇ ਕਿ ਜਿਹੜੇ ਬੱਚੇ 10% ਤੋਂ ਵੱਧ ਕਲਾਸਿਸ ਮਿਸ ਕਰ ਜਾਂਦੇ ਨੇ ਉਹ ਅਗਲੇ ਗ੍ਰੇਡ 'ਚ ਉਹਨਾਂ ਦੇ ਚਾਂਸਿਸ ਘਟ ਜਾਂਦੇ ਨੇ। ਮੈਂ ਤੁਹਾਨੂੰ ਵੀ ਸਵਾਲ ਕਰਨਾ ਚਾਹਾਂਗਾ ਜੀ, ਕੀ ਤੁਸੀਂ ਤੁਹਾਡੇ ਘਰੇ ਬੱਚੇ ਹੈਗੇ ਨੇ, ਘਰੋਂ ਬੱਚੇ ਪੜ੍ਹ ਰਹੇ ਨੇ, ਆਨਲਾਈਨ ਪੜ੍ਹ ਰਹੇ, ਕੀ ਸੱਚੀ ਪੜ੍ਹ ਰਹੇ ਨੇ? ਤੁਸੀਂ ਚੈੱਕ ਵੀ ਕਰਦੇ ਹੋ ਉਹ ਪੜ੍ਹ ਰਹੇ ਆ ਕਿ ਨਹੀਂ ਪੜ੍ਹ ਰਹੇ? ਤੁਸੀਂ ਉਹਨਾਂ ਦਾ ਕੋਈ ਹੋਮਵਰਕ ਵੀ ਦੇਖਦੇ ਹੋ ਜਾਂ ਨਹੀਂ ਦੇਖਦੇ ਹੋ? ਕਿ ਅਸੀਂ ਆਪਣੇ ਕੰਮਾਂ ਦੇ ਕਰਨ ਵਿੱਚ ਹੋਈ ਇੰਨੇ ਬਿਜ਼ੀ ਹੈ ਕਿ ਮੈਨੂੰ ਜ਼ਰੂਰ ਆਈ ਵੁੱਡ ਲਾਈਕ ਟੂ ਨੋ ਦਿਸ ਥਿੰਗ। ਇਟਸ ਅ ਵੈਰੀ ਕੰਸਰਨਿੰਗ ਥਿੰਗ। ਇਹ ਬੱਚਾ ਹੁਣ 1 ਸਾਲ ਮਿਸ ਕਰ ਜਾਂਦਾ ਹੈ, ਅਗਲੇ ਸਾਲ ਨਹੀਂ ਜਾਂਦਾ, ਬੱਚੇ ਦੀ ਸਾਰੀ ਪੜ੍ਹਾਈ 1 ਸਾਲ, ਹੋਰ ਕਰੀਅਰ 1 ਸਾਲ ਪਿੱਛੇ ਚਲਾ ਜਾਂਦਾ ਹੈਗਾ, ਜਿਹੜਾ ਕਿ ਬੜਾ ਵੱਡਾ ਕੰਸਰਨ। ਔਰ ਇਸੇ ਕਰਕੇ ਮੇਰੇ ਖਿਆਲ ਜਿਹੜੀ ਸਾਡੀ ਫੋਰਡ ਸਰਕਾਰ ਹੈ ਉਹਦਾ ਜ਼ੋਰ ਲੱਗਿਆ ਹੋਇਆ ਸੀਗਾ ਕਿ ਆਨਲਾਈਨ ਦੀ ਥਾਂ ਤੇ ਇਨ ਪਰਸਨ ਬੱਚੇ ਸਕੂਲ ਆਉਣ, ਜਿਹੜੇ ਕਿ ਕੋਵਿਡ ਕਰਕੇ ਨਹੀਂ ਜਾ ਸਕਦੇ। ਆਪਣੇ ਸਟੀਵਨ ਲੈਚੇ ਉਹਨਾਂ ਨੇ ਬਹੁਤ ਜ਼ੋਰ ਲਾਇਆ, ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ, ਕਿ ਇਹ ਬੱਚਿਆਂ ਨੂੰ ਆਨਲਾਈਨ ਦੀ ਥਾਂ ਤੇ ਇਨ ਪਰਸਨ ਆ ਕੇ ਸਟੱਡੀ ਕਰਨ, ਪਰ ਕੋਵਿਡ ਕਿਸੇ ਵਸ ਨਹੀਂ ਜਾਣ ਦਿੰਦਾ। ਔਰ ਇਹਦੇ ਜਿਹੜੇ ਰਿਜ਼ਲਟਸ ਨੇ ਇਹ ਹੁਣ ਤੋਂ 6-7 ਮਹੀਨਿਆਂ ਨੂੰ, ਸਾਲ ਨੂੰ ਆਉਣ ਲੱਗਣਗੇ ਕਿ ਅਸੀਂ ਉਦੋਂ ਹੋਰ ਬੱਚਿਆਂ ਨੇ ਕੀ ਕੁਝ ਲੂਜ਼ ਕੀਤਾ। ਬਿਲਕੁਲ ਸਰ, ਤੇ ਉੱਥੇ ਇਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਵਰਕਿੰਗ ਪੇਰੈਂਟਸ ਨੇ, ਜੇਕਰ ਵਰਕ ਫਰੋਮ ਹੋਮ ਕਰ ਰਿਹਾ, ਉਧਰੋਂ ਪੇਰੈਂਟਸ ਦਾ ਉਧਰੋਂ ਟਾਈਮ ਹੋ ਰਿਹਾ ਹੁੰਦਾ ਆਫਿਸ ਦਾ, ਉਧਰੋਂ ਦੂਜੇ ਪਾਸੇ ਬੱਚਿਆਂ ਦਾ ਐਜੂਕੇਸ਼ਨ ਆ, ਇਸ ਤਰੀਕੇ ਨਾਲ ਬੱਚਿਆਂ ਵੱਲ ਧਿਆਨ ਦਿੱਤਾ ਜਾਵੇ ਕਿ ਉਹ ਪੜ੍ਹ ਵੀ ਰਹੇ ਨੇ ਜਾਂ ਉਹ ਕਲਾਸ ਅਟੈਂਡ ਕਰ ਵੀ ਰਹੇ ਨੇ। ਇਟਸ ਨਾਟ ਈਜ਼ੀ, ਕਿਉਂਕਿ ਜਿਹੜਾ ਬੰਦਾ ਅੱਜ ਕੱਲ੍ਹ ਸਿਸਟਮ ਇਹ ਹੈ, ਜਿਹੜਾ ਬੰਦਾ ਘਰੋਂ ਕੰਮ ਕਰ ਰਿਹਾ, ਆਨਲਾਈਨ ਕਰ ਰਿਹਾ, ਉਹ ਸਿਸਟਮਸ ਆਰ ਦੇਅਰ ਜਿਹੜੇ ਚੈੱਕ ਕਰਦੇ ਵੈਦਰ ਯੂ ਆਰ ਵਰਕਿੰਗ ਔਰ ਯੂ ਨਾਟ। ਇਹ ਠੀਕ ਆ, ਉਹਦਾ ਹੋਰ ਇਲਾਜ ਵੀ ਆਇਆ ਜਿਹਨਾਂ ਥੋੜਾ ਸਕਰੀਨ ਮਾੜਾ ਮੋਟਾ ਹੈ ਜਾਂਦਾ, ਪਰ ਤੁਸੀਂ ਉਹ ਸਕਰੀਨ ਨੂੰ ਬਹੁਤਾ ਦੇਰ ਵਰਤ ਨਹੀਂ ਸਕਦੇ, ਉਸ ਤਰ੍ਹਾਂ ਨਹੀਂ ਕਰ ਸਕਦੇ। ਸੋ ਤੁਹਾਨੂੰ ਤਾਂ ਕੰਮ ਕਰਦੇ ਹੋ, ਸੋ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਜਸਟ ਇਮੈਜਿਨ ਕਿ ਤੁਸੀਂ ਜਿਵੇਂ ਆਪਦੇ ਆਫਿਸ 'ਚ ਕੰਮ ਕਰ ਰਹੇ ਹੋ ਉਵੇਂ ਤੁਸੀਂ ਘਰੇ ਕੰਮ ਕਰ ਰਹੇ ਹੋ, ਤੁਸੀਂ ਉਨੇ ਘੰਟੇ ਹੀ ਲਾ ਰਹੇ ਹੋ, ਐਕਚੁਅਲੀ ਤੁਸੀਂ ਉਦੋਂ ਵੱਧ ਲਾ ਰਹੇ ਹੋ, ਉਦੋਂ ਵੱਧ ਕੰਮ ਕਰ ਰਹੇ ਹੋ, ਤੁਹਾਡੀ ਪ੍ਰੋਡਕਟਿਵਿਟੀ ਮੋਸਟਲੀ ਵਧੀ ਹੈ ਪੈਂਡੈਮਿਕ ਦੇ ਦੌਰਾਨ। ਫਿਰ ਬੱਚਿਆਂ ਦਾ ਖਿਆਲ ਕਿਵੇਂ ਕਰੋਗੇ? ਅੱਗੇ ਬੱਚਾ ਸਕੂਲ ਜਾਂਦਾ, ਬੱਚਾ ਟੀਚਰ ਕੋਲੇ ਹੈਗਾ, ਕੁਝ ਟੀਚਰ ਚੈੱਕ ਤਾਂ ਕਰਦਾ, ਟੀਚਰ ਪੜ੍ਹਾਉਂਦਾ ਤਾਂ ਹੈ, ਗਲਤ ਮੈਨੂੰ ਠੀਕ ਤਾਂ ਕਰਦਾ। ਹੁਣ ਤੁਸੀਂ ਕੁਝ ਵੀ ਨਹੀਂ ਕਰ ਰਹੇ, ਤੁਹਾਨੂੰ ਧਿਆਨ ਦਿੱਤਾ ਨਹੀਂ ਜਾ ਰਿਹਾ। ਔਰ ਇਹ ਬਹੁਤ ਇਟਸ ਅ ਮੈਟਰ ਆਫ ਕੰਸਰਨ ਕਿ ਬੱਚਿਆਂ ਦੀ ਪੜ੍ਹਾਈ ਦਾ ਅੱਗੇ ਨੂੰ ਕੀ ਹੋਵੇ। ਬਿਲਕੁਲ ਸਰ, ਹੁਣ ਇੱਕ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਆਪਸੀ ਜੋ ਇਸ ਵਕਤ ਖਹਿਬਾਜ਼ੀ ਚੱਲਦੀ ਪਈ ਹੈ ਉਹਦੀ ਵੀ ਗੱਲ ਕਰ ਲਈਏ। ਜਦੋਂ ਵੀ ਇਲੈਕਸ਼ਨਸ ਦਾ ਮਾਹੌਲ ਹੁੰਦਾ, ਕੋਈ ਚੀਜ਼ ਹੋਈ ਹੈ ਜਾਂ ਨਹੀਂ ਹੋਈ, ਉਹਦੇ ਲਈ ਆਪਸ ਦੇ ਵਿੱਚ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦਾ ਕਾਫੀ ਕਲੈਸ਼ ਚੱਲਦਾ ਹੁੰਦਾ ਹੈ। ਕੋਈ ਪ੍ਰੋਵਿੰਸ਼ੀਅਲ ਸਰਕਾਰ ਫੈਡਰਲ ਸਰਕਾਰ ਤੇ ਦੋਸ਼ ਦਿੰਦੀ ਹੈ ਕਿ ਕੰਮ ਨਹੀਂ ਹੋਇਆ ਇਹਨਾਂ ਕਰਕੇ, ਚੌਥੀ ਫੈਡਰਲ ਸਰਕਾਰ ਕਿਸੇ ਕੰਮ ਲਈ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਦੋਸ਼ ਦਿੰਦੀ ਹੈ। ਖਬਰ ਇਸ ਵਕਤ ਸਾਹਮਣੇ ਅਜਿਹੀ ਆ ਰਹੀ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਦਾ ਮੈਟਰ ਹੈ, ਪਰ ਇਹ 'ਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਫੈਡਰਲ ਸਰਕਾਰ ਵੱਲੋਂ। ਸਰ ਕੀ ਹੈ ਇਹ ਪੂਰਾ ਮਾਮਲਾ? ਤਰਨ ਦੇਖੋ ਕੈਸੀ ਗੱਲ ਹੈਗੀ ਹੈ, ਸਾਡੇ ਜੀ ਹਾਈਵੇ 413 ਪ੍ਰੋਪੋਜ਼ਡ ਹਾਈਵੇ ਆ, ਇਹ ਨਾਰਥ ਆਫ ਬਰੈਂਪਟਨ, ਨਾਰਥ ਆਫ ਟੋਰਾਂਟੋ, ਹਾਈਵੇ 407 401 ਦੇ ਪੈਰਲ ਚੱਲਣਾ ਪ੍ਰੋਪੋਜ਼ਡ ਹਾਈਵੇ ਹੈਗਾ। ਉਹ ਜਿਹੜੀ ਸਾਡੀ ਵਿਨ ਗਵਰਨਮੈਂਟ ਇਹਦੋਂ ਪਹਿਲੀ ਸੀਗੀ, ਕੈਥਰੀਨ ਵਿਨ ਵਾਲੀ ਗਵਰਨਮੈਂਟ ਸੀ, ਲਿਬਰਲ ਸੀ, ਉਹਨੇ ਉਹ ਅਪਰੂਵ ਕੀਤਾ ਸੀਗਾ ਵੀ ਬਣਨਾ ਚਾਹੀਦਾ, ਪਰ ਫਿਰ ਪੈਸੇ ਪਿੱਛੋਂ ਜਾਂ ਕੋਈ ਹੋਰ ਗੱਲਾਂ ਕਰਕੇ ਉਹ ਕੈਂਸਲ ਕਰ ਦਿੱਤਾ। ਕੈਂਸਲ ਨਹੀਂ ਕੀਤਾ, ਪੁੱਟ ਔਨ ਹੋਲਡ। ਫੋਰਡ ਸਰਕਾਰ ਆ ਗਈ, ਉਸ ਤੋਂ ਮਗਰੋਂ ਫੋਰਡ ਸਰਕਾਰ ਨੇ ਕੋਸ਼ਿਸ਼ ਕੀਤੀ
ਵੀ ਉਹ ਸ਼ੁਰੂ ਕੀਤਾ ਜਾਵੇ। ਹੋਰ ਸਰਕਾਰ ਤੇ ਦੋਸ਼ ਇਹ ਲੱਗਣ ਲੱਗੇ ਵੀ ਇਹ ਤਾਂ ਤੁਸੀਂ ਜਿਹੜੇ ਬਿਲਡਰਸ ਆ ਉਹਨਾਂ ਦੇ ਹੱਕ ਦੀ ਗੱਲ ਕਰਨ ਲੱਗੇ ਹੋਏ ਆ, ਤੁਸੀਂ ਉਹਨਾਂ ਦੇ ਐਨੀ ਹਾਓ ਉਹਦਾ ਹੋਰ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੀ এনवायरमेंटल ਅਸੈਸਮੈਂਟ ਹੈ ਦੁਬਾਰੇ ਬਿਠਾ ਦਿੰਦੇ। ਉਹ এনवायरमेंट ਅਸੈਸਮੈਂਟ ਹਜੇ ਚੱਲ ਹੀ ਰਹੀ ਹੈ ਔਰ ਚਾਂਸਸ ਹੈ এনवायरमेंट ਅਸੈਸਮੈਂਟ ਨੇ ਇਹ ਗੱਲ ਕਹਿ ਦੇਣੀ ਹੈ ਕਿ ਇੱਥੇ ਹਾਈਵੇ ਹਜੇ ਨਹੀਂ ਬਣਨਾ ਚਾਹੀਦਾ ਕਿਉਂਕਿ ਸਰਕਾਰ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਹਾਈਵੇ ਨਹੀਂ ਬਣਾ। ਪਰ ਖਾਲੀ ਗੱਲ ਖੁਸਰ ਪੁਸਰ ਹੋ ਰਹੀ ਹੈ। ਫੈਡਰਲ ਗਵਰਨਮੈਂਟ ਦਾ ਕੋਈ ਮਤਲਬ ਨਹੀਂ ਹੈ, ਪ੍ਰੋਵਿੰਸ਼ੀਅਲ ਗੱਲ ਹੈਗੀ ਆ। ਸਾਡੀ ਜਿਹੜੀ ਫੈਡਰਲ ਗਵਰਨਮੈਂਟ ਆ, ਜਿਹੜੇ ਟਰੂਡੋ ਸਾਹਿਬ ਨੇ ਜੀ ਉਹਨਾਂ ਦੀ ਗਵਰਨਮੈਂਟ ਆ, ਉਹਨੇ ਅੱਜ ਇਹ ਗੱਲ ਕੀਤੀ ਵੀ ਅਸੀਂ 413 ਦਾ ਆਪ এনवायरमेंटल ਅਸੈਸਮੈਂਟ ਕਰਾਉਣੀ ਆ। ਕਿਉਂ? ਉਸ ਏਰੀਏ ਦੇ ਵਿੱਚ ਜਿਹੜੀਆਂ ਫੈਡਰਲ ਕਾਨੂੰਨ ਦੇ ਅੰਡਰ ਚੀਜ਼ਾਂ ਆਉਂਦੀਆਂ ਨੇ, ਜਿਹੜੇ ਸਪੀਸੀਜ਼ ਨੇ ਉਹ ਉਸ ਦੇ ਵਿੱਚ ਹੈਗੇ ਆ। ਇਹ ਬਹਾਨਾ ਬੜਾ ਸਾਰਾ ਆਲ ਓਵਰ ਕੈਨੇਡਾ ਇਹੋ ਜਿਹੀ ਗੱਲ ਹੋਏਗੀ। ਉਹਨਾਂ ਨੇ ਕਿਉਂ ਕੀਤੀ? ਇਹਦੇ 'ਚ ਪੱਕੀ ਗੱਲ ਹੈ ਜੀ, ਆਹ ਨੰਬਰ ਅੱਜ ਘਟ ਗਏ ਨਾ, ਅੱਜ ਨੰਬਰ ਘਟ ਗਏ ਨਾ, 2700 ਨੰਬਰ ਆ ਗਿਆ। ਇਹ ਕੰਮ ਉਧਰ ਨੂੰ ਜਾ ਰਿਹਾ ਹੁਣ ਇਲੈਕਸ਼ਨ ਵਾਲੇ ਪਾਸੇ ਨੂੰ। ਇਲੈਕਸ਼ਨ ਆ ਰਹੀ ਹੈ, ਜਿਹੜੇ ਏਰੀਆ ਦੇ ਵਿੱਚੋਂ ਇਹ ਹਾਈਵੇ ਲੰਘਣਾ ਉਹ ਏਰੀਆ ਮੋਸਟਲੀ ਕੰਜ਼ਰਵੇਟਿਵ ਸੀਟਾਂ ਨੇ। ਜੇ ਫੈਡਰਲ ਗਵਰਨਮੈਂਟ ਲਿਬਰਲ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅਸੀਂ এনवायरमेंट ਦਾ ਬਹੁਤ ਖਿਆਲ ਕਰਦੇ ਹਾਂ, ਅਸੀਂ ਆਪ ਦਾ এনवायरमेंट ਦਾ ਖਰਚਾ ਕੀਤਾ, ਅਸੀਂ ਇਹ ਸਰਵੇ ਕੀਤਾ ਔਰ ਇਸ ਕਰਕੇ এনवायरमेंट ਦੇ ਉੱਤੇ ਬਹੁਤ ਵੱਡਾ ਇੰਪੈਕਟ ਪਏਗਾ ਤੇ ਅਸੀਂ ਇਹ ਜਿਹੜਾ ਹਾਈਵੇ ਬਣ ਨਹੀਂ ਦੇਣਾ, ਇਹ ਅਸੀਂ ਆਪ ਦੇ ਨੇ ਸਟਾਪ ਕਰ ਦਿੰਦੇ ਹਾਂ। ਅਸੀਂ এনवायरमेंटਲਿਸਟ ਹੋ ਗਏ ਨਾ, ਅਸੀਂ ਕਿੰਨਾ ਖਿਆਲ ਰੱਖ ਰਹੇ ਹਾਂ এনवायरमेंट ਦਾ, ਅਸੀਂ ਇਹ ਕਰ ਰਹੇ ਹਾਂ ਤੇ ਉਸ ਏਰੀਆ ਦੇ ਵੋਟਾਂ ਦੇ ਉੱਤੇ ਸ਼ਾਇਦ ਫਰਕ ਪਵੇਗਾ। ਜਿਹੜੀ ਇਲੈਕਸ਼ਨ ਆ ਰਹੀ ਹੈ, ਜੇ ਕਿਤੇ ਇਲੈਕਸ਼ਨ ਨਾ ਆਉਣੀ ਹੁੰਦੀ ਤਾਂ ਤੁਹਾਡਾ ਕੀ ਮਤਲਬ ਹੈ? ਟਰੂਡੋ ਸਰਕਾਰ ਨੂੰ ਇਹ ਸਿਰਦਰਦੀ ਲੈਣ ਦੀ ਕੀ ਲੋੜ ਹੈਗੀ ਹੈ ਵੀ ਅੰਟਾਰੀਓ ਦੇ ਵਿੱਚ ਆ ਕੇ ਪੰਗੇ ਲੈਂਦਾ ਫਿਰੇ? ਤੁਸੀਂ ਇਹ ਦੇਖੋ, ਇਹ ਤਾਂ ਪ੍ਰੋਪੋਜ਼ਡ ਪਲਾਨ ਹੈ, ਤਾਂ ਕਰਕੇ ਫੈਡਰਲ ਸਰਕਾਰ ਇਹਦੇ 'ਚ ਆਪਣੀ ਜਿਹੜੀ ਆ ਨੱਕ ਵਿੱਚ ਅੜਾ ਰਹੀ ਹੈ। ਜਿਹੜਾ ਆਲਰੇਡੀ ਹੋ ਚੁੱਕਿਆ ਹਾਈਵੇ 427 ਦੀ ਗੱਲ ਕਰ ਲਈਏ, ਉਹਦੇ ਬਾਰੇ ਸਰ ਕੀ ਹੈ, ਕਦੋਂ ਤੱਕ ਉਹਦਾ ਉਦਘਾਟਨ ਹੋਣ ਦੇ ਚਾਂਸਸ ਨੇ? ਦੇਖੋ ਜੀ, ਉਦਘਾਟਨ ਨਹੀਂ ਇਹਦਾ ਹੋਣਾ, ਲੱਗਦਾ ਨਹੀਂ ਹੈ। ਦੇਖੋ ਜਿਹੜੇ ਆਪਣੇ ਖਾਸ ਕਰਕੇ ਜਿਹੜੇ ਆਪਣੇ ਰਹਿੰਦੇ ਜੀ ਉਹਦੇ 'ਚ ਵੌਨ ਦੇ ਏਰੀਆ 'ਚ ਰਹਿੰਦੇ ਆ, ਬਰੈਂਪਟਨ 'ਚ ਰਹਿੰਦੇ ਆ, ਇਹ ਸਾਰਿਆਂ ਨੂੰ 427 ਇਫੈਕਟ ਕਰ ਰਿਹਾ ਜੀ। ਤੁਹਾਨੂੰ ਜੇ ਪਤਾ ਹਰ ਰੋਜ਼ ਲੰਘਦੇ ਹੋ 427 ਬਣਿਆ ਹੋਇਆ, ਲੇਨਸ ਬਣੀਆਂ ਹੋਈਆਂ ਨੇ, ਖੋਲਿਆ ਨਹੀਂ ਗਿਆ। ਕਿਉਂ ਨਹੀਂ ਖੋਲਿਆ ਗਿਆ? ਦੇਖੋ ਕਿਹਦਾ ਰੇਟ ਕਾ ਪਿਆ ਹੈ। $114 ਮਿਲੀਅਨ, $144 ਮਿਲੀਅਨ ਸਰਕਾਰ ਨੇ ਲਾਸਟ ਕਿਸ਼ਤ ਦੇਣੀ ਆ ਜਿਹੜੇ ਬਿਲਡਰ ਨੇ ਇਹ ਬਣਾਇਆ। ਸਰਕਾਰ ਨੇ ਪੰਗਾ, ਫੋਰਡ ਸਰਕਾਰ ਨੇ ਪੰਗਾ ਪਾਤਾ ਜੀ ਇਹ ਹਾਈਵੇ ਠੀਕ ਨਹੀਂ ਹੈ, ਇਹਦੇ ਉੱਤੇ ਕੁਝ ਨੁਕਸ ਹੈਗੇ ਨੇ, ਉਹ ਤੁਸੀਂ ਨੁਕਸ ਦੂਰ ਕਰੋ ਤਾਂ ਅਸੀਂ ਤੁਹਾਨੂੰ ਕਿਸ਼ਤ ਦੇਵਾਂਗੇ। ਉਹਨੂੰ ਕਿਸ਼ਤ ਨਹੀਂ ਜਾ ਰਹੀ ਤੇ ਉਹ ਨਹੀਂ ਕਰ ਰਿਹਾ। ਗੱਲ ਕਿੱਥੇ ਗਈ ਹੈ? ਇਟਸ ਇਨ ਦਾ ਕੋਰਟ ਨਾਓ। ਜਦ ਤੱਕ ਇਹ ਕੋਰਟ 'ਚ ਜੀ ਫੈਸਲਾ ਹੁੰਦਾ ਉਦੋਂ ਤੱਕ ਇਹ ਹਾਈਵੇ ਨਹੀਂ ਜੀ ਖੁੱਲ੍ਹਣਾ। $616 ਮਿਲੀਅਨ ਲੱਗੇ ਇਸ ਹਾਈਵੇ ਦੇ ਉੱਤੇ, ਖੁੱਲੂਗਾ ਉਦੋਂ ਜਦੋਂ ਇਸ ਚੀਜ਼ ਦਾ ਫੈਸਲਾ ਹੋਊਗਾ। ਔਨ ਟਾਪ ਆਫ ਦੈਟ ਜਿਹੜੀ ਫੋਰਡ ਗਵਰਨਮੈਂਟ ਆ, ਜਿਹੜਾ ਉਹ ਕੰਸਟੋਰੀਅਮ ਹੈਗਾ ਜਿਨ੍ਹਾਂ ਨੇ ਹਾਈਵੇ ਬਣਾਇਆ, ਉਹਨਾਂ ਤੇ ਹਰ ਰੋਜ਼ $10,000 ਦਾ ਫਾਈਨ ਕਰ ਰਹੀ ਹੈ ਜਿੰਨੇ ਦਿਨ ਇਹ ਨਹੀਂ ਖੁੱਲਦਾ ਹੈਗਾ। ਇਮੈਜਿਨ ਕਰੋ ਪੈਸੇ ਕਿੱਥੇ ਜਾ ਰਹੇ, ਕਿੰਨਾ ਬਣੀ ਤੁਰਿਆ ਜਾ ਰਿਹਾ। ਔਰ ਉਹ ਕਿੱਥੇ ਨਿਬੜੇਗਾ? ਹੁਣ ਕੋਰਟ ਚਲਾ ਗਿਆ। ਕੋਰਟ ਦੇ ਵਿੱਚ ਜੇ ਕੋਈ ਫੈਸਲਾ ਹੋਏਗਾ, ਸਰਕਾਰ ਕਹਿ ਰਹੀ ਹੈ ਸਰਟਨ ਥਾਵਾਂ ਦੇ ਉੱਤੇ ਹਾਈਵੇ ਨੀਵਾਂ ਬਹੁਤ, ਉੱਥੇ ਪਾਣੀ ਖੜਦਾ, ਜਿਹੜਾ ਕਿ ਚਾਂਸ ਹੈ ਕਿ ਡੇਂਜਰਸ ਬਹੁਤ ਹੈਗਾ। ਇਹ ਨਹੀਂ ਪਤਾ ਸੱਚੀ ਖੜਦਾ, ਖਾਂਦੇ ਦੀ ਦਾੜੀ ਹਿਲਦੀ ਹੈ, ਇਹ ਗੱਲ ਕੀਤੀ ਹੋਈ ਹੈਗੀ। ਸੋ ਇਸੇ ਕਰਕੇ ਜਿਹੜਾ ਤੁਹਾਡਾ 427 ਹਰ ਰੋਜ਼ ਉੱਥੇ ਹਜੇ ਭੀੜ ਭੜੱਕਾ ਹੁੰਦਾ, ਤੁਸੀਂ ਜਾ ਕੇ ਬੋਟਲਨੈਕ ਹੋ ਜਾਂਦਾ ਹੈਗਾ, ਉੱਥੇ ਜਾ ਕੇ ਟ੍ਰੈਫਿਕ ਫਸ ਜਾਂਦਾ। ਦੈਟ ਇਜ਼ ਦਾ ਰੀਜ਼ਨ। ਇਸੇ ਕਰਕੇ ਜਿਹੜਾ ਹਾਈਵੇ ਹਜੇ ਖੁੱਲ੍ਹ ਨਹੀਂ ਰਿਹਾ, ਜਦ ਤੱਕ ਇਹਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਇਹਦਾ ਹਾਲ ਇਹੀ। ਸਰ, ਹਾਈਵੇ ਦੀ ਗੱਲ ਕੀਤੀ ਜਾਵੇ, ਇੱਕ ਪਾਸੇ ਆਬਾਦੀ ਇੰਨੀ ਜ਼ਿਆਦਾ ਵੱਧ ਰਹੀ ਹੈ, ਅਸੀਂ ਦੇਖ ਰਹੇ ਹਾਂ, ਦੂਜੇ ਪਾਸੇ ਹਾਈਵੇਜ਼ ਦਾ ਨਿਰਮਾਣ ਵੀ ਹੋ ਰਿਹਾ, ਹਾਈਵੇਜ਼ ਓਪਨ ਨਹੀਂ ਕੀਤੇ ਜਾ ਰਹੇ। ਇੱਕ ਪਾਸੇ এনवायरमेंट ਦਾ ਇਸ਼ੂ ਤੁਸੀਂ ਕ੍ਰੀਏਟ ਕਰ ਰਹੇ ਹੋ, ਦੂਜੇ ਪਾਸੇ ਆਬਾਦੀ ਜਿਹੜੀ ਵੱਧ ਰਹੀ ਆ ਉਹਨੂੰ ਵੀ ਰੋਡਸ ਚਾਹੀਦੀਆਂ ਨੇ। ਸੋ ਕਿੱਥੇ ਜਾ ਕੇ ਇਹ ਜਿਹੜਾ ਮਾਮਲਾ ਨਿਕਲੂਗਾ? ਮੈਂ ਤੁਹਾਡੀ ਇਸ ਗੱਲ ਦੇ ਹੱਕ। ਜੇ ਤੁਸੀਂ ਚਾਹੁੰਦੇ ਹੋ ਵੀ ਤਰੱਕੀ ਕਰਨੀ ਹੈ ਤਾਂ ਹਾਈਵੇ ਤੇ ਕੱਢਣੇ ਪੈਣਗੇ ਤੁਹਾਨੂੰ। ਹਾਈਵੇ এনवायरमेंट ਅਸੈਸਮੈਂਟ ਕਰਕੇ ਅੱਗੇ ਵੀ ਕੱਢੇ ਹੀ ਹੈ। ਜਿਹੜਾ 401 ਹੈ ਜੀ, ਜਿਹੜਾ ਸਭ ਤੋਂ ਸਾਡਾ ਜੀ ਟਰਾਂਸ ਕੈਨੇਡਾ ਹਾਈਵੇ ਹੈ 401 ਆ। ਜਦੋਂ ਇਹ ਬਣਾਇਆ ਗਿਆ ਸੀਗਾ, ਇਹ ਟੋਰਾਂਟੋ ਸ਼ਹਿਰ ਤੋਂ ਬਿਲਕੁਲ ਬਾਹਰ ਬਣਾਇਆ ਗਿਆ ਸੀਗਾ। ਇਮੈਜਿਨ ਕਰੋ ਹੁਣ ਟੋਰਾਂਟੋ ਸ਼ਹਿਰ ਦੇ ਬਿਲਕੁਲ ਵਿੱਚ ਦੀ ਲੰਘਦਾ, ਆਸੇ ਪਾਸੇ ਬਣਨਾ ਹੀ ਬਣਨਾ। 407 ਬਣਿਆ, ਆਸੇ ਪਾਸੇ ਵਧੀ ਵਧਣ ਲੱਗੀ ਹੈ। 413 ਨਾਲ ਵੀ ਐਵੇਂ ਹੀ ਹੋਏਗਾ ਔਰ ਇਹ ਅਖੀਰ ਕਰਨਾ ਪੈਣਾ, ਮੰਨਣ ਜਾਂ ਨਾ ਮੰਨਣ। ਸਿਰਫ ਇਹ ਹੈ ਸਰਕਾਰਾਂ ਕੋਲੇ ਕਹਿੰਦੇ ਪੈਸੇ ਨਹੀਂ ਹੈ, ਪੈਸੇ ਕਰਜ਼ਾ ਲੈਣਾ ਲੈ ਲਓ, ਟੈਕਸਪੇਅਰ ਨਹੀਂ ਪੈਸੇ ਦੇਣੇ ਆ, ਆਪਾਂ ਦੇ ਦੇਣੇ ਆ, ਅਸੀਂ ਹੁਣ ਦੇਣੋਂ ਹਟ ਜਾਵਾਂਗੇ, ਤੁਸੀਂ ਤਾਂ ਸ਼ੁਰੂ ਕਰ ਲਓ, ਤੁਹਾਡੀ ਜਨਰੇਸ਼ਨ ਦੇਗੀ। ਵੈਸੇ ਆਉਂਦੇ ਆ, ਦੇਈ ਤੁਰੇ ਜਾਣੇ ਆ ਔਰ ਤਰੱਕੀਆਂ ਤਾਂ ਹੀ ਆਉਣਗੀਆਂ ਜੇ ਤੁਸੀਂ ਇਨਵੈਸਟਮੈਂਟ ਕਰੋਗੇ। ਮਤਲਬ
ਸਾਡੀ ਜਨਰੇਸ਼ਨ ਵੀ ਜਿਹੜੀ ਆ ਹਾਈਵੇ 427 ਦੇ ਕੋਲੋਂ ਦੀ ਉਹ ਲੰਘੂਗੀ। ਅਸੀਂ 401 ਦੇ ਦੇ ਰਹੇ ਹਾਂ, ਅਸੀਂ 401 ਦੇ ਦਿੱਤੇ ਆ ਤੇ ਹੁਣ ਤੁਸੀਂ 427 ਵਾਲੇ ਨਹੀਂ, ਤੁਸੀਂ 413 ਵਾਲੇ ਦੇਵੋਗੇ। ਤੁਹਾਡੀ ਇਹ ਵਾਰੀ ਆਏਗੀ ਇਸ ਕਿਉਂਕਿ ਪਰ ਜੇ ਤਰੱਕੀ ਕਰਨੀ ਹੈ ਤਾਂ ਜਦ ਤੱਕ ਤੁਹਾਡੇ ਮੀਨਸ ਆਫ ਟਰਾਂਸਪੋਰਟੇਸ਼ਨ, ਮੀਨਸ ਆਫ ਕਮਿਊਨੀਕੇਸ਼ਨ ਠੀਕ ਨਹੀਂ ਹੈਗੇ, ਹਾਊ ਯੂ ਗੋਇੰ ਟੂ ਡੂ ਇਟ। ਤੁਸੀਂ ਆਬਾਦੀ ਹਰ ਰੋਜ਼ ਲੱਖ ਬੰਦਾ ਹਰ ਸਾਲ GTA ਦੇ ਵਿੱਚ ਆ ਰਿਹਾ, ਇਹ ਪ੍ਰੂਵਨ ਨੰਬਰਸ ਨੇ ਜੀ। ਹੁਣ ਉਹ ਲੱਖ ਬੰਦਾ ਜਿਹੜਾ ਆ ਰਿਹਾ, ਇਮੈਜਿਨ ਕਰੋ ਉਹਨੇ ਕਿਤੇ ਰਹਿਣਾ ਤਾਂ ਹੈ, ਵਸਣਾ ਤਾਂ ਹੈ, ਉਹਨੇ ਕਿੱਥੇ ਵਸੇਗਾ, ਦੁਬਾਰਾ ਅੱਗੇ ਨੂੰ ਜਾਏਗਾ, ਉੱਥੇ ਆ ਕੇ ਜ਼ਰੂਰ ਪਏਗੀ। ਤੁਸੀਂ ਹਾਈਵੇ ਦੀ ਗੱਲ ਕਰਦੇ ਹੋ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਐਮਿਊਜ਼ਨ ਅਸੀਂ ਘਟਾਉਣਾ ਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਆ ਦੂਸਰੀਆਂ ਕਾਰਸ ਜਿਹੜੀਆਂ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਘੱਟ ਕੀਤਾ ਜਾਵੇ। 2030 ਤੱਕ ਅਸੀਂ ਕਹਿ ਰਹੇ ਹਾਂ ਐਮਿਊਜ਼ਨ ਨੂੰ ਅਸੀਂ ਇੰਨੇ % ਘੱਟ ਕਰ ਦੇਵਾਂਗੇ। ਕਦਮ ਫਿਰ ਵੀ ਸਰਕਾਰ ਵਧਾ ਰਹੀ ਆ। ਬਰੈਂਪਟਨ ਦੇ ਵਿੱਚ ਜਿਵੇਂ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਪ੍ਰੈਸ ਕਾਨਫਰੰਸ ਹੋਈ ਸੀ, ਉਸ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਫੈਡਰਲ ਸਰਕਾਰ ਵੱਲੋਂ ਵਿੱਚ ਫੰਡਿੰਗ ਕਰਕੇ ਕਿ ਬੱਸਿਸ ਚਲਾਉਣਗੇ ਬਰੈਂਪਟਨ ਦੇ ਵਿੱਚ। ਸੋ ਹੁਣ ਫਾਈਨਲੀ ਕਿਹਾ ਜਾ ਰਿਹਾ ਕਿ ਸੋਨੀਆ ਸਿੱਧੂ ਦਾ ਜੀ ਬਿਆਨ ਸਾਹਮਣੇ ਆਇਆ ਕਿ 4 ਮਈ ਤੋਂ ਜਿਹੜੀਆਂ 4 ਬੱਸਿਸ ਨੇ ਬਰੈਂਪਟਨ ਦੇ ਵਿੱਚ ਬੱਸਿਸ ਚੱਲਣੀਆਂ ਸ਼ੁਰੂ ਹੋ ਰਹੀਆਂ ਨੇ। ਬਿਲਕੁਲ ਜੀ। ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ? ਫਾਈਨਲੀ ਉਸ ਚੀਜ਼ ਵੱਲ ਅੱਗੇ ਵਧ ਰਹੀਆਂ ਨੇ, ਪਰ ਬੱਸਿਸ ਕਿੰਨੀਆਂ ਕੁ ਕਾਮਯਾਬ ਸਾਬਿਤ ਹੋਣਗੀਆਂ? ਟੋਰਾਂਟੋ ਦੇ ਵਿੱਚ ਆਲਰੇਡੀ ਬੱਸਿਸ ਚੱਲ ਰਹੀਆਂ ਨੇ, ਮਿਸਿਸਾਗਾ ਵਿੱਚ ਵੀ ਬੱਸਿਸ ਚੱਲ ਰਹੀਆਂ ਨੇ ਤੇ ਸਾਡੇ ਬਰੈਂਪਟਨ ਦੇ ਵਿੱਚ ਆ ਗਈਆਂ ਨੇ। ਅਖੀਰ ਇਹ ਇਟਸ ਅ ਨਿਊ ਟੈਕਨੋਲੋਜੀ, ਇਸ ਪਾਸੇ ਨੂੰ ਸਾਰੇ ਵਧ ਰਹੇ ਨੇ। ਇੱਕ ਗੱਲ ਜਿਹੜੀ ਸਾਈਡ ਤੇ ਡਿਸਕਸ਼ਨ ਨਹੀਂ ਹੋ ਰਹੀ ਉਹ ਇਹ ਹੈ ਕਿ ਜਿਹੜੀਆਂ ਬੱਸਿਸ ਹੈਗੀਆਂ ਨੇ, ਤੁਹਾਨੂੰ ਇਮੇਜਿਨ ਕਰੋ ਤਰਨ ਸਾਰਿਆਂ ਦੇ ਘਰੇ ਕਾਰ ਹੈ, ਇਲੈਕਟ੍ਰਿਕ ਕਾਰ ਹੈ, ਉਹਨੂੰ ਚਾਰਜ ਤਾਂ ਕਰਨਾ, ਉਹਨੂੰ ਜਿਹੜੀ ਬਿਜਲੀ ਪ੍ਰੋਡਿਊਸ ਕਰਨੀ ਹੈ ਕਿੰਨੀ ਜ਼ਿਆਦਾ ਹੋਰ ਕਰਨੀ ਪਏਗੀ, ਕਿੰਨੀਆਂ ਜ਼ਿਆਦਾ ਲਾਈਨਾਂ ਵੀ ਹੋਰ ਪਾਉਣੀਆਂ ਪੈਣਗੀਆਂ ਕਿ ਜਿਹੜੀ ਅੱਜ ਕੱਲ੍ਹ ਆਮ ਘਰਾਂ ਦੇ ਵਿੱਚ ਬਿਜਲੀ ਆਉਂਦੀ ਹੈ ਕੀ ਉਹ ਇਨਫ ਪਾਵਰ ਹੋ ਸਕੇਗੀ, ਕਿ ਉਹ ਲਾਈਨਾਂ ਚੱਲਣਗੀਆਂ? ਉਹਦੇ ਵਾਸਤੇ ਹੋਰ ਲਾਈਨਾਂ ਪਾਉਣੀਆਂ। ਔਨ ਟੌਪ ਆਫ ਦੈਟ ਜਿਹੜੀ ਬੈਟਰੀ ਆ ਰਹੀ ਹੈ, ਬੈਟਰੀ ਨੂੰ ਡਿਸਪੋਜ਼ ਆਫ ਕਿਵੇਂ ਕਰਨਾ, ਇਹ ਉਦੋਂ ਬੜੀ ਵੱਡੀ ਪ੍ਰੋਬਲਮ ਹੈਗੀ ਆ। ਉਹਦਾ এনवायरमेंट ਤੇ ਜਿਹੜਾ ਇਫੈਕਟ ਪੈਣਾ, ਉਹਦੀਆਂ ਅਜੇ ਤੱਕ ਸਾਰੀਆਂ ਕੈਲਕੂਲੇਸ਼ਨਾਂ ਨਹੀਂ ਲੱਗੀਆਂ ਹੈਗੀਆਂ, ਉਹਦੇ ਵੱਖਰੇ ਪ੍ਰੋਬਲਮਸ ਆਉਣਗੀਆਂ। ਪਰ ਹਾਂ ਇਸ ਵੇਲੇ ਸਭ ਦਾ ਜ਼ੋਰ ਇਹ ਲੱਗਿਆ ਹੈ ਕਿ ਜਿਹੜੇ ਇੰਟਰਨਲ ਕੰਬਸਸ਼ਨ ਇੰਜਨ ਕਹਿੰਦੇ ਆਪਾਂ ਇਹਨਾਂ ਨੂੰ, ਜਿਹੜੇ ਗੈਸ ਵਾਲੇ ਨੇ, ਉਹ ਇੰਜਨ ਇਹਨੂੰ ਖਤਮ ਹੋ ਰਿਹਾ ਤੇ ਇਲੈਕਟ੍ਰਿਕ ਆ ਰਿਹਾ, ਤੇ ਉਹਦੀ ਜੋ ਇਲੈਕਟ੍ਰਿਕ ਸਾਰਾ ਹੋ ਗਿਆ ਜੀ, ਉਹਦੇ ਨਾਲ ਦੀਆਂ ਪ੍ਰੋਬਲਮਸ। ਬਿਲਕੁਲ, ਭਾਵੇਂ ਸਰਕਾਰ ਨੂੰ ਅਸੀਂ ਕੁਐਸਚਨਸ ਪੁੱਟ ਕਰ ਸਕਦੇ ਹਾਂ, ਪਰ ਪੁੱਟ ਕਰੀਏ ਕਿਸ ਤਰੀਕੇ ਨਾਲ? ਕਈ ਵਾਰੀ ਤਾਂ ਕਈ ਨੇਤਾ ਇਹੋ ਜਿਹੇ ਹੁੰਦੇ ਨੇ ਜੇ ਉਹਨਾਂ ਨੂੰ ਕੁਐਸਚਨ ਪੁੱਟ ਕੀਤੇ ਜਾਂਦੇ ਨੇ, ਵਿੱਚ ਹੀ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਜਾਂਦੇ ਨੇ। ਤਾਜ਼ਾ ਮਾਮਲਾ ਸਾਹਮਣੇ ਆ ਜੀ ਲੌਂਗ ਟਰਮ ਕੇਅਰ ਮਿਨਿਸਟਰ ਦਾ, ਜਿਨ੍ਹਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਈ ਤਿੱਖੇ ਸਵਾਲ ਕੀਤੇ ਗਏ। ਸਵਾਲ ਅਜਿਹੇ ਕਿ ਜਿਨ੍ਹਾਂ ਦਾ ਉਹ ਜਵਾਬ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਤੋਂ ਤੁਰਦੇ ਹੋਏ ਨਜ਼ਰ ਆਏ। ਮੈਰੀਲੀ ਫਲੋਟਰ ਨੇ ਜੀ, ਸਾਡੇ ਅੰਟਾਰੀਓ ਦੇ ਮਿਨਿਸਟਰ ਨੇ ਜੀ, ਲੌਂਗ ਟਰਮ ਜਿਹੜੀ ਕੇਅਰ ਮਿਨਿਸਟਰ ਹੈਗੇ ਨੇ। ਗੱਲ ਇਹ ਮਤਲਬ ਇਹਨਾਂ ਨੂੰ 2 ਸਾਲ ਹੋ ਗਏ ਨੇ ਤੇ ਇਹ ਕੋਵਿਡ ਕਰਕੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਬਹੁਤ ਬੁਰਾ ਹਾਲ ਹੈ। ਇਹ ਗੱਲ ਠੀਕ ਹੈ ਕਿ 2 ਸਾਲਾਂ 'ਚ ਕੁਝ ਨਹੀਂ ਕੀਤਾ ਜਾ ਸਕਦਾ। ਇਹਨਾਂ ਨੇ ਹੁਣ ਤੱਕ ਦੋਸ਼ ਪਹਿਲੀਆਂ ਸਰਕਾਰਾਂ ਨੂੰ ਦਿੱਤਾ, ਠੀਕ ਹੈ ਵੈਨ ਗਵਰਨਮੈਂਟ ਨੂੰ ਦਿੱਤਾ, ਉਦੋਂ ਪਹਿਲਾਂ ਹੈਰਿਸ ਗਵਰਨਮੈਂਟ ਸੀ ਕਿ ਉਹਨੂੰ ਦਿੱਤਾ, ਇਹ ਮਗੰਟੀ ਗਵਰਨਮੈਂਟ ਸੀ ਉਹਨੂੰ ਦਿੱਤਾ, ਦੇਣਾ ਚਾਹੀਦਾ, ਠੀਕ ਹੈ। ਪਰ ਤੁਹਾਡੇ ਤੋਂ 2 ਸਾਲਾਂ 'ਚ ਕੁਝ ਨਹੀਂ ਹੋਇਆ। ਅੱਜ ਰਿਪੋਰਟ ਆਈ ਹੈ ਇਸ ਮਾਮਲੇ ਦੀ, ਜਿਹੜੀ ਕਿ ਰਿਪੋਰਟ ਦੇ ਵਿੱਚ ਇਹ ਗੱਲ ਕਿਹਾ ਕਿ 26 ਜਿਹੜੀਆਂ ਮੌਤਾਂ ਇਸ ਕਰਕੇ ਹੋਈਆਂ ਨੇ ਸਿਰਫ ਡੀਹਾਈਡਰੇਸ਼ਨ, ਪਾਣੀ ਨਹੀਂ ਦਿੱਤਾ ਗਿਆ। ਜਿਹੜੇ ਸੀਨੀਅਰਸ ਹੋਮ ਦੇ ਵਿੱਚ ਮੌਤਾਂ ਨੇ 26 ਇਸ ਕਰਕੇ ਹੋਈਆਂ ਨੇ, ਇਕੱਲਾ ਪਾਣੀ ਨਹੀਂ ਦਿੱਤਾ ਗਿਆ ਤੇ ਉਹਨਾਂ ਦੀ ਸਾਫ਼ ਸਫਾਈ ਨਹੀਂ ਕੀਤੀ, ਇਸ ਕਰਕੇ ਡੈਥਸ ਹੋਈਆਂ ਨੇ। ਜਦੋਂ ਅਜਿਹੇ ਅੱਜ ਕੁਐਸਚਨ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਸੀ, ਪ੍ਰੈਸ ਰਿਪੋਰਟਰਸ ਨੇ ਜਦੋਂ ਪੁੱਛੇ ਸਵਾਲ, ਤਾਂ ਇਹ ਮਿਨਿਸਟਰ ਉਸ ਪ੍ਰੈਸ ਕਾਨਫਰੰਸ ਨੂੰ ਵਿੱਚੇ ਛੱਡ ਕੇ ਵਾਪਸ ਚਲੇ ਗਏ, ਵਿਚ ਇਜ਼ ਟੋਟਲੀ ਰੌਂਗ। ਕੋਈ ਵੀ ਕਾਰਨ ਹੋ ਸਕਦਾ। ਹੁਣ ਉਹਦਾ ਆ ਗਿਆ ਜਵਾਬ ਇਹ ਹੈ ਜੀ ਮੈਂ ਹਾਊਸ ਦੇ ਵਿੱਚ ਜਾਣਾ ਸੀਗਾ, ਉੱਥੇ ਮੀਟਿੰਗ ਸੀਗੀ, ਮੈਂ ਇਸ ਕਰਕੇ ਜਾਣਾ ਚਾਹੁੰਦਾ ਸੀ। ਨੋ, ਈਦਰ ਯੂ ਡੋਂਟ ਕਾਲ ਦਾ ਕਾਨਫਰੰਸ। ਜੇ ਕਾਨਫਰੰਸ ਕਾਲ ਕੀਤੀ ਹੈ ਤਾਂ ਤੁਸੀਂ ਜਵਾਬ ਦੇ ਕੇ ਜਾਓ। ਜਿਹੜੇ ਪਹਿਲਾਂ ਸਵਾਲ ਕੀਤੇ ਗਏ ਉਹ ਸਾਰਿਆਂ ਸਵਾਲਾਂ ਦੇ ਉੱਤੇ ਸ਼ੀ ਵਾਸ ਐਟ ਸ਼ੇਕੀ ਗਰਾਊਂਡਸ ਨੈਚੁਰਲੀ ਹੈ, ਕਿਉਂਕਿ ਤੁਹਾਡੇ ਕੋਲ ਮਹਿਕਮਾ ਉਹ ਹੈ, ਤੁਹਾਨੂੰ ਸਵਾਲ ਕੀਤੇ ਜਾਣਗੇ, ਤੁਹਾਨੂੰ ਜਵਾਬ ਦੇਣਾ ਹੀ ਪਏਗਾ। ਜੇ ਜਵਾਬ ਨਹੀਂ ਦੇਣਾ ਤਾਂ ਤੁਸੀਂ ਕੁਇਟ ਐਜ਼ ਅ ਮਿਨਿਸਟਰ। ਤੁਹਾਨੂੰ ਜਵਾਬ ਦੇ ਦੇਣਾ ਚਾਹੀਦਾ ਵੀ ਮੈਂ ਆਈ ਕੈਨ ਨਾਟ ਹੈਂਡਲ ਇਟ, ਇਹ ਮੇਰੇ ਤੋਂ ਭਾਈ ਮਿਨਿਸਟਰੀ ਕੋਈ ਹੋਰ ਸੰਭੋ, ਆਪਾਂ ਚੱਲੇ। ਇਹ ਨਹੀਂ ਹੈ, ਇਹ ਵੀ ਨਹੀਂ ਕਰਨਾ, ਛੱਡਣਾ ਵੀ ਹੈ ਨਹੀਂਗਾ। ਉਦੋਂ ਮਗਰੋਂ ਆ ਕੇ ਲੈਜਿਸਲੇਚਰ ਵਿੱਚ ਬੜੇ ਵੱਡੇ ਬਿਆਨ ਦਿੱਤੇ ਇਹਨਾਂ ਨੇ ਆ ਕੇ, ਪਰ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚੋਂ ਜਵਾਬ ਤੁਹਾਨੂੰ ਸਵਾਲ ਕਰ ਰਿਹਾ, ਸਵਾਲ ਕਰਦੇ ਜਵਾਬ ਦਿੱਤੇ ਬਿਨਾਂ ਤੁਸੀਂ ਛੱਡ ਕੇ ਚਲੇ ਜਾਣਾ, ਇਹ ਬੁਜ਼ਦਰੀ ਹੈ। ਤੁਹਾਨੂੰ ਇਹ ਚਾਹੀਦਾ ਨਹੀਂ ਸੀਗਾ, ਡਿਜ਼ਰਵ ਨਹੀਂ ਕਰਦੇ ਟੂ ਬੀ ਮਿਨਿਸਟਰ, ਮੇਰਾ ਖਿਆਲ ਇਹ ਹੈ। ਔਰ ਇਹ ਗੱਲ ਆਲਰੇਡੀ ਆਪੋਜੀਸ਼ਨ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ। ਮਿਸਟਰ ਫੋਰਡ ਆਲਰੇਡੀ ਅੰਡਰ ਪ੍ਰੈਸ਼ਰ,
ਪਤਾ ਨਹੀਂ ਕੀ ਕੁਛ ਉਹਨਾਂ ਦੇ ਮਨ 'ਚ ਚੱਲ ਰਿਹਾ, ਕੀ ਕੁਛ ਨਹੀਂ ਹੋ ਰਿਹਾ। ਦੇਖੋ ਇਸ ਚੀਜ਼ ਨੂੰ ਉਹ ਕਿਵੇਂ ਹੈਂਡਲ ਕਰਦੇ। ਬਿਲਕੁਲ ਸਰ, ਪਰ ਉੱਥੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਇੱਕ ਅਜਿਹਾ ਮੁਲਕ ਆ ਜਿਹੜਾ ਕਿ ਰਿਫਿਊਜੀਜ਼ ਨੂੰ ਖੁੱਲੀਆਂ ਬਾਹਾਂ ਨਾਲ ਬੁਲਾਉਂਦਾ ਆ। ਸੋ ਇੱਥੇ ਰਿਫਿਊਜੀਜ਼ ਆਉਂਦੇ ਆ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਂਦੇ ਆ, ਬਿਹਤਰ ਬਣਾਉਂਦੇ ਆ, ਤੇ ਕਾਫੀ ਲੀਨੀਅੰਟ ਵੀ ਨੇ ਇਸ ਮਾਮਲੇ ਵਿੱਚ ਕੈਨੇਡਾ ਦੇ ਰਿਫਿਊਜੀ ਨਿਯਮ। ਪਰ ਇਹਨਾਂ ਦਾ ਹੀ ਫਾਇਦਾ ਜਿਹੜਾ ਹੈ ਹੁਣ ਕੈਨੇਡਾ ਨੂੰ ਨੁਕਸਾਨ ਵੀ ਦੇ ਸਕਦਾ ਆ। ਕੈਨੇਡਾ ਇਸ ਵਕਤ ਰਿਫਿਊਜੀਆਂ ਨੂੰ ਆਪਣੇ ਟਰੈਵਲ ਬੈਨ ਦੇ ਚੱਲਦਿਆਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇ ਰਿਹਾ, ਤੇ ਰਿਫਿਊਜੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਵਿੱਚ ਆਉਣਾ ਚਾਹੁੰਦੇ ਨੇ। ਸਰ, ਮਾਮਲਾ ਹੁਣ ਇੱਥੇ ਤੱਕ ਪਹੁੰਚ ਚੁੱਕਿਆ ਕਿ ਉਹ ਚਾਹਣ ਤਾਂ ਕੈਨੇਡਾ ਉੱਤੇ ਮਾਮਲਾ ਵੀ ਦਰਜ ਕਰਵਾ ਸਕਦੇ ਨੇ। ਬਿਲਕੁਲ ਤਰਨ, ਜਿਹੜੇ ਅਸਾਈਲਮ ਸੀਕਰਸ ਨੇ ਉਹ ਆਉਂਦੇ ਨੇ ਤੇ ਸਾਨੂੰ ਅਸੀਂ ਮੋੜ ਤੇ ਕਹਿੰਦੇ ਪਿਛਲੇ ਸਾਲ ਦੇ ਵਿੱਚ ਪਿਛਲੇ 13 ਮਹੀਨਿਆਂ 'ਚ ਅਸੀਂ 300 ਤੋਂ ਉੱਪਰ ਅਸਾਈਲਮ ਸੀਕਰਸ ਵਾਪਸ ਮੋੜੇ ਨੇ। ਇਸ ਕਰਕੇ ਮੋੜੇ ਨੇ, ਕੋਵਿਡ ਹੈ ਜੀ ਸਾਡੇ, ਅਸੀਂ ਕਰ ਨਹੀਂ ਸਕਦੇ, ਤੁਸੀਂ ਮਹੀਨੇ ਬਾਅਦ ਆਇਓ, ਮਹੀਨੇ ਬਾਅਦ ਫਿਰ ਕਹਿੰਦੇ ਮਹੀਨੇ ਬਾਅਦ ਆਇਓ, ਕਿਉਂਕਿ ਜਿਹੜੀ ਸਾਡੀ ਐਕਸਟੈਂਸ਼ਨ 30 ਦਿਨਾਂ ਦੀ ਹੋਈ ਹੈ, 30 ਦਿਨਾਂ ਦੇ ਬੈਨ ਕਰਦੇ ਹਾਂ, 30 ਦਿਨਾਂ ਦੀ ਬੈਨ ਕਰਦੇ ਹਾਂ ਹਰ ਵਾਰੀ। ਔਰ ਉਸ ਦੇ ਉੱਤੇ ਜਿਹੜੀ ਸਰਕਾਰ ਹੈਗੀ ਹੈ ਉਹਨੂੰ, ਜਿਹੜੀ ਰੈਫਿਊਜੀ ਕਲੇਮੈਂਟਸ ਨੂੰ ਜਿਹੜੇ ਲਾਇਰਸ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ 'ਤੇ ਕੇਸ ਕਰਾਂਗੇ ਵੀ ਤੁਸੀਂ ਉਹਨਾਂ ਨੂੰ, ਜਿਹੜਾ ਇਮੈਜਿਨ ਕਰੋ ਕਿ ਐਸੇ ਕੰਟਰੀਜ਼ ਨੇ ਵੀ ਤੁਸੀਂ, ਕੋਈ ਤੁਹਾਡੇ ਅਸਾਈਲਮ ਸੀਕ ਕਰਨ ਚਾਹੁੰਦਾ, ਆਉਣਾ ਚਾਹੁੰਦਾ, ਤੁਸੀਂ ਬਣ ਨਹੀਂ ਦਿੰਦੇ, ਅਸੀਂ ਤੁਹਾਡੇ 'ਤੇ ਕੇਸ ਕਰਾਂਗੇ। ਔਰ ਇਹ ਸਰਕਾਰਾਂ ਚੱਲਦੀਆਂ ਨੇ, ਇਹ ਦੇਸ਼ ਸਾਡਾ, ਇਹ ਦੇਸ਼ ਚੱਲਦੇ ਇਸ ਗੱਲ ਤੇ। ਅਸੀਂ ਟੈਕਸ ਪੇਅਰਸ ਸਾਰੇ ਰਲ ਕੇ ਇਸ ਗੱਲ ਨੂੰ ਚੱਲਦੇ ਹਾਂ। ਸਾਡੇ ਤੇ ਜਦੋਂ ਕੇਸ ਹੁੰਦਾ ਤਾਂ ਅਸੀਂ ਉਹਨੂੰ ਪੇ ਵੀ ਕਰਨਾ, ਅਸੀਂ ਉਹਨਾਂ ਨੂੰ ਆਇਆ ਨਾਲੇ ਸਾਂਭਣਾ ਵੀ ਹੈਗਾ। ਅਸੀਂ ਇੱਕ ਐਸਾ ਦੇਸ਼ ਹੈਗਾ, ਇੱਕ ਕੇਸ ਐਸਾ ਹੈਗਾ ਜਿਹਨੂੰ ਕਿ ਅਸੀਂ ਵਾਪਸ ਭੇਜਤਾ ਤੇ ਉਹਨੂੰ US ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ, ਉਹਦਾ ਕੇਸ ਹੁਣ ਹੋਰ ਕੰਪਲੀਕੇਟਡ ਹੋ ਜਾਣਾ, ਸਾਡੀ ਸਰਕਾਰ ਵਾਸਤੇ ਸਿਰਦਰਦੀ ਹੋਏਗੀ। ਪਰ ਇਹ ਗੱਲ ਜ਼ਰੂਰ ਹੈਗੀ ਆ, ਉਹਨਾਂ ਨੇ ਜਿਹੜੇ ਕੈਨੇਡੀਅਨ ਐਸੋਸੀਏਸ਼ਨ ਆਫ ਰੈਫਿਊਜੀ ਲਾਇਰਸ ਹੈਗੀ ਆ, ਉਹਨਾਂ ਨੇ ਲੀਗਲ ਐਕਸ਼ਨ ਆਲਰੇਡੀ ਇਹ ਫਾਈਲ ਕਰ ਦਿੱਤਾ ਹੈ ਸਰਕਾਰ ਤੇ ਵੀ ਤੁਸੀਂ ਉਹਨਾਂ ਨੂੰ ਬਿਨਾਂ ਗੱਲੋਂ ਵਾਪਸ ਕਿਉਂ ਭੇਜ ਰਹੇ ਹੋ, ਤੁਸੀਂ ਐਜ਼ ਏ ਅਸਾਈਲਮ ਸੀਕਰਸ ਆ ਰਹੇ ਨੇ, ਤੁਸੀਂ ਉਹਨਾਂ ਨੂੰ ਅਸਾਈਲਮ ਕਿਉਂ ਨਹੀਂ ਦੇ ਰਹੇ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਗੱਲ ਕਰੀਏ, ਜਦੋਂ ਦੋ ਦੇਸ਼ਾਂ ਦੀ ਆਪਸ ਦੇ ਵਿੱਚ ਗੱਲ ਹੁੰਦੀ ਆ ਤਾਂ ਫੈਡਰਲ ਸਰਕਾਰ ਦੇ ਉੱਤੇ ਜ਼ਿਆਦਾ ਬਲੇਮ ਆਉਂਦਾ ਆ। ਵਿਰੋਧੀ ਧਿਰ ਵੀ ਉਸ ਮੌਕੇ ਤੇ ਸਰਕਾਰ ਨੂੰ ਜਿਹੜਾ ਆ ਕੋਸਣ ਤੋਂ ਬਾਜ਼ ਨਹੀਂ ਆਉਂਦੀ ਹੈਗੀ। ਅਜਿਹਾ ਮਾਮਲਾ ਸਾਹਮਣੇ ਆਇਆ ਆਸਟ੍ਰੇਲੀਆ ਦੇ ਵਿੱਚ। ਭਾਰਤ ਵਿੱਚ ਕਰੋਨਾ ਵਾਇਰਸ ਦੇ ਜੋ ਹਾਲਾਤ ਨੇ, ਉਸ ਕਰਕੇ ਬਹੁਤੇ ਮੁਲਕਾਂ ਨੇ ਇਸ ਵਕਤ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ, ਚਾਹੇ ਉਹ ਡਾਇਰੈਕਟ ਹੋਣ ਚਾਹੇ ਇਨਡਾਇਰੈਕਟ ਫਲਾਈਟਸ ਹੋਣ, ਉਹਨਾਂ ਨੂੰ ਬੈਨ ਕੀਤਾ ਹੋਇਆ, ਟਰੈਵਲ ਬੈਨ ਲੱਗ ਰਹੇ ਨੇ, ਐਡਵਾਈਜ਼ਰੀਜ਼ ਜਾਰੀ ਹੋ ਰਹੀਆਂ ਨੇ। US ਤੋਂ ਬਾਅਦ ਕੈਨੇਡਾ ਪਹਿਲਾਂ ਆਇਆ, ਕੈਨੇਡਾ ਨੇ ਡਾਇਰੈਕਟ ਫਲਾਈਟਸ ਬੈਨ ਕੀਤੀਆਂ। ਉਸ ਤੋਂ ਬਾਅਦ US ਦੇ ਵਿੱਚ 4 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਭਾਰਤ ਤੋਂ ਫਲਾਈਟਸ ਜਿਹੜੀਆਂ ਬੈਨ ਨੇ। ਆਸਟ੍ਰੇਲੀਆ ਦੀ ਇੱਥੇ ਗੱਲ ਕਰਨ ਜਾ ਰਹੇ ਹਾਂ। ਆਸਟ੍ਰੇਲੀਆ ਨੇ ਵੀ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ। ਅਜੇ ਕੋਈ ਵੀ ਆਸਟ੍ਰੇਲੀਆ ਵਿੱਚ ਭਾਰਤ ਦੀ ਫਲਾਈਟ ਨਹੀਂ ਆਏਗੀ। ਇਸ ਤੋਂ ਵੀ ਸਖਤ ਕਦਮ ਇਹ ਚੁੱਕਿਆ ਗਿਆ ਕਿ ਜੇਕਰ ਕੋਈ ਕਿਸੇ ਵੀ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਉੱਤੇ ਭਾਰੀ ਜੁਰਮਾਨਾ ਵੀ ਲੱਗੇਗਾ। ਜਿਸ ਤੋਂ ਬਾਅਦ ਹੁਣ ਜਿਹੜੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਹੈ, ਉਸ ਨੂੰ ਸਰਕਾਰ ਦਾ ਇਹ ਜਿਹੜਾ ਵਤੀਰਾ ਉਹ ਵਧੀਆ ਨਹੀਂ ਲੱਗ ਰਿਹਾ। ਉਹਨਾਂ ਦੇ ਸ਼ੈਡੋ ਮਿਨਿਸਟਰ ਨੇ ਜੀ ਐਂਡਰੂ ਜਾਇਲਸ, ਉਹਨਾਂ ਨੇ ਇਹ ਗੱਲ ਕੀਤੀ ਹੈਗੀ ਹੈ। ਜੇ ਸੋਚੀਏ ਤਾਂ ਸਰਕਾਰ ਕੀ ਕਰੇ, ਜੇ ਸਰਕਾਰ ਆਪਣੇ ਇੱਥੇ ਹਾਲ ਹੀ ਹੈ, ਅਸੀਂ ਇਹ ਕਹਿੰਦੇ ਸਰਕਾਰ ਨੂੰ ਕਹਿੰਦੇ ਬੰਦ ਕਰੋ ਬੰਦ ਕਰੋ, ਅਸੀਂ ਕਿਹਾ ਫਲਾਈਟਾਂ ਬੰਦ ਕਰੋ, ਇਹ ਜਾਂ ਕੁਛ ਬੰਦ ਕਰੋ, ਇਹ ਜਾਂ ਕੁਛ ਉੱਥੋਂ ਦੇ ਲੋਕ ਕਹਿ ਰਹੇ ਨੇ। ਜੇ ਉਹ ਬੰਦ ਕਰਦੇ ਹੈਗੇ ਨੇ ਤਾਂ ਆਪੋਜੀਸ਼ਨ ਕਹਿਣ ਲੱਗੀ ਤੁਸੀਂ ਉਹਨਾਂ ਨੂੰ ਬੰਦ ਕਿਉਂ ਕੀਤਾ। $66,000 ਤੱਕ ਫਾਈਨ ਹੋ ਸਕਦਾ ਜਿਹੜਾ ਕੋਈ ਇੰਡੀਆ ਚੋਂ ਇਸ ਵੇਲੇ ਆਉਂਦਾ, ਜੇ ਕੋਸ਼ਿਸ਼ ਕਰਦਾ ਹੈਗਾ। ਇੰਡੀਆ ਦੀ ਹਾਲਤ ਮਾੜੀ ਹੈ, ਜੇ ਉੱਥੋਂ ਦੀ ਸਰਕਾਰ ਨੇ ਬੈਨ ਕਰ ਦਿੱਤਾ ਤਾਂ ਕਿੱਡੀ ਐਸੀ ਗੱਲ ਹੈਗੀ ਹੈ। ਜੇ ਬੈਨ ਜਦੋਂ, ਹਾਲਾਂਕਿ ਜਿਹੜੀ ਮੈਂ ਆਈ ਵਿਲ ਡਿਫੈਂਡ ਦਾ ਆਸਟ੍ਰੇਲੀਅਨ ਗਵਰਨਮੈਂਟ ਹੀਅਰ, ਜਿਹੜੇ ਸਕਾਟ ਮੋਰਿਸਨ ਨੇ, ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਰੀਪੈਟਰੀਏਸ਼ਨ ਫਲਾਈਟਸ ਅਸੀਂ ਚਾਲੂ ਕਰ ਰਹੇ ਹਾਂ ਬੜੀ ਛੇਤੀ। ਜਿੰਨੇ ਵੀ ਉੱਥੇ ਆਸਟ੍ਰੇਲੀਅਨ ਇੰਡੀਆ ਦੇ ਵਿੱਚ ਫਸੇ ਹੋਇਆ, ਜਿਵੇਂ ਸਾਡੀ ਕੈਨੇਡੀਅਨ ਗਵਰਨਮੈਂਟ ਲੈ ਕੇ ਆਈ ਸੀਗੀ, ਉਹਨਾਂ ਨੂੰ ਵਾਪਸ ਲਿਆਉਣ ਬਾਰੇ ਉਹ ਸੋਚ ਰਹੇ ਨੇ ਔਰ ਛੇਤੀ ਮੇਰੇ ਖਿਆਲ ਕਰ ਵੀ ਦਿੱਤਾ ਜਾਵੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਕਦੋਂ ਦਾ ਪੈਂਡੈਮਿਕ ਚੱਲ ਰਿਹਾ, ਜਦ ਤੁਹਾਨੂੰ ਪਤਾ ਵੀ ਇਹ ਕਿਸੇ ਵੇਲੇ ਕੰਮ ਹੋ ਸਕਦਾ, ਕਰਨ ਕੀ ਗਏ ਹੋ। ਮੈਂ ਥੋੜਾ ਰਫ ਹਾਂ ਇਸ ਮਾਮਲੇ ਦੇ ਵਿੱਚ, ਤੁਹਾਨੂੰ ਪਤਾ ਵੀ ਇਹ ਗੱਲ ਹੋ ਸਕਦੀ ਹੈ। ਸਾਡੇ ਆਪਾਂ ਕੈਨੇਡੀਅਨਸ ਨੂੰ ਦੱਸਿਆ ਸੀਗਾ ਵੀ ਇੱਕ ਮੈਂਬਰ ਪਾਰਲੀਮੈਂਟ ਦਾ ਟਵੀਟ ਆ ਗਿਆ ਤੇ ਕੱਲ ਨੂੰ ਇਹ ਕੰਮ ਹੋਣ ਦੇ ਚਾਂਸਸ ਹੋ ਗਏ ਆ। ਸਭ ਨੂੰ ਪਤਾ ਇਹ ਗੱਲ ਹੈ। COVID-19 ਹੈ, ਤੁਸੀਂ ਕਰਨ ਕੀ ਗਏ ਹੋ, ਤੁਹਾਨੂੰ ਕੋਈ ਬਹੁਤ ਕੰਮ ਐਮਰਜੈਂਸੀ ਹੋਈ, ਤੁਸੀਂ ਸਣੇ ਪਰਿਵਾਰ ਗਏ ਹੋਏ ਹੋ। ਆ ਜਿਹੜਾ ਕੇਸ ਆਇਆ ਨਾ, ਉਹ ਸਣੇ ਪਰਿਵਾਰ ਗਿਆ ਹੈ। ਸਣੇ ਪਰਿਵਾਰ ਕੀ ਕਰਨ ਗਿਆ, ਕਿਸੇ ਵਿਆਹ ਸ਼ਾਦੀ ਤੇ ਗਏ ਹੋ। ਜੇ ਕੋਈ ਹੋਰ ਕਾਰਨ ਹੋ ਜਾਂਦੇ ਨੇ, ਕੋਈ ਐਮਰਜੈਂਸੀ ਹੁੰਦੀ ਹੈ, ਕੋਈ ਡੈਥ ਹੋ ਜਾਂਦੀ ਹੈ, ਕੋਈ ਬਿਮਾਰ ਕਾਰਨ, ਫਿਰ ਇਕੱਲਾ ਬੰਦਾ ਜਾਂਦਾ ਜਿਹਦਾ ਉਹ ਇੱਕ ਸਾਈਡ ਤੋਂ ਦੋਸਤ ਮਿੱਤਰ ਪਿਆਰਾ ਰਿਸ਼ਤੇਦਾਰ ਹੁੰਦਾ। ਸਾਰਾ ਪਰਿਵਾਰ ਕੀ ਕਰਨ ਗਏ ਹੋ, ਜਿਹੜੇ ਹੁਣ ਗਏ ਹੋਏ ਹੋ। ਫਿਰ ਤੁਸੀਂ ਕਹਿੰਦੇ ਸਾਡੀ ਸਰਕਾਰ ਸਾਨੂੰ ਵਾਪਸ ਮੰਗਾਵੇ। ਸਰਕਾਰਾਂ ਤੇ ਕਿੰਨਾ ਖਰਚਾ, ਅਸੀਂ ਕਿੰਨੇ ਖਰਚਾ ਕੀਤਾ, ਚੱਲਿਆ ਅਸੀਂ ਨਾਲੇ ਚੱਲਿਆ। ਇਹੀ ਹਾਲ ਆਸਟ੍ਰੇਲੀਆ ਦਾ। ਮੇਰਾ ਖਿਆਲ ਹੈ ਜਿਹੜੇ ਇਹਨਾਂ ਦੇ ਮਿਸਟਰ ਜਾਇਲਸ ਨੇ, ਇਹਨਾਂ ਨੂੰ ਇਹ ਹੁਣ ਸਿਆਸਤ ਖੇਡੀ ਜਾ ਰਹੀ ਹੈ, ਇਹਨਾਂ ਨੂੰ ਇਹ ਮੇਰੇ ਕੋਲ ਗੱਲ ਕਰਨ ਦੀ ਲੋੜ ਹੈ। ਐਕਚੁਅਲ 'ਚ ਉਹਨਾਂ ਦਾ ਕਹਿਣਾ ਕਿ ਸਿਰਫ ਭਾਰਤ ਹੀ ਕਿਉਂ, ਤੇ ਦੂਜਾ ਜਿਹੜਾ ਫਾਈਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨੂੰ ਫਾਈਨ ਕੀਤਾ ਜਾਏਗਾ ਜੇਕਰ ਕੋਈ ਆਉਣ ਦੀ ਕੋਸ਼ਿਸ਼ ਵੀ ਕਰਦਾ। ਇਸ ਗੱਲ ਨੂੰ ਲੈ ਕੇ ਜ਼ਿਆਦਾ ਪੁਆਇੰਟ ਹਾਈਲਾਈਟ ਹੋਇਆ ਕਿ ਤੁਸੀਂ ਫਲਾਈਟਾਂ ਬੰਦ ਕਰ ਰਹੇ ਹੋ। ਦੂਜੀ ਗੱਲ ਆ
ਇੱਕ ਹੀ ਕੰਟਰੀ ਨੂੰ ਬਾਰ-ਬਾਰ ਹਾਈਲਾਈਟ ਕਿਉਂ ਕੀਤਾ ਜਾ ਰਿਹਾ, ਜਾਂ ਫਿਰ ਉਹਨਾਂ ਦੇ ਨਾਗਰਿਕਾਂ ਨੂੰ ਜੇ ਇੱਥੇ ਆਉਂਦੇ ਆ ਕਿਸੇ ਵੀ ਤਰੀਕੇ ਨਾਲ ਆਪਣਾ ਪਹੁੰਚਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਉੱਤੋਂ ਦੀ ਫਾਈਨ ਦੀ ਗੱਲ ਆਖ ਰਹੇ ਹੋ ਉਹਨਾਂ ਨੂੰ? ਫਿਰ ਤੁਸੀਂ ਡਿਸਟਰੈਕਸ਼ਨ ਕੀ ਹੋਊਗੀ? ਡਿਸਟਰੈਕਸ਼ਨ ਇਹ ਇੱਕ ਬੜੀ ਵੱਡੀ ਕਰ ਦਿੱਤੀ ਗਈ, ਅਸੀਂ ਤੁਹਾਨੂੰ ਫਾਈਨ ਵੀ ਕਰਾਂਗੇ ਜੇ ਤੁਸੀਂ ਆਓਗੇ। ਇਹਦਾ ਮਤਲਬ ਇਹ ਹੈ ਵੀ ਤੁਸੀਂ ਭਾਈ ਜੇ ਉੱਥੇ ਰਹੋ, ਤੁਹਾਨੂੰ ਇੱਥੋਂ ਆਉਣ ਦੀ ਲੋੜ ਨਹੀਂ ਹੈ, ਇਕੱਲਾ ਇੰਡੀਆ ਕੋ ਆਈ ਐਗਰੀ ਵਿੱਚ। ਜਿਹੜੇ ਹੋਰ ਕੰਟਰੀਜ਼ 'ਚ ਇਹੋ ਜਿਹਾ ਹਾਲ ਸੀਗਾ, ਉਹਨਾਂ ਨੂੰ ਬ੍ਰਾਜ਼ੀਲ ਦੇ ਉੱਤੇ ਨਹੀਂ ਲਾਇਆ, ਉਹਨਾਂ ਨੇ ਇਟਲੀ ਤੇ ਨਹੀਂ ਇਹ ਲਾਇਆ, ਸਮ ਕੰਟਰੀਜ਼ ਇਨ ਦਾ ਯੂਰਪ ਉਹਨਾਂ ਦਾ ਇਹ ਹਾਲ ਆ, ਉਹਦੇ ਉੱਤੇ ਨਹੀਂ ਲਾਇਆ, ਇਕੱਲੇ ਇੰਡੀਆ ਤੇ ਕਿਉਂ ਲਾਇਆ? ਮੇਰਾ ਖਿਆਲ ਹੈ ਇੰਡੀਆ ਤੇ ਆਸਟ੍ਰੇਲੀਆ ਦਾ ਸੰਬੰਧ ਬਹੁਤ ਜ਼ਿਆਦਾ ਹੈਗਾ। ਇੰਡੀਆ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਾਂਦੇ ਹੈਗੇ ਨੇ, ਔਰ ਇਸ ਵੇਲੇ ਮੇਰੇ ਖਿਆਲ 66,000 ਤੋਂ ਉੱਪਰ ਬੰਦਾ ਫਸਿਆ ਹੋਇਆ ਬੈਠਾ, ਇੰਨਾ ਬੰਦਾ ਹੈਗਾ ਜੀ ਉੱਥੇ, ਉਹਨਾਂ ਨੂੰ ਲੈ ਕੇ ਆਉਣਾ, ਇਸੇ ਕਰਕੇ ਮੇਰੇ ਖਿਆਲ ਤੇ ਲਾਇਆ ਹੋਗਾ। ਅਦਰਵਾਈਜ਼ ਇੰਡੀਆ ਦੀ ਹਾਲਤ ਇਸ ਵੇਲੇ ਜੋ ਅੰਦਰੂਨੀ ਹਾਲਤ ਹੈ COVID-19 ਕਰਕੇ, ਲੁਕਸ ਲਾਈਕ ਇਟਸ ਆਊਟ ਆਫ ਕੰਟਰੋਲ। ਕਹਿ ਵੀ ਦਿੱਤਾ ਗਿਆ ਤਾਂ ਮੇਰੇ ਖਿਆਲ ਸਾਨੂੰ ਐਜ਼ ਇੰਡੀਅਨ ਐਕਸੈਪਟ ਕਰਨੀ ਚਾਹੀਦੀ ਵੀ ਸਾਡੀ ਉੱਥੇ ਹਾਲਤ ਮਾੜੀ ਹੈਗੀ ਹੈ, ਤੇ ਜਦੋਂ ਹਾਲਾਤ ਸਹੀ ਹੋਣਗੇ ਸਾਨੂੰ ਬਾਕੀ ਦੇ ਐਕਸੈਪਟ ਕਰਨਗੇ। ਪਰ ਇਸ ਚੀਜ਼ ਨੂੰ ਜਿਹੜਾ ਹਾਲਾਤ ਤੁਸੀਂ ਮਾੜੀ ਦੀ ਗੱਲ ਆਖੀ ਹੈ, ਇਹਨੂੰ ਹੁਣ ਕਈ ਮੁਲਕ ਅਜਿਹੇ ਨੇ ਜਿਹੜੇ ਕਿ ਜ਼ੋਰ ਸ਼ੋਰ ਨਾਲ ਚੁੱਕਣ ਵੀ ਲੱਗ ਗਏ ਨੇ। ਅਸੀਂ ਨਿਊਜ਼ੀਲੈਂਡ ਦੀ ਉਰੇ ਗੱਲ ਕਰਨ ਜਾ ਰਹੇ ਹਾਂ। ਨਿਊਜ਼ੀਲੈਂਡ ਦਾ ਜਿਹੜਾ ਹਾਈ ਕਮਿਸ਼ਨ ਹੈ ਇਸ ਵਕਤ ਦਿੱਲੀ ਦੇ ਵਿੱਚ, ਉਹਨਾਂ ਦੇ ਕੁਝ ਮੈਂਬਰਸ ਦੀ ਗੱਲ ਕਰਦੇ ਹਾਂ। ਉਹਨਾਂ ਨੇ ਆਪਣੇ ਮੈਂਬਰਸ ਨੂੰ ਇੱਕ ਹੀ ਜਗ੍ਹਾ ਤੇ ਇਕੱਠਾ ਕਰ ਲਿਆ ਤਾਂ ਕਿ ਭਾਰਤ ਵਿੱਚ ਜੋ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ ਉਹਦੇ ਕਰਕੇ ਉਹਨਾਂ ਦੇ ਮੈਂਬਰਸ ਨੂੰ ਕੋਈ ਵੀ ਕੋਵਿਡ ਦੀ ਬਿਮਾਰੀ ਜਾਂ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨਾ ਲੱਗੇ। ਕਿਤੇ ਕਿਸੇ ਤਰੀਕੇ ਨਾਲ ਉਹਨਾਂ ਵਿੱਚੋਂ ਇੱਕ ਮੈਂਬਰ ਜਿਹੜਾ ਆ ਉਹ ਬਿਮਾਰ ਹੋ ਜਾਂਦਾ, ਜਿਸ ਤੋਂ ਬਾਅਦ ਉੱਥੋਂ ਦੇ ਕੌਂਸੂਲੇਟ ਵੱਲੋਂ ਟਵਿੱਟਰ ਦੇ ਉੱਤੇ ਜਿਹੜਾ ਟਵੀਟ ਕੀਤਾ ਜਾਂਦਾ ਭਾਰਤ ਦੇ ਇੱਕ ਮਿਨਿਸਟਰ ਨੂੰ ਹੈਸ਼ਟੈਗ ਵਿੱਚ ਨਾਲ ਪਾ ਕੇ ਕਿ ਸਾਡੇ ਇਸ ਪਰਸਨ ਦੀ ਤਬੀਅਤ ਢਿੱਲੀ ਹੈ ਤੇ ਇਹਨਾਂ ਦੇ ਲਈ ਆਕਸੀਜਨ ਸਿਲੰਡਰ ਨੂੰ ਅਰੇਂਜ ਕੀਤਾ ਜਾਵੇ। ਇਸ ਵਕਤ ਜੋ ਹਾਲਾਤ ਨੇ, ਆਕਸੀਜਨ ਸਿਲੰਡਰ ਪਤਾ ਨਹੀਂ ਮਿਲੇਗਾ ਜਾਂ ਨਹੀਂ ਮਿਲੇਗਾ। ਜਿਸ ਤੋਂ ਬਾਅਦ ਆਕਸੀਜਨ ਸਿਲੰਡਰ ਤਾਂ ਮਿਲ ਗਿਆ, ਪਰ ਭਾਰਤ ਸਰਕਾਰ ਨੇ ਇਸ ਦੇ ਉੱਤੇ ਆਪੱਤੀ ਜਤਾਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਬਿਨਾਂ ਪਹਿਲਾਂ ਸਾਡੀ ਅਥਾਰਟੀਜ਼ ਨਾਲ ਗੱਲ ਕੀਤੇ ਤੁਸੀਂ ਸਿੱਧਾ ਟਵੀਟ ਕਰ ਰਹੇ ਹੋ ਕਿ ਸਾਨੂੰ ਆਕਸੀਜਨ ਸਿਲੰਡਰ ਜਿਹੜਾ ਮੁਹੱਈਆ ਕਰਵਾਇਆ ਜਾਵੇ। ਜਿੱਤੇ ਹੁਣ ਜੈਸਿੰਡਾ ਆਰਡਨ ਦਾ ਵੀ ਬਿਆਨ ਆ ਗਿਆ। ਕੀ ਕਹੋਗੇ ਸਰ? ਪਹਿਲਾਂ ਤਾਂ ਤੁਹਾਨੂੰ ਦੱਸਾਂ ਹਾਈ ਕਮਿਸ਼ਨ ਤੇ ਅੰਬੈਸਡਰ 'ਚ ਫਰਕ ਕੀ ਹੁੰਦਾ। ਦੋ ਸ਼ਬਦ ਵਰਤੇ ਜਾਂਦੇ ਹਨ। ਜਿੰਨੇ ਅੰਬੈਸਡਰ ਤੇ ਹਾਈ ਕਮਿਸ਼ਨਰ ਇੱਕੋ ਰੈਂਕ, ਜਿੰਨੇ ਕਾਮਨਵੈਲਥ ਕੰਟਰੀਜ਼ ਨੇ ਉਹਨਾਂ ਦੇ ਆਪਸ ਵਿੱਚ ਹਾਈ ਕਮਿਸ਼ਨਸ ਨੇ। ਜਿਹੜਾ ਕਾਮਨਵੈਲਥ ਕੰਟਰੀ ਦੋ ਆਪਸ ਵਿੱਚ ਨਹੀਂ ਹੈਗੇ ਉੱਥੇ ਅੰਬੈਸਡਰਸ। ਇਹ ਜਿਹੜਾ ਸਾਡਾ ਨਿਊਜ਼ੀਲੈਂਡ ਦਾ ਹਾਈ ਕਮਿਸ਼ਨਰ ਹੈ ਜੀ, ਫਿਰ ਉਹਨੂੰ ਅਖੀਰ ਮਾਫੀ ਮੰਗਣੀ ਪਈ ਹੈ ਜਦੋਂ ਉਹਨੇ ਟਵੀਟ ਕੀਤਾ ਕਿ ਸਾਨੂੰ ਟਵੀਟ ਪ੍ਰੋਬਲਮ ਕਿਉਂ ਆਈ ਹੈ। ਯੂਥ ਕਾਂਗਰਸ ਦੇ ਕਿਸੇ ਲੀਡਰ ਕੋਲੇ ਉਹ ਟਵੀਟ ਗਿਆ ਤੇ ਉਹਨੇ ਫਿਰ ਅੱਗੇ ਵੰਡਤਾ ਵੀ ਆਹ ਗੱਲ ਹੋ ਗਈ ਹੈਗੀ ਹੈ। ਸਰਕਾਰ ਨੂੰ ਇਹ ਵੀ ਆਪੋਜੀਸ਼ਨ ਕੋਲੇ ਕਿਉਂ ਗੱਲ ਕੀ ਹੈ, ਗੱਲ ਵੀ ਠੀਕ ਕਰਨੀ ਸਰਕਾਰ ਕੋਲੇ ਹੋਈ ਚਾਹੀਦੀ ਸੀ। ਨਿਊਜ਼ੀਲੈਂਡ ਗਵਰਨਮੈਂਟ ਨੇ ਇਹ ਕਹਿਣਾ ਚਾਹੀਦਾ ਸੀ ਸਰਕਾਰ ਨੂੰ ਵੀ ਸਾਡਾ ਬੰਦਾ ਉੱਥੇ ਪ੍ਰੋਬਲਮ 'ਚ ਹੈਗਾ, ਤੁਸੀਂ ਸਾਨੂੰ ਉਹਨਾਂ ਨੂੰ ਆਕਸੀਜਨ ਦੀ ਲੋੜ ਹੈਗੀ, ਤੁਸੀਂ ਉਹਨੂੰ ਪਹੁੰਚਾਓ। ਇਹ ਇੰਡੀਅਨ ਗਵਰਨਮੈਂਟ ਨੇ ਪ੍ਰੋਵਾਈਡ ਕਰਨੀ ਸੀ ਕਿਉਂਕਿ ਸਾਡੇ ਡਿਪਲੋਮੈਟਿਕ ਤੌਰ ਦੇ ਉੱਤੇ ਸਾਡੇ ਇਹ ਫਰਜ਼ ਬਣਦੇ ਨੇ। ਔਰ ਜਿਹੜੀ ਬਾਹਰ ਚਲੀ ਗਈ ਗੱਲ, ਇਹ ਇਸ ਗੱਲ ਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਉਹਨੇ ਇਤਰਾਜ਼ ਕੀਤਾ ਔਰ ਇਤਰਾਜ਼ ਕਰਨਾ ਬਣਦਾ ਵੀ ਹੈਗਾ। ਉਹਦਾ ਜਦੇ ਹੀ ਜਿਹੜੀ ਜੈਸਿੰਡਾ ਆਰਡਨ ਹੈ ਉਹਨੇ ਆਪਦੇ ਲੈਵਲ ਤੇ, ਹਾਲਾਂਕਿ ਹਾਈ ਕਮਿਸ਼ਨਰ ਵੀ ਕਹਿ ਸਕਦਾ ਸੀ, ਕੋਈ ਹੋਰ ਵੀ ਕਿਹਾ ਜਾ ਸਕਦਾ ਸੀਗਾ, ਮਾਫੀ ਮੰਗੀ ਜਾ ਸਕਦੀ ਸੀ, ਪਰ ਇਹ ਖਾਸੀਅਤ ਹੈ ਜੈਸਿੰਡਾ ਆਰਡਨ 'ਚ। ਮੈਂ ਜਿੰਨਾ ਹੁਣ ਤੱਕ ਇਹਦੇ ਬਾਰੇ ਜਾਣਨ ਲੱਗੇ ਹਾਂ ਆਪਾਂ, ਇਹਨੇ ਜੋ ਕੁਛ ਕੋਵਿਡ ਦੇ ਵਿੱਚ ਕੀਤਾ, ਜੋ ਕੁਛ ਸ਼ਾਇਦ ਕਿਸੇ ਨੇ ਨਹੀਂ ਦੇਖੀ ਹੋਈ ਤਰਨ, ਜੇ ਤੁਸੀਂ ਮੈਂ ਦੇਖਿਆ ਨਹੀਂ, ਜੈਸਿੰਡਾ ਆਰਡਨ ਦੀ ਇੱਕ ਵੀਡੀਓ ਹੈ ਜੀ ਆਪਣੇ ਉਹਦੇ ਉੱਤੇ ਵੈਬ ਦੇ ਉੱਤੇ ਹੈਗੀ ਆ। ਉਹ ਐਜ਼ ਅ ਪ੍ਰਾਈਮ ਮਿਨਿਸਟਰ ਕਿਸੇ ਨੂੰ ਰਿਸੀਵ ਕਰਨਾ ਏਅਰਪੋਰਟ ਦੇ ਉੱਤੇ। ਤਰਨ ਹੈਰਾਨੀ ਦੀ ਗੱਲ ਹੈ, ਉਹ ਕਾਰ ਚਲਾ ਕੇ ਆਈ ਆਪ, ਉਹ ਜਿਹੜੇ ਬੰਦੇ ਨੂੰ ਪਿਕ ਕਰਨ ਆਈ ਆ ਉਹ ਉੱਥੇ ਆਦਾ, ਉਹ ਵੀ ਇਕੱਲਾ ਸੂਟਕੇਸ ਖੜੀ ਆ, ਇਹਨੇ ਟਰੰਕ ਖੋਲਿਆ, ਸੂਟਕੇਸ ਉਹਦਾ ਟਰੰਕ ਦੇ ਵਿੱਚ ਰੱਖਿਆ, ਉਹ ਬੰਦੇ ਨੂੰ ਬਿਠਾਇਆ, ਆਪ ਡਰਾਈਵ ਕਰਕੇ ਲੈ ਕੇ ਐਜ਼ ਅ ਪ੍ਰਾਈਮ ਮਿਨਿਸਟਰ ਆਫ ਨਿਊਜ਼ੀਲੈਂਡ। ਬਿਲਕੁਲ ਇਮੇਜਿਨ ਕਰੋ ਸਾਡੇ Z+ ਸਿਕਿਉਰਿਟੀ ਜਾਂ ਕਈ ਵਾਰੀ ਪਹੁੰਚਿਆ ਵੀ ਨਹੀਂ ਜਾਂਦਾ। ਹੁਣ ਤਾਂ ਐਸਾ ਕੁਛ ਹੈ, ਚਲੋ ਛੱਡੋ ਪਰੇ। ਮੈਂ ਇਸ ਕਰਕੇ ਜਾਣੀ ਜਿਵੇਂ ਜੈਸਿੰਡਾ ਆਰਡਨ ਨੇ all over the world actually ਬੜੀ ਪ੍ਰੇਜ਼ ਲਈ ਹੈ। ਬੋਲਡ ਲੇਡੀ ਨੇ ਤੇ ਬੜੇ ਬੋਲਡ ਡਿਸੀਜਨ ਇਹਨਾਂ ਨੇ ਲਏ ਨੇ ਤੇ ਇਹਨਾਂ ਨੇ ਚੀਜ਼ ਕਰ ਦਿੱਤੀ ਹੈ ਸਾਬਿਤ ਕਿ ਜਿਵੇਂ ਦੇਸ਼ ਦੀ ਗੱਲ ਕਰੀਏ ਉਹਨਾਂ ਨੇ ਸਹੀ ਤਰੀਕੇ ਨਾਲ ਪੈਂਡੈਮਿਕ ਨੂੰ ਹੈਂਡਲ ਕੀਤਾ ਉੱਥੇ। ਬਿਲਕੁਲ ਜੀ। ਔਰ ਇਹ ਤਾਂ ਹੀ ਕਈ ਕਹਿੰਦੇ ਆ ਵੀ ਇੰਡੀਆ 'ਚ ਕਹਿੰਦੇ ਕੁਝ ਦਿਨਾਂ ਵਾਸਤੇ ਇਹਨੂੰ ਆਧਾਰੀ ਹੀ ਲੈ ਆਓ ਤੇ ਸਾਡਾ ਕੰਮ ਚਲਾ ਦੇਵੇ ਆ ਕੇ। ਇਟਸ ਆਈ ਗੈਸ ਇਹਦੇ ਵਾਸਤੇ ਬੜੀ ਤਾਰੀਫ ਵਾਲੀ ਗੱਲ ਹੈਗੀ ਹੈ ਤੇ ਪਰ ਸਾਡੇ ਉੱਥੋਂ ਵਾਲਿਆਂ ਵਾਸਤੇ ਤਾਰੀਫ ਬਿਲਕੁਲ। ਪਰ ਤੁਸੀਂ ਇਹ ਦੇਖੋ ਕਿ ਇੱਕ ਟਵੀਟ ਕਿੰਨਾ ਕੁ ਪੰਗਾ ਪਾ ਸਕਦਾ ਆ। ਸੋ ਇੱਥੇ ਇੱਕ ਹਾਈ ਕਮਿਸ਼ਨ ਦੇ ਟਵੀਟ ਨੇ ਇੰਨਾ ਪੰਗਾ ਪਾ ਦਿੱਤਾ ਕਿ ਭਾਰਤ ਸਰਕਾਰ ਨੇ ਆਪੱਤੀ ਜਤਾਈ ਤੇ ਨਿਊਜ਼ੀਲੈਂਡ ਦੀ ਸਰਕਾਰ ਨੂੰ ਮਾਫੀ ਮੰਗਣੀ ਪਈ। ਕੰਗਨਾ ਰਣੌਤ ਨੇ ਵੀ ਇੱਕ ਅਜਿਹਾ ਹੀ ਟਵੀਟ ਕੀਤਾ ਮਮਤਾ ਬੈਨਰਜੀ ਨੂੰ ਲੈ ਕੇ। ਟਵੀਟ ਦਾ ਇੰਨਾ ਕੁ ਬਵਾਲ ਉੱਠਿਆ ਕਿ ਟਵਿੱਟਰ ਨੂੰ ਆਖਿਰਕਾਰ ਕੰਗਨਾ ਰਣੌਤ ਦਾ ਅਕਾਊਂਟ ਹੀ ਸਸਪੈਂਡ ਕਰਨਾ ਪਿਆ। ਤਰਨ ਇੱਥੇ ਤੁਹਾਡੀ ਮਾਨਸਿਕਤਾ ਮੂਹਰੇ ਆਉਂਦੀ ਹੈ, ਤੁਹਾਡੇ ਦਿਮਾਗ ਦਾ ਲੈਵਲ ਆ ਰਿਹਾ ਵੀ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਹੈਗੇ ਹੋ।
ਕੰਗਨਾ ਰਣੌਤ ਹੁਣ ਤੱਕ ਇਹੋ ਜਿਹਾ ਕੁਝ ਕਰੀ ਗਈ ਹੈ। ਆਹਾ ਇਹਨੂੰ ਕਹਿੰਦੇ ਨੇਲ ਇਨ ਦ ਕਾਫਨ, ਅਖੀਰਲੀ ਨੇਲ ਹੈ ਇਹ। ਔਰ ਉਹਨਾਂ ਨੇ ਐਕਚੁਅਲੀ ਪਰਮਾਨੈਂਟਲੀ ਬੰਦ ਕਰਤਾ ਹੁਣ ਇਹਦਾ ਜਿਹੜਾ ਟਵਿੱਟਰ ਅਕਾਊਂਟ ਹੈ। ਟਵਿੱਟਰ ਅਕਾਊਂਟ ਦੇ ਵਿੱਚ ਸੀ ਮਮਤਾ ਬੈਨਰਜੀ। ਤੂੰ ਮਮਤਾ ਬੈਨਰਜੀ ਦੇ ਲੈਵਲ ਦੀ ਕਿੱਥੋਂ ਚਲੀ ਗਈ? ਕੁਛ ਅਕਲ ਨੂੰ ਹੱਥ ਮਾਰ। ਤੂੰ ਕਿੱਥੇ, ਮਮਤਾ ਬੈਨਰਜੀ ਕਿੱਥੇ? ਚਪਲਾਂ ਦੇ ਨਾਲ ਇੱਕ ਪੈਰ ਨਾਲ ਜਿੱਤੀ ਆ। ਚਲੋ ਇਹ ਵੀ ਕਹਿ ਦਿੰਦੇ ਆਪਾਂ, ਹੋਈ ਸੀ ਨਾ ਉਹਦੇ ਬਾਰੇ ਇੰਨਾ ਗਲਤ ਟਵੀਟ ਕਰਨਾ ਔਰ ਮੋਦੀ ਜੀ ਨੂੰ ਕਹਿਣਾ ਵੀ ਤੁਸੀਂ ਹੁਣ ਆਪਦਾ 2000 ਵਾਲਾ ਵਿਰਾਟ ਰੂਪ ਚ ਆਓ। ਯੂ ਨੋ ਵਾਟ ਵਿਰਾਟ ਰੂਪ ਇਜ਼ ਐਕਚੁਅਲੀ? ਵਿਰਾਟ ਰੂਪ ਪਤਾ ਕੀ ਹੈ? ਮਤਲਬ ਕਿ ਬਹੁਤ ਵਿਕਰਾਲ ਰੂਪ। ਯੈਸ, ਅਬਾਊਟ ਇਹ ਐਕਚੁਅਲੀ ਜਿਨ੍ਹਾਂ ਨੂੰ ਪਤਾ ਠੀਕ ਹੈ ਜੀ, ਜਿਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਵਿਰਾਟ ਰੂਪ ਹੈ ਜੀ ਗੀਤਾ ਦੇ ਵਿੱਚ ਆਉਂਦਾ। ਕ੍ਰਿਸ਼ਨ ਜੀ ਮਹਾਰਾਜ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਅਰਜੁਨ ਨੂੰ ਸੰਦੇਸ਼ ਦੇ ਰਹੇ, ਮੈਨੂੰ ਕਰੈਕਟ ਮੀ ਜੇ ਮੈਂ ਗਲਤ ਤਾਂ ਸੰਦੇਸ਼ ਦੇ ਰਹੇ ਆ ਜਿਹੜਾ ਗੀਤਾ ਦਾ ਸੰਦੇਸ਼ ਦਿੱਤਾ ਗਿਆ ਉਹਦੇ ਵਿੱਚ। ਉਸ ਦੇ ਬਾਵਜੂਦ ਵੀ ਅਰਜੁਨ ਕਨਵਿੰਸ ਨਹੀਂ ਹੁੰਦਾ ਬਈ ਮੈਂ ਲੜਨ ਨੂੰ ਤਿਆਰ ਨਹੀਂ ਹੈ। ਤਾਂ ਫਿਰ ਕ੍ਰਿਸ਼ਨ ਜੀ ਉਹਨੂੰ ਆਪਦਾ ਵਿਰਾਟ ਰੂਪ ਇਹ ਹੈ ਤਰਨ ਉਹਨਾਂ 'ਚ ਹਜ਼ਾਰਾਂ ਲੱਤਾਂ ਬਾਹਾਂ ਔਰ ਹਰੇਕ ਹੱਥ ਪੈ ਦੇ ਵਿੱਚ ਵੱਖਰੇ ਵੱਖਰੇ ਕਿਸਮ ਦੇ ਹਥਿਆਰ ਬਣੇ ਹੋਏ ਨੇ। ਤੇ ਉਹ ਕਹਿੰਦੇ ਵੀ ਕ੍ਰਿਸ਼ਨ ਜੀ ਦੀ ਹੱਤਕ ਕਰ ਰਹੀ ਹੈ। ਮੈਂ ਕਹਿੰਦਾ ਕਿ ਵਿਰਾਟ ਰੂਪ ਲੈ ਕੇ ਆਓ। ਕੈਸੀ ਔਰਤ ਹੈਗੀ ਆ, ਚੰਗੀ ਗੱਲ ਕੀਤੀ ਹੈ, ਵਧੀਆ ਕੀਤਾ। ਇਹਦਾ ਪਰਮਾਨੈਂਟਲੀ ਬੰਦ ਕੀਤਾ ਗਿਆ। ਟਰੰਪ ਦਾ ਵੀ ਕਿਸੇ ਨੇ ਕੀਤਾ ਸੀਗਾ, ਇਹਦਾ ਵੀ ਬੰਦ ਹੋ ਗਿਆ। ਬਾਕੀ ਹੁਣ ਖਿਆਲ ਨਾਲ ਤੁਸੀਂ ਇਹ ਦੇਖੋ ਕਿ ਇਹ ਤੱਕ ਕਿਹਾ ਜਾਂਦਾ ਆ ਵੀਡੀਓਜ਼ ਆਪਣੇ ਹਮਦਰਦ ਟੀਵੀ ਤੇ ਵੀ ਇਹ ਵੀਡੀਓ ਹਾਈਲਾਈਟ ਹੋਈ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਵਕਤ ਭਾਰਤ ਨੂੰ ਵਿਦੇਸ਼ੀ ਤਾਕਤਾਂ ਨੇ ਘੇਰ ਲਿਆ, ਦੇਸ਼ ਦੀ ਏਕਤਾ ਖਰਾਬ ਹੈ। ਤੁਸੀਂ ਇਹ ਜਿਹੇ ਜ਼ਹਿਰੀਲੇ ਮੈਸੇਜ ਦੇ ਰਹੇ ਹੋ। ਤੁਸੀਂ ਵੀ ਤਾਂ ਇਹ ਦੇਖੋ ਕਿ ਤੁਸੀਂ ਵੀ ਤਾਂ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਬੋਲ ਰਹੇ ਹੋ। ਸੋ ਸਰ ਚਲੋ ਇੱਥੇ ਖਬਰਾਂ ਦਾ ਸਿਲਸਿਲਾ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਸਵਾਲ ਹੁੰਦਾ, ਅੱਜ ਦੇ ਸਵਾਲ ਲਈ ਤਿਆਰ ਹੋ ਜਾਓ। ਫਿਰ ਅੱਜ ਦਾ ਸਵਾਲ ਕੀ ਹੈ ਸਰ? ਲਓ ਜੀ, ਐਸਟਰੋਨੌਟ ਅਮਰੀਕਨ ਹੈ ਜੀ। ਵੈਲ ਐਸਟਰੋਨੌਟ ਜੇ ਕਹਾਂਗਾ ਤਾਂ ਅਮਰੀਕਨ ਹੈ ਜੀ, ਕਾਸਮੋਨੌਟ ਕਹਾਂਗਾ ਤਾਂ ਰਸ਼ੀਅਨ ਹੈ। ਰਸ਼ੀਅਨਸ ਇਹਨਾਂ ਦੋਨਾਂ ਨੇ ਆਪਣੇ ਆਪ ਦੇ ਨਾਮ ਰੱਖੇ ਹੋਏ ਨੇ ਜੀ। ਇਹਦਾ ਜਨਮ ਹੋਇਆ ਜੀ ਇਹ ਸਪੇਸ ਦੇ ਵਿੱਚ 11 ਦਿਨ 2 ਘੰਟੇ 4 ਮਿੰਟ ਤੇ 43 ਸੈਕਿੰਡਸ ਵਾਸਤੇ ਇੱਕ ਤੋਂ ਵੱਧ ਸਪੇਸ ਟਾਈਮ ਇਹਨਾਂ ਨੇ ਸਪੇਸ ਵਿੱਚ ਗਏ ਨੇ। ਇਹਨਾਂ ਦਾ ਜਿਹੜਾ ਜਨਮ ਹੈਗਾ ਜੀ 1930 ਤੇ 1935 ਦੇ ਵਿਚਾਲੇ ਹੈਗਾ। ਅਮਰੀਕਨ ਸੀਗਾ ਔਰ ਇਹਨਾਂ ਨੇ ਪਹਿਲਾਂ ਟੈਸਟ ਪਾਇਲਟ ਸੀਗਾ ਜੀ US 에ਅਰ ਫੋਰਸ ਦੇ ਵਿੱਚ। ਯੂਨਾਈਟਿਡ ਸਟੇਟ ਮਿਲਟਰੀ ਅਕੈਡਮੀ ਦੇ ਵਿੱਚੋਂ ਇਹਨਾਂ ਨੇ 1952 ਦੇ 52 ਦੇ ਵਿੱਚ ਇਹਨਾਂ ਨੇ ਆਪਦੀ ਡਿਗਰੀ ਲਈ ਹੈਗੀ ਆ। ਉਸ ਤੋਂ ਮਗਰੋਂ F-86 ਉਹ ਉਡਾਉਂਦੇ ਹੁੰਦੇ ਸੀਗੇ ਜੀ। ਇਸ ਤੋਂ ਬਾਅਦ ਇਹਨੇ ਐਡਵਰਡ 에ਅਰ ਫੋਰਸ ਦੇ ਵਿੱਚ 1960 ਦੇ ਵਿੱਚ ਜੁਆਇਨ ਕੀਤਾ ਜੀ। ਇਹਦੀ ਇੱਕ ਖਾਸੀਅਤ ਹੈ, ਇਹ ਕਿਉਂਕਿ ਮੈਂ ਸਮਾਂ ਆਪਣੇ ਕੋਲ ਥੋੜਾ ਹੈ, ਇਹਦੀ ਖਾਸੀਅਤ ਇਹ ਹੈ ਤਰਨ ਇੱਕ ਬਹੁਤ ਵੱਡੀ ਘਟਨਾ ਸਪੇਸ 'ਚ ਵਾਪਰੀ ਹੈ। ਜਦੋਂ ਉਹ ਘਟਨਾ ਵਾਪਰੀ ਹੈ, ਜਦੋਂ ਉਹ ਘਟਨਾ ਬਾਰੇ ਦੁਨੀਆ ਨੂੰ ਪਤਾ ਲੱਗਿਆ, ਇਹ ਉਹ ਮੈਸੇਜ ਨਹੀਂ ਸੁਣ ਸਕਿਆ। ਇਮੈਜਿਨ ਕਰੋ, ਇਸ ਬੰਦੇ ਨੇ ਉਹ ਮੈਸੇਜ ਨਹੀਂ ਸੁਣਿਆ ਜਿਹੜਾ ਕਿ ਬਾਕੀ ਸਾਰੀ ਦੁਨੀਆ ਨੇ ਸੁਣਿਆ ਹੈਗਾ। ਇਹ ਐਸਾ ਬੰਦਾ ਹੈਗਾ। ਇਹਨੇ ਸਪੇਸ ਵਾਕ, ਤੀਸਰਾ ਬੰਦਾ ਸੀਗਾ ਜਿਹਨੇ ਸਪੇਸ ਵਾਕ ਕੀਤੀ ਹੈਗੀ ਹੈ ਜੀ। ਇਹਦੇ ਜਿਹੜੇ ਪਰਿਵਾਰ ਦੇ ਵਿੱਚ ਬਹੁਤ ਮੈਂਬਰ ਐਸੇ ਸੀਗੇ, ਮੇਜਰ ਜਨਰਲ ਰਿਟਾਇਰ ਹੈ ਜੀ। ਇਹਦੇ ਪਰਿਵਾਰ ਦੇ ਐਸੇ ਮੈਂਬਰ ਸੀਗੇ ਜਿਹੜੇ ਕਿ ਮਿਲਟਰੀ ਦੇ ਵਿੱਚ ਸੀਗੇ। ਇਹਦਾ ਫਾਦਰ, ਇਹਦਾ ਚਾਚਾ, ਇਹਦਾ ਤਾਇਆ, ਉਹ ਸਾਰੇ ਮਿਲਟਰੀ ਦੇ ਵਿੱਚ ਬੜੇ ਵੱਡੇ ਸੀਗੇ। ਕਹਿੰਦਾ ਮੈਂ ਮਿਲਟਰੀ 'ਚ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਹਿੰਦਾ ਸਾਰੇ ਕਹਿਣਗੇ ਆਪਦੇ ਘਰਦਿਆਂ ਦੀ ਸਿਫਾਰਿਸ਼ ਨਾਲ ਅੱਗੇ ਚਲੇ ਗਿਆ। ਕਹਿੰਦਾ ਨਹੀਂ, ਮੈਂ 에ਅਰ ਫੋਰਸ ਜਾਣਾ। ਔਰ 에ਅਰ ਫੋਰਸ ਵਿੱਚ ਐਸੀ ਤਰੱਕੀ ਕੀਤੀ ਕਿ ਜਿਹੜੇ 16 ਬੰਦੇ ਸੀਗੇ ਜਿਹਨਾਂ ਨੂੰ ਸਪੈਸ਼ਲ ਮਿਸ਼ਨ ਵਾਸਤੇ ਤਿਆਰ ਕੀਤਾ ਗਿਆ, ਹੀ ਵਾਜ਼ ਵਨ ਆਫ ਦੈਮ। ਤੇ ਫਿਰ ਇਹ 3 ਜਣੇ ਉੱਪਰ ਗਏ ਸੀਗੇ। ਲਓ ਜੀ, ਦਰਸ਼ਕਾਂ ਦੀ ਕਾਲ ਆਉਣੀ ਸ਼ੁਰੂ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਮਰਗੀਨ ਜੀ। ਸਤਿ ਸ਼੍ਰੀ ਅਕਾਲ ਵਿੰਕੀ ਜੀ। ਤੁਸੀਂ ਫੇਮਸ ਐਸਟਰੋਨੌਟ ਮਾਈਕਲ ਕੌਲਿੰਸ ਦੀ ਗੱਲ ਕਰ ਰਹੇ ਹੋ? ਥੈਂਕ ਯੂ ਜੀ, ਸੋ ਨਾਈਸ ਸਰ। ਟੈਸਟ ਪਾਇਲਟ ਵੀ ਰਹੇ ਨੇ ਮੇਜਰ ਜਨਰਲ US ਉਹਦੇ 에ਅਰ ਫੋਰਸ ਵਿੱਚ। ਬਿਲਕੁਲ ਜੀ, ਥੈਂਕ ਯੂ ਜੀ। ਠੀਕ ਹੈ ਜੀ, ਤੁਸੀਂ ਕਿਵੇਂ ਸਪੀਚ ਆਨਸਰ ਕਰ ਸਕਦੇ ਹੋ? ਕਾਲ ਕਰਨ ਲਈ ਸ਼ੁਕਰੀਆ। ਇਹਨਾਂ ਨੂੰ ਜਿੰਨੇ ਵੀ ਮੈਡਲ ਸੀਗੇ, ਮੋਸਟਲੀ ਮਿਲਟਰੀ ਸਰਵਿਸ ਵਾਲੇ ਨੂੰ ਮੈਡਲਸ ਇਹਨਾਂ ਨੂੰ ਮਿਲੇ ਨੇ। ਵੈਰੀ ਡੈਕੋਰੇਟਿਵ ਜਿਹਨੂੰ ਕਹਿੰਦੇ ਆ ਕੰਮ ਇਹਨਾਂ ਨੇ ਕੀਤਾ ਜੀ। ਤੇ ਔਰ ਇਹ ਯਾਦਗਾਰੀ ਜਿਹੜੀ ਮੈਂ ਘਟਨਾ ਦਾ ਜ਼ਿਕਰ ਕਰ ਰਿਹਾ, ਸਮਾਂ ਹੋ ਚੱਲਿਆ ਆਪਣਾ। ਬਿਲਕੁਲ ਜੀ ਵੈਂਕੀ ਜੀ, ਸਹੀ ਤੁਹਾਡਾ ਜਵਾਬ ਹੈ ਜੀ। ਮਾਈਕਲ ਕੌਲਿੰਸ ਜਿਹੜੀ ਘਟਨਾ ਵਾਪਰੀ ਹੈ, 3 ਜਾਣੇ ਗਏ ਸੀ, ਨੀਲ ਆਰਮਸਟਰਾਂਗ, ਬਜ਼ ਆਲਡਰਿਨ, ਮਾਈਕਲ ਕੌਲਿੰਸ। 2 ਜਾਣੇ ਚੰਦ ਦੇ ਉੱਤਰ ਗਏ ਤੇ ਇਹ ਜਿਹੜਾ ਆਸੇ ਪਾਸੇ ਤੀਸਰਾ ਰਾਕਟ ਦੇ ਵਿੱਚ ਆਸੇ ਪਾਸੇ ਗੇੜੇ ਕਰ ਰਿਹਾ ਸੀਗਾ, ਇਹਨੂੰ ਲੋਨ ਮੈਨ ਵੀ ਕਿਹਾ ਜਾਂਦਾ। ਔਰ ਜਦੋਂ ਸੁਨੇਹਾ ਜਾ ਰਿਹਾ ਸੀਗਾ ਬਈ
one big step of a man. ਗੱਲ ਕਰਾਂਗੇ ਦਰਸ਼ਕ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ, ਮਨਜੀਤ ਸਿੰਘ ਬੋਲ ਰਿਹਾ ਬ੍ਰੈਂਪਟਨ ਤੋਂ। ਨਵਨੀਤ ਰਾਜਾ ਜੀ, ਮੇਰੇ ਖਿਆਲ 'ਚ ਉਹ ਐਡਵਾਈਟ ਨੇ ਜੀ ਜਿਹੜਾ ਤੁਸੀਂ ਪੁੱਛਿਆ ਜੀ। ਐਡਵਾਈਟ, ਸ਼ੁਕਰੀਆ ਜੀ। ਥੈਂਕ ਯੂ ਜੀ। ਤੁਸੀਂ ਸਕਰੀਨ ਤੇ ਨਵਨੀਤ ਨੇ ਕਿਉਂ ਨਹੀਂ ਜੀ ਫੋਨ ਕੀਤਾ? ਸ਼ੁਕਰੀਆ ਜੀ। ਉਹ ਤੇ ਸਕੂਲ ਦਾ ਕੰਮ 'ਚ ਬਿਜ਼ੀ ਹੈ ਥੋੜੀ ਜਿਹੀ। ਥੈਂਕ ਯੂ ਜੀ, ਵੈਰੀ ਨਾਈਸ ਕਿਡ, ਵੈਰੀ ਨਾਈਸ ਕਿਡ, ਥੈਂਕ ਯੂ ਜੀ। ਉਦੋਂ ਇਹ ਚੰਦ ਦੇ ਦੂਸਰੇ ਪਾਸੇ ਗਿਆ ਸੀਗਾ, ਇੱਕੋ ਇੱਕ ਬੰਦਾ ਸੀ ਸਾਰੇ ਬ੍ਰਹਮੰਡ ਦੇ ਵਿੱਚ ਜਿਹੜਾ ਉਸ ਪਾਸੇ ਉਦੋਂ ਸੀਗਾ, ਮਾਈਕਲ ਕੋਲਿੰਸ। ਜਦੋਂ ਸੁਨੇਹਾ ਦਿੱਤਾ ਉਹਨੇ ਵਨ ਬਿਗ ਸਟੈਪ, ਕੋਈ ਉਸ ਸੁਨੇਹਾ ਸੁਣ ਨਹੀਂ ਸੀ ਸਕਿਆ, ਇਮੈਜਿਨ ਕਰੋ। ਔਰ ਉਸ ਪਾਸੇ ਫਿਰਦਾ ਸੀਗਾ। ਇਹਦਾ 48 ਮਿੰਟਸ ਵਾਸਤੇ ਸਾਰੀ ਦੁਨੀਆ ਨੂੰ, ਈਵਨ ਥੱਲੇ ਦੁਨੀਆ ਦੇ ਨਾਲ ਵੀ ਟੋਟਲੀ ਕੋਈ ਕਨੈਕਸ਼ਨ ਸੀ 48 ਮਿੰਟਸ ਵਾਸਤੇ। ਮਾਈਕਲ ਕੋਲਿੰਸ ਜੀ, ਥੈਂਕ ਯੂ ਜੀ। ਬਿਲਕੁਲ, ਫਿਲਹਾਲ ਇਸ ਪ੍ਰੋਗਰਾਮ ਲਈ ਫਿਰ ਲਈਏ ਇਜਾਜ਼ਤ। ਹਾਂਜੀ, ਹੁਣੇ ਇਹਦੇ ਤੋਂ ਕੁਝ ਦਿਨ ਪਹਿਲਾਂ ਇਹਦੀ ਡੈਥ ਹੋਈ ਹੈ ਜੀ। ਮੈਂ ਸਮਝਿਆ ਕਿ ਉਹਨੂੰ ਸ਼ਰਧਾਂਜਲੀ ਦਿੱਤੀ ਜਾਵੇ, ਉਹਦੇ ਬਾਰੇ ਜ਼ਰੂਰ ਗੱਲ ਕੀਤੀ ਜਾਵੇ ਜੀ। ਬਿਲਕੁਲ ਜੀ, ਫਿਲਹਾਲ ਇਸ ਪ੍ਰੋਗਰਾਮ 'ਚ ਦਿਓ ਇਜਾਜ਼ਤ। ਸਿਹਤ ਸੰਬੰਧੀ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ, ਹੈਲਥ ਟਾਕ। ਸੋ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।